ਸੰਤਾਂ ਦੇ ਵਿੱਚ ਸਭ ਤੋਂ ਵੱਡੀ ਤੇ ਗੱਲ ਹੈ ਕਿ ਉਹਨਾਂ ਨੂੰ ਕੋਈ ਸਵਾਲ ਕਰ ਲਓ ਉਹਦਾ ਜਵਾਬ ਸੀਗਾ ਤੇ ਬੜਾ ਲੌਜਿਕ ਦੇ ਨਾਲ ਜਵਾਬ ਸੀਗਾ। ਹਿੰਦੂ ਬੱਚੀਆਂ ਦੇ ਨਾਲ ਜਿੱਥੇ ਕਿਤੇ ਜਾਤੀ ਨਜ਼ਰ ਆਈ, ਉੱਥੇ ਸੰਤ ਬਾਬਾ ਜਰਨੈਲ ਸੋਰੀ ਬੱਚੀ ਦੇ ਬਾਪ ਬਣ ਕੇ ਖੜੋਤੇ। ਇੱਕ ਦਿੱਲੀ 'ਚ ਬੰਬ ਬਲਾਸਟ ਹੁੰਦਾ ਆ ਪਾਲਕਾ ਬਾਜ਼ਾਰ 'ਚ, ਤੇ ਉਹਦੇ 'ਚ ਮੈਨੂੰ ਨਾਮਜ਼ਦ ਕਰ ਦਿੱਤਾ ਜਾਂਦਾ। ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ ਹਾਕੀ ਦਾ ਮੈਚ ਸੀਗਾ, ਤੇ ਭਾਵੇਂ ਅਸੀਂ ਵਿਰੋਧ ਦੇ ਵਿੱਚ ਖੜੋਤੇ ਸੀ ਭਾਰਤ ਸਰਕਾਰ ਦੇ, ਪਰ ਮੈਚ ਦੇ ਗਰਾਊਂਡ ਦੇ ਵਿੱਚ ਸਾਡੀ ਸਭ ਦੀ ਇੱਛਾ ਸੀਗਾ ਕਿ ਭਾਰਤ ਜਿੱਤੇ। ਤੇ ਸੰਤਾਂ ਨੇ ਆਪਦੇ ਕੋਲੋਂ ਪੈਸਾ ਭੇਜ ਕੇ ਬਾਬੇ ਥਾਰਾ ਸਿੰਘ ਹੋਰਾਂ ਤੇ ਭਾਈ ਅਮਰੀਕ ਸਿੰਘ ਹੋਰਾਂ ਦੇ ਰਾਹੀਂ ਮੰਦਿਰ ਦੀ ਸੇਵਾ ਕਰਾਈ। ਗੁਰਦਾਸਪੁਰ ਜੇਲ੍ਹ ਦੇ ਵਿੱਚ ਅੱਜ ਵੀ ਉਹ ਮੰਦਿਰ ਮੌਜੂਦ ਹੈ। ਚੈੱਕ ਕੋਈ ਪ੍ਰਕਾਸ਼ ਸਿੰਘ ਬਾਦਲ ਨੂੰ ਨਹੀਂ ਹੈ। ਗਿਆਨੀ ਜੈਲ ਸਿੰਘ ਵੇਲੇ ਦੇ ਜਿਹੜੇ ਫੈਸਲੇ ਹੋਏ ਸੀਗੇ, ਉਹਨਾਂ ਫੈਸਲਿਆਂ ਦੇ ਆਧਾਰ ਤੇ ਜਿਹੜੀ ਪਹਿਲੀ ਇੰਸਟਾਲਮੈਂਟ ਹੈ ਉਹ ਗਿਆਨੀ ਜੈਲ ਸਿੰਘ ਵੇਲੇ ਆਉਂਦੀ ਹੈ। ਦੂਜੀ ਇੰਸਟਾਲਮੈਂਟ ਜਿਹੜੀ ਹੈ ਸ਼ਾਇਦ 1 ਲੱਖ ਰੁਪਈਆ ਕਿ 2 ਲੱਖ ਰੁਪਈਆ ਜਿਹੜਾ ਆ ਉਹ ਸਭ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਸਮੇਂ। ਉੱਥੋਂ ਜਿਹੜਾ ਆ ਪੰਜਾਬ ਦੀ ਬਦਕਿਸਮਤੀ ਸ਼ੁਰੂ ਹੁੰਦੀ ਹੈ। ਪਹਿਲੀ ਤਾਂ ਗੱਲ ਹੈ ਕਿ ਇੰਦਰਾ ਗਾਂਧੀ ਨੂੰ ਕੋਈ ਹੱਕ ਨਹੀਂ ਸੀ ਕਿ ਪੰਜਾਬ ਦੇ ਪਾਣੀਆਂ ਦੀ ਵੰਡ ਕਰਨ ਦਾ। ਜੇ ਉਹਨੇ ਵੰਡ ਕਰਤੀ ਸੀ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੁਪਰੀਮ ਕੋਰਟ ਚਲੇ ਗਏ ਸੀਗੇ, ਤੇ ਫਿਰ ਕਾਂਗਰਸੀ ਹਕੂਮਤਾਂ ਨੂੰ ਜਾਂ ਇੰਦਰਾ ਗਾਂਧੀ ਨੂੰ ਕੋਈ ਹੱਕ ਨਹੀਂ ਸੀਗਾ ਕਿ ਪੰਜਾਬ ਦਾ ਕੇਸ ਜਿਹੜਾ ਸੁਪਰੀਮ ਕੋਰਟ 'ਚ ਵਾਪਸ ਲੈਣ ਦਾ ਹਾਲ ਕੀਤਾ ਆ। ਉਹਦੇ ਨਾਲ ਸਿੱਖ ਤੇ ਨਿਰਾਸ਼ ਹੋਏ, ਨਾਰਾਜ਼ ਹੋਏ, ਦੁਖੀ ਹੋਏ, ਬਾਗੀ ਹੋਏ, ਰੋਏ, ਕੁਰਲਾਏ, ਧਾਹਾਂ ਮਾਰੀਆਂ। ਪਰ ਹਿੰਦੁਸਤਾਨ ਦੀ ਬਹੁ ਗਿਣਤੀ ਨੇ ਲੱਡੂ ਵੰਡੇ ਤੇ ਖੁਸ਼ੀਆਂ ਬਣਾਈਆਂ। ਹਿੰਦੁਸਤਾਨ ਦੇ ਰਿਕਾਰਡ 'ਚ ਜਦੋਂ ਤੋਂ ਚੋਣਾਂ ਸ਼ੁਰੂ ਹੋਈਆਂ ਨੇ 350 ਤੋਂ ਵੱਧ ਕਦੀ ਸੀਟਾਂ ਨਹੀਂ ਖੜੀਆਂ। 450 ਸੀਟ ਕੇਵਲ ਤੇ ਕੇਵਲ ਜਿਹੜੀ 84 'ਚ ਚੋਣ ਹੋਈ ਹੈ ਪਾਰਲੀਮੈਂਟ ਦੀ, ਸਿੱਖਾਂ ਨੂੰ ਬਲੀ ਦਾ ਬੱਕਰਾ ਬਣਾ ਕੇ, ਸਿੱਖਾਂ ਦੀ ਨਸਲਕੁਸ਼ੀ ਕਰਕੇ, ਸ਼੍ਰੀ ਹਰਿਮੰਦਰ ਤੇ ਹਮਲਾ ਕਰਕੇ, ਸਿੱਖਾਂ ਨੂੰ ਸਬਕ ਸਿਖਾ ਕੇ ਤੇ ਸਿੱਖਾਂ ਦਾ ਕਤਲੇਆਮ ਦਿੱਲੀ ਦੇ ਵਿੱਚ ਕਰਕੇ ਜਿਹੜਾ ਮੈਸੇਜ ਦੇ ਕੇ ਜਿਹੜਾ ਆ ਰਾਜੀਵ ਗਾਂਧੀ ਨੇ ਤੇ ਇੰਦਰਾ ਗਾਂਧੀ ਨੇ ਜਿਹੜੀਆਂ ਚੋਣਾਂ ਨੇ ਉਹ ਪਾਰਲੀਮੈਂਟ ਦੀਆਂ 84 ਦੇ ਵਿੱਚ ਜਿੱਤੀਆਂ। ਮੇਰੇ ਕੋਲ LMG ਸੀ, ਨਾਲ ਦੇ ਮੁੰਡਿਆਂ ਕੋਲ SLRM ਵੀ ਸੀਗੀਆਂ, ਕੁਝ 303 ਵੀ ਸੀਗੀਆਂ, ਮੇਰੇ ਨਾਲ ਰਵਿੰਦਰ ਗਿੱਲ ਸੀ, ਮਨਜੀਤ ਭੋਮਾ ਸੀਗੇ, ਜਿਹੜੀ ਮੇਰੀ ਟੀਮ ਸੀਗੇ। ਅਸਲ 'ਚ ਮੇਰਾ ਖਿਆਲ ਹੈ ਕਿ 5 ਤਰੀਕ ਸਵੇਰ ਤੱਕ ਸਾਡਾ ਸੰਤਾਂ ਨਾਲ ਕਮਿਊਨੀਕੇਸ਼ਨ ਰਿਹਾ ਇੰਟਰਕੌਮ। ਜਾਂ ਇਹ ਨਾ ਹੋਏ ਕਿ ਇਸ ਥਾਂ 'ਤੇ ਕੋਈ ਨਵਾਂ ਜਥੇਦਾਰ ਆ ਜਾਏ ਤੇ ਅਗਵਾਈ ਕਰ ਲਵੇ ਵੀ ਜੇ ਸੰਤਾਂ ਦੀ ਸ਼ਹੀਦੀ ਡਿਕਲੇਅਰ ਹੁੰਦੀ ਆ ਤੇ ਜਥੇਦਾਰ ਦੀ ਚੋਣ ਤੇ ਹੋਣੀ ਹੈ। ਅਗਲਾ ਆਊਗਾ ਤੇ ਅਗਲਾ ਅਗਵਾਈ ਕਰੂਗਾ। ਮਤਲਬ ਮੇਰਾ ਖਿਆਲ ਹੈ ਕਿ 6 ਮਹੀਨੇ ਸਾਡੀ ਇੰਟਰੋਗੇਸ਼ਨ ਚੱਲਦੀ ਰਹੀ। ਉਹ ਬੰਦਾ ਵੇਂਦਾ ਸੀ ਵੀ ਸਾਡੇ ਨਾਲ ਵਾਪਰ ਕੀ ਰਿਹਾ, ਇਹਨਾਂ ਨੂੰ ਛਿੱਤਰ ਵੀ ਬੜਾ ਵਰਨ ਡਿਆ ਤੇ ਚੜ੍ਹਦੀ ਕਲਾ ਜੀ ਬੜੇ ਆ। ਪਰ ਜੇ ਮੈਨੂੰ ਪੁੱਛੇ ਕਿ ਤੇਰੀ ਜ਼ਿੰਦਗੀ ਦਾ ਉਹ ਛਣ ਕਿਹੜਾ ਸੀ ਜਦੋਂ ਤੂੰ ਸਭ ਤੋਂ ਵੱਧ ਖੁਸ਼ੀ ਮਹਿਸੂਸ ਕੀਤੀ, ਮੈਂ ਜਦੋਂ ਮੈਨੂੰ ਇੰਦਰਾ ਗਾਂਧੀ ਦੇ ਕਤਲ ਦਾ ਪਤਾ ਲੱਗਿਆ ਸੀ। 302 ਕਿਸੇ ਰੁੱਖ ਤੇ ਲਿਖਦੇ ਹੋ ਨਾ, ਸੁੱਕ ਜਾਂਦਾ, ਉਹ ਸੁੱਕ ਜਾਂਦਾ। ਅਕਾਲੀ ਦਲ ਦੇ ਪ੍ਰਧਾਨ ਸੀ ਮਾਨ ਸਾਹਿਬ, ਤੇ ਜਿਹੜਾ ਉਹਦੇ ਤੇ ਫੋਨ ਨੰਬਰ ਹੈ, ਜਿਹੜਾ ਉਦੋਂ ਲੈਂਡਲਾਈਨ ਨੰਬਰ ਹੁੰਦਾ ਸੀ, ਉਹ ਮਾਨ ਸਾਹਿਬ ਦੇ ਦਫ਼ਤਰ ਦਾ ਹੈ। ਲੈਟਰ ਪੈਡ ਮਾਨ ਸਾਹਿਬ ਦਾ ਹੋ ਗਿਆ। ਤੇ ਮਾਨ ਸਾਹਿਬ ਦਾ ਅਕਾਲੀ ਦਲ ਕਦੋਂ ਬਣਦਾ ਹੈ? 84 ਤੋਂ ਬਾਅਦ 'ਚ। ਚਿੱਠੀਆਂ ਕਦੋਂ ਦੀਆਂ ਬਣਾਈਆਂ? ਪਹਿਲਾਂ ਦੀ, 84 ਤੋਂ ਪਹਿਲਾਂ ਦੀਆਂ। ਪੰਜਾਬੀ ਨਿਊਜ਼ ਆਨਲਾਈਨ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ। ਦੋਸਤੋ, ਮੈਂ ਸੁਖਨੈਬ ਸਿੰਘ ਸਿੱਧੂ ਅਨਟੋਲਡ ਸਟੋਰੀਜ਼ ਦੇ ਨਾਲ ਸ਼ਾਮਲ ਹਾਂ। ਜਦੋਂ ਵੀ ਅਸੀਂ ਅਨਟੋਲਡ ਸਟੋਰੀ ਲੈ ਕੇ ਆਉਂਦੇ ਹਾਂ ਤਾਂ ਕਿਸੇ ਨਾ ਕਿਸੇ ਰਾਜਨੀਤਿਕ ਵਿਅਕਤੀ ਦੀ ਗੈਰ ਰਾਜਨੀਤਿਕ ਜ਼ਿੰਦਗੀ ਦਾ ਹਿੱਸਾ ਹੁੰਦਾ ਹੈ। ਉਹਦੇ 'ਚ ਇਹੋ ਜਿਹੇ ਕਿੱਸੇ ਹੁੰਦੇ ਨੇ ਜਿਹੜੇ ਪਹਿਲਾਂ ਸਾਂਝੇ ਨਹੀਂ ਹੋਏ ਹੁੰਦੇ, ਤੇ ਕੁਛ ਕਿਹੋ ਜਿਹਾ ਵੀ ਹੁੰਦਾ ਆਲੋਚਨਾ ਘੱਟ ਹੁੰਦੀ ਹੈ, ਅਸਾਰੂ ਗੱਲਾਂ ਵੱਧ ਹੁੰਦੀਆਂ। ਤੇ ਅੱਜ ਯਤਨ ਕਰ ਰਹੇ ਹਾਂ ਇਹੋ ਜਿਹੀ ਸਾਂਝ ਪਾਉਣ ਦਾ, ਜਾਂ ਫਿਰ ਇਹ ਗੱਲ ਕਿ ਯਤਨ ਨਹੀਂ, ਕੋਸ਼ਿਸ਼ ਸਫਲ ਹੈ। ਸਾਂਝ ਪਾ ਰਹੇ ਹਾਂ ਸਰਦਾਰ ਵਿਰਸਾ ਸਿੰਘ ਬਲਟੋਹਾ ਹੋਰਾਂ ਦੇ ਨਾਲ। ਵਿਰਸਾ ਸਿੰਘ ਬਲਟੋਹਾ ਦਾ ਜੇ ਜ਼ਿਕਰ ਆਵੇ ਤਾਂ ਖਾੜਕੂ ਸਫਾਂ ਦੇ ਵਿੱਚ ਇਹ ਨਾਮ ਕਿਸੇ ਵੇਲੇ ਬਹੁਤ ਚਰਚਿਤ ਰਿਹਾ। ਉਦੋਂ ਪਹਿਲਾਂ ਕਿੱਥੇ ਸੀ, ਉਦੋਂ ਬਾਅਦ 'ਚ ਕਿੱਥੇ ਹੈ, ਸਾਰੇ ਜਾਣਦੇ ਹੋ। ਰਾਜਨੀਤੀ ਦੇ ਵਿੱਚ, ਅਕਾਲੀ ਦਲ ਦੇ ਵਿੱਚ ਇਹਨਾਂ ਦਾ ਇੱਕ ਵੱਡਾ ਮੁਕਾਮ ਹੈ। ਤੇ ਅੱਜ ਪੰਜਾਬ ਦੀ ਰਾਜਨੀਤੀ ਦੇ ਨਾਲ ਨਾਲ ਬੀਤੇ ਵਰਿਆਂ ਦੀਆਂ ਗੱਲਾਂ ਕਰਾਂਗੇ ਸਰਦਾਰ ਵਿਰਸਾ ਸਿੰਘ ਬਲਟੋਹਾ ਹੋਰ। ਬਲਟੋਹਾ ਸਾਹਿਬ, ਸਵਾਗਤ, ਸਤਿ ਸ਼੍ਰੀ ਅਕਾਲ ਜੀ। ਬਹੁਤ ਮਿਹਰਬਾਨੀ ਜੀ, ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਰਸਾ ਇੱਕ ਬੜਾ ਸੋਹਣਾ ਨਾਂ ਹੈ। ਬਾਪੂ ਨੇ ਬੜਾ ਸੋਚ ਕੇ ਰੱਖਿਆ ਸੀ ਕਿ ਮਾਤਾ ਨੇ ਰੱਖਿਆ ਸੀਗਾ। ਵਿਰਸਾ, ਵਿਰਾਸਤ, ਕਈ ਚੀਜ਼ਾਂ ਜੁੜ ਜਾਂਦੀਆਂ ਇਹਦੇ 'ਚ। ਦੇਖੋ, ਇਹ ਨਾਂ ਤਾਂ ਬਜ਼ੁਰਗਾਂ ਨੇ ਰੱਖਿਆ ਹੈ, ਇਹ ਕਿਹਦੀ ਚੋਣ ਹੈ ਇਹਦੇ ਬਾਰੇ ਤੇ ਮੈਨੂੰ ਫਿਰ ਜ਼ਿਆਦਾ ਨਹੀਂ ਪਤਾ।
ਪਰ ਇਹ ਵੀ ਕਈ ਵਾਰ ਬੱਚੇ ਦੇਖਦੇ ਆ ਕਿ ਇਹ ਕੀ ਨਾ ਹੋਇਆ, ਪਰ ਇਸ ਨਾਂ ਦੇ ਵਿੱਚ ਕਿੱਡਾ ਵੱਡਾ ਫਖਰ ਹੈ, ਸਹੀ, ਕਿੱਡਾ ਵੱਡਾ ਅਰਥ ਲੁਕਿਆ ਹੋਇਆ ਹੈ। ਉਸ ਕਰਕੇ ਜਿਹੜਾ ਮਾਣ ਵੀ ਮਹਿਸੂਸ ਹੁੰਦਾ ਹੈ ਕਿ ਬਜ਼ੁਰਗਾਂ ਨੇ, ਪਰਿਵਾਰ ਦੇ ਵੱਡਿਆਂ ਨੇ ਵਿਰਸਾ ਸਿੰਘ ਨਾਂ ਰੱਖਿਆ ਸੀ। ਕਿੰਨਾ ਵਧੀਆ ਲੱਗਦਾ ਨਾ ਜਦੋਂ ਕੋਈ ਕਹਿੰਦਾ ਉਹ ਵਿਰਸਾ ਤੁਰਿਆ ਜਾਂਦਾ ਹੈ, ਤੇ ਉਦੋਂ ਐਂ ਲੱਗਦਾ ਕਿ ਪੂਰੀ ਦੀ ਪੂਰੀ ਵਿਰਾਸਤ ਸਾਡੇ ਨਾਲ ਨਾਲ ਜਾਂਦੀ ਹੈ, ਕੁਰਸੀਨਾਮਾ ਆਪਦੇ ਆਪ ਖੁੱਲਦਾ ਜਾਂਦਾ। ਬਿਲਕੁਲ ਬਿਲਕੁਲ, ਇਹ 'ਚ ਕੋਈ ਡਰਾਮਾ ਨਹੀਂ ਗਿਆ ਕਿ ਇਸ ਨਾਂ ਦੇ ਨਾਲ ਜਦੋਂ ਕੋਈ ਸੰਬੋਧਨ ਕਰਦਾ ਤਾਂ ਪਹਿਲੀ ਤਾਂ ਗੱਲ ਹੈ ਕਿ ਅੱਜ ਕੱਲ੍ਹ ਦੇ ਜ਼ਮਾਨੇ 'ਚ ਮੇਰਾ ਖਿਆਲ ਹੈ ਕਿ ਬਹੁਤ ਘੱਟ ਨਾਂ ਜਿਹੜੇ ਨੇ ਇਹ ਤੁਹਾਨੂੰ ਵਿਰਸਾ ਸਿੰਘ ਨਾਂ ਦੇ ਮਿਲਣਗੇ, ਸਹੀ ਹੈ, ਬਹੁਤ ਘੱਟ। ਤੇ ਪਰ ਇਸ ਨਾਂ ਦੇ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿ ਅਰਥ ਇਹਦੇ ਪਿੱਛੇ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਵਿਰਾਸਤ, ਹੈਰੀਟੇਜ ਜੀ, ਨੂੰ ਜਿਹੜਾ ਇੱਕ ਤਰ੍ਹਾਂ ਦਾ ਇਜ਼ਹਾਰ ਕਰਦਾ ਹੈ, ਇਹ ਉਹ ਸ਼ਬਦ ਹੈ। ਕੁਝ ਲੋਕਾਂ ਦੀ ਪਹਿਚਾਣ ਬਣ ਜਾਂਦੀ ਹੈ। ਬਿਰਸਾ ਸਿੰਘ ਕਿਹਾ ਹੋਵੇ ਤਾਂ ਵੀ ਪਤਾ ਲੱਗਦਾ ਕਿ ਬਲਟੋਹਾ ਸਾਹਿਬ ਦਾ ਜ਼ਿਕਰ ਹੈ, ਜਾਂ ਬਲਟੋਹਾ ਵੀ ਕਹਿ ਦਿਓ ਤਾਂ ਫਿਰ ਉਹ ਤੁਹਾਡੇ ਪਿੰਡ ਦਾ ਜ਼ਿਕਰ ਨਹੀਂ ਹੁੰਦਾ, ਉਹ ਇੱਕ ਸ਼ਖਸੀਅਤ ਦਾ ਜ਼ਿਕਰ ਵੀ ਨਾਲ ਨਾਲ ਹੁੰਦਾ ਹੈ। ਤੇ ਇਹੋ ਜਿਹੇ ਮਕਾਮ ਸਿਰਜਣ ਦੇ ਵਾਸਤੇ ਬੜਾ ਕੁਝ ਕਰਨਾ ਪੈਂਦਾ ਹੈ, ਕੁਝ ਚੰਗਾ ਵੀ ਹੋ ਜਾਂਦਾ, ਕੁਝ ਮਾੜਾ ਵੀ ਹੋ ਜਾਂਦਾ, ਜ਼ਿੰਦਗੀ ਦਾ ਦੌਰ ਹੈ। ਤੇ ਕਿੱਥੋਂ ਫਿਰ ਇਹ ਸਰਗਰਮੀਆਂ ਸ਼ੁਰੂ ਹੋ ਗਈਆਂ ਕਿ ਵਿਰਸਾ ਸਿੰਘ ਹੈ ਜਿਹੜਾ ਇੱਕ ਵਿਰਾਸਤ ਬਣਦਾ ਗਿਆ? ਨਹੀਂ ਦੇਖੋ, ਇਹ ਜ਼ਿੰਦਗੀ ਦਾ ਜਦੋਂ ਤੁਸੀਂ ਸਫ਼ਰ ਸ਼ੁਰੂ ਕਰਦੇ ਜੇ ਨਾ, ਤੇ ਕੀ ਤੇ ਕਹਿੰਦੇ ਨੇ ਕਿ ਮੈਂ ਤਾਂ ਪਹਿਲਾਂ ਮਿਥਿਆ ਸੀਗਾ ਜੀ ਮੈਂ ਆ ਬਣਨਾ, ਹੋਣਗੇ, ਪਰ ਤੁਹਾਨੂੰ ਜ਼ਿੰਦਗੀ ਕਿਸ ਪਾਸੇ ਨੂੰ ਲੈ ਜਾਵੇ ਇਹ ਕੋਈ ਪਤਾ ਨਹੀਂ ਹੁੰਦਾ। ਇਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੱਥ 'ਚ ਹੈ। ਘਰ ਦਾ ਮਾਹੌਲ ਕਿਦਾਂ ਦਾ ਸੀ ਫਿਰ? ਨਹੀਂ, ਘਰ ਦਾ ਮਾਹੌਲ ਸਧਾਰਨ ਕਿਸਾਨ ਪਰਿਵਾਰ, ਜਿੱਥੇ ਸਕੂਲੇ ਪੜ੍ਹਦੇ ਸੀ ਉੱਥੇ ਡੰਗਰ ਵੀ ਚਾਰਦੇ ਸੀਗੇ। ਘਰ ਦਾ ਕੰਮ ਤੁਸੀਂ ਮੱਝਾਂ ਦੇ ਉੱਤੇ ਝੂਟੇ ਵੀ ਲੈਂਦੇ ਹੁੰਦੇ ਸੀ? ਬਿਲਕੁਲ, ਮੱਝਾਂ ਤੇ ਝੂਟੇ ਵੀ ਲਏ ਆ, ਡੰਗਰ ਵੀ ਚਾਰੇ ਆ, ਸੂਇਆਂ 'ਚ ਨਹਾਏ ਵੀ ਆ, ਛੱਪੜਾਂ 'ਚ ਵੀ ਨਹਾਏ ਆ। ਹਾਂਜੀ, ਇਹ ਸਾਰਾ ਕੁਛ ਹੀ ਕੀਤਾ ਹੈ। ਇੱਕ ਆਮ ਸਧਾਰਨ ਕਿਸਾਨ ਪਰਿਵਾਰ ਦੇ ਮੈਂ ਵਿੱਚੋਂ ਹੈ, ਤੇ ਜੋ ਸਧਾਰਨ ਕਿਸਾਨ ਪਰਿਵਾਰ ਦੇ ਬੱਚੇ ਸਾਡੇ ਜ਼ਮਾਨੇ 'ਚ ਕਰਦੇ ਸੀਗੇ ਉਹ ਸਭ ਕੁਛ ਕੀਤਾ ਹੈ। ਤੇ ਪੜ੍ਹਾਈ ਵੀ ਕੀਤੀ ਹੈ, ਭਾਵੇਂ ਕਿ ਘਰ ਦੇ ਵਿੱਚ ਕੋਈ ਨਾ ਤੇ ਬਾਪ ਹੀ ਪੜ੍ਹੇ ਸੀ ਨਾ ਮਾਤਾ ਪੜ੍ਹੀ ਸੀਗੀ। ਬਾਪ ਕੇਵਲ ਪੰਜਾਬੀ ਜਾਣਦੇ ਸੀ, ਉਹ ਵੀ ਗੁਰਦੁਆਰੇ 'ਚ ਜਦੋਂ ਆਪਦੇ ਜ਼ਮਾਨੇ 'ਚ ਪੜ੍ਹ ਕੇ ਉਹਨਾਂ ਨੇ ਸਿੱਖੀ ਸੀਗੀ ਜੀ। ਤੇ ਪਰ ਫਿਰ ਵੀ ਪੜ੍ਹਾਈ ਦੇ ਵਿੱਚ ਥੋੜ੍ਹਾ ਜਿਹਾ ਚਤੰਨ ਸੀਗੇ। ਤੇ ਮੈਨੂੰ ਯਾਦ ਹੈ ਕਿ ਮੈਂ 8ਵੀਂ ਕਲਾਸ 'ਚ ਸਾਡੇ ਵਜ਼ੀਫੇ ਦੇ ਇਮਤਿਹਾਨ ਹੋਏ, ਤੇ ਸਾਡੇ ਤਰਨਤਾਰਨ ਹੋਏ ਸੀਗੇ ਪੂਰੇ ਉਸ ਏਰੀਏ ਦੇ ਜੋਂਦੇ ਹੋਣੇ, ਤੇ ਜਿਹਦੇ ਵਿੱਚ ਕੁਛ ਚੁਣਿੰਦਾ ਸਕੂਲਾਂ ਦੇ ਬੱਚੇ, ਚੁਣਿੰਦਾ ਬੱਚੇ ਜਿਹੜੇ ਆ ਉਹਦੇ 'ਚ ਸ਼ਾਮਲ ਹੋਏ, ਤੇ ਉਹਨਾਂ 'ਚੋਂ ਮੈਂ ਵੀ ਸੀਗਾ। ਤੇ ਮੇਰਾ ਖਿਆਲ ਹੈ ਕਿ ਜਿਹੜੇ 2-4 ਦਾ ਵਜ਼ੀਫਾ ਲੱਗਾ ਸੀ ਤੇ ਮੇਰਾ ਹੀ ਲੱਗਾ ਸੀ। ਕਿੰਨੇ ਪੈਸੇ ਸੀ ਭਾਈ ਉਹ? ਤਾਂ ਮੇਰਾ ਖਿਆਲ ਹੈ ਕਿ ਪਤਾ ਨਹੀਂ ਸਾਲ ਦੇ 60 ਰੁਪਏ ਮਿਲਦੇ ਕਿ ਕਿੰਨੇ ਮਿਲਦੇ ਸੀ। ਵੱਡੀ ਪ੍ਰਾਪਤੀ ਹੋਊਗਾ ਨਾ? ਵੱਡੀ ਪ੍ਰਾਪਤੀ। ਫਿਰ ਜਿਹੜਾ ਹੈ 10ਵੀਂ 'ਚ ਜਦੋਂ ਮੈਟ੍ਰਿਕ ਦੇ ਇਮਤਿਹਾਨ ਦਿੱਤੇ ਤੇ ਮੇਰੀ ਫਸਟ ਕਲਾਸ ਆਈ। ਕਿਹੜਾ ਸਾਲ ਸੀ ਉਹ? 1978। ਤੇ ਉਹਦਾ ਵਜ਼ੀਫਾ ਲੱਗ ਗਿਆ। ਉਦੋਂ ਜਿਹੜਾ ਕੋਈ ਬੱਚਾ ਫਸਟ ਕਲਾਸ ਹਾਸਲ ਕਰਦਾ ਸੀਗਾ ਉਹਨੂੰ ਵਜ਼ੀਫਾ ਮਿਲਦਾ ਸੀਗਾ। ਫਿਰ ਮੈਂ ਹਾਇਰ ਸੈਕੰਡਰੀ ਪਾਸ ਕੀਤੀ, ਉਹ ਵੀ ਫਸਟ ਡਿਵੀਜ਼ਨ ਕੀਤੀ, ਉਹਦਾ ਮੇਰਾ ਵਜ਼ੀਫਾ ਲੱਗ ਗਿਆ। ਸੋ ਮਤਲਬ ਉਤਸ਼ਾਹ ਮਿਲਦਾ ਰਿਹਾ, ਪਰ ਹਾਲਾਤ ਕੁਛ ਇਸ ਤਰ੍ਹਾਂ ਦੇ ਬਣਦੇ ਗਏ ਕਿ ਜਦੋਂ ਮੈਂ ਕਾਲਜ ਆਇਆ, ਮੈਂ ਕਾਲਜ 1980 'ਚ ਆਉਣਾ। ਖਾਲਸਾ ਕਾਲਜ ਆਏ ਤੁਸੀਂ ਉੱਥੇ? ਨਹੀਂ, ਮੈਂ ਸਾਡੇ ਇਲਾਕੇ 'ਚ ਬੀੜ ਸਾਹਿਬ ਗੁਰਦੁਆਰਾ, ਮੇਰੇ ਖਿਆਲ ਬਾਬਾ ਬੁੱਢਾ ਜੀ ਦਾ ਸੁਣਿਆ ਹੋਣਾ, ਉੱਥੇ 1969 ਤੋਂ ਕਾਲਜ ਚੱਲਦਾ ਹੈ। ਤੇ ਉਸ ਕਾਲਜ ਦੇ ਵਿੱਚ ਮੈਂ ਐਡਮਿਸ਼ਨ ਲਈ ਸੀਗੀ, ਸਾਨੂੰ ਕਿਉਂਕਿ ਨੇੜੇ ਪੈਂਦਾ ਸੀਗਾ। ਤੇ ਉੱਥੇ ਫਿਰ ਕਿਉਂਕਿ ਮੈਂ 1978 'ਚ ਜਦੋਂ ਮੈਟ੍ਰਿਕ 'ਚ ਪੜ੍ਹਦਾ ਸੀਗਾ, ਕਿਉਂਕਿ ਸਾਡਾ ਪਰਿਵਾਰ ਦਮਦਮੀ ਟਕਸਾਲ ਨਾਲ ਸਾਂਝ ਰੱਖਣ ਵਾਲਾ ਸੀ ਜੀ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਹੜੇ ਆ ਸਾਡੇ ਇਲਾਕੇ ਦੇ ਹੋਏ ਨੇ, ਬਲਟੋਹਾ ਤੇ ਭੂਰਾ ਕੋਨਾ ਉਹਨਾਂ ਦਾ ਨਗਰ ਜਿਹੜਾ ਆ ਨਾਲ ਹੀ ਹੈ। ਤੇ ਮੇਰਾ ਜਨਮ 63 ਦਾ ਹੈ, ਤੇ ਮੈਂ ਉਹਨਾਂ ਕੋਲੋਂ ਹੀ 1975 ਦੇ ਵਿੱਚ ਅੰਮ੍ਰਿਤਪਾਨ ਕੀਤਾ ਸੀਗਾ। ਫਿਰ ਉਹ ਚੜ੍ਹਾਈ ਕਰ ਗਏ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦਮਦਮੀ ਟਕਸਾਲ ਦੇ ਮੁਖੀ ਬਣ ਗਏ, ਤੇ ਭਾਈ ਅਮਰੀਕ ਸਿੰਘ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਬਣ ਗਏ। ਤੇ ਮੈਂ ਫਿਰ 1978 ਤੋਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਸਕੂਲ ਤੋਂ ਜੁੜ ਗਿਆ ਸੀ। ਅੱਛਾ। ਫਿਰ ਜਦੋਂ ਮੈਂ ਕਾਲਜ ਆ ਗਿਆ, ਕਾਲਜ ਯੂਨਿਟ ਦਾ ਮੈਨੂੰ ਪ੍ਰਧਾਨ ਬਣਾ ਦਿੱਤਾ ਗਿਆ।
1982 ਦੇ ਵਿੱਚ ਧਰਮ ਯੁੱਧ ਮੋਰਚਾ ਸ਼ੁਰੂ ਹੋ ਗਿਆ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਮੋਰਚਾ ਸ਼ੁਰੂ ਕਰਤਾ ਔਰ ਫਿਰ ਅਕਾਲੀ ਦਲ ਤੇ ਬਾਬਾ ਜਰਨੈਲ ਸਿੰਘ ਹੋਰਾਂ ਨੇ ਸਾਂਝੇ ਰੂਪ 'ਚ ਧਰਮ ਯੁੱਧ ਮੋਰਚਾ ਸ਼ੁਰੂ ਕਰਤਾ, ਜਿਹੜਾ ਜੀ ਆਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ ਸੀ, ਪੰਜਾਬ ਦੇ ਹੱਕਾਂ ਨੂੰ ਲੈ ਕੇ ਸੀਗਾ। ਉਹਦੇ 'ਚ ਸ਼ਮੂਲੀਅਤ ਕੀਤੀ, ਉਹਦੇ 'ਚ ਆਪਦੀ ਪਾਰਟਿਸਪੇਸ਼ਨ ਕੀਤੀ, ਉਹਦੇ 'ਚ ਜੋ ਆਪਦਾ ਰੋਲ ਅਦਾ ਕਰ ਸਕਦੇ ਸੀ ਉਹ ਕੀਤਾ। ਤੇ ਡਿਗਰੀ ਮੇਰੀ ਪੂਰੀ ਨਹੀਂ ਸੀ ਹੋਈ ਉਸ ਸਮੇਂ ਤੱਕ, ਅੱਧ ਵਿਚਾਲੇ ਸੀ ਇੱਕ ਤਰ੍ਹਾਂ ਦੀ। ਤੇ ਇੱਕ ਦਿੱਲੀ 'ਚ ਬੰਬ ਬਲਾਸਟ ਹੁੰਦਾ ਆ ਪਾਲਕਾ ਬਾਜ਼ਾਰ 'ਚ, ਓਕੇ। ਤੇ ਉਹਦੇ 'ਚ ਮੈਨੂੰ ਨਾਮਜ਼ਦ ਕਰ ਦਿੱਤਾ ਜਾਂਦਾ। ਉਦੋਂ ਤੁਸੀਂ ਐਕਟਿਵ ਸੀਗੇ? ਹਾਂ, ਮੈਂ ਉਦੋਂ ਐਕਟਿਵ ਸੀ, ਫੈਡਰੇਸ਼ਨ ਸੀਗਾ ਮੈਂ, ਔਰ ਫੈਡਰੇਸ਼ਨ ਦੀਆਂ ਜਿਹੜੀਆਂ ਹੈੱਡਕੁਆਟਰ 'ਤੇ ਐਕਟੀਵਿਟੀ ਚੱਲਦੀਆਂ ਸੀਗੀਆਂ, ਕਿਉਂਕਿ ਹੈੱਡਕੁਆਟਰ ਸਾਡਾ ਅੰਮ੍ਰਿਤਸਰ ਹੀ ਸੀਗਾ। ਤੇ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ, ਬਾਬਾ ਜਰਨੈਲ ਹੋਰੀ ਅਗਵਾਈ ਕਰ ਰਹੇ ਸੀ, ਭਾਈ ਅਮਰੀਕ ਸਿੰਘ ਹੋਰੀ ਉਦੋਂ ਜੇਲ੍ਹ 'ਚ ਸੀਗੇ, ਭਾਈ ਹਰਮਿੰਦਰ ਸਿੰਘ ਸੰਧੂ ਕਰਤਾ ਧਰਤਾ ਸੀਗੇ ਫੈਡਰੇਸ਼ਨ ਦੇ ਭਾਈ ਅਮਰੀਕ ਸਿੰਘ ਤੋਂ ਬਾਅਦ। ਤੇ ਉਹਦੇ ਨਾਮਜ਼ਦ ਕਰਕੇ ਫਿਰ ਜਿਹੜਾ ਸਾਰਾ ਹੀ ਦਾਰੋਮਦਾਰ ਮੇਰਾ ਸ਼੍ਰੀ ਹਰਿਮੰਦਰ ਸਾਹਿਬ ਦੀ ਹਦੂਦ ਤੱਕ ਸੀਮਿਤ ਹੋ ਗਿਆ। ਔਰ ਇਸ ਤੋਂ ਪਹਿਲਾਂ ਵੀ ਜਦੋਂ ਏਸ਼ੀਅਡ ਗੇਮਾਂ ਸੀਗੀਆਂ ਉਹਨਾਂ ਦੇ ਵਿੱਚ ਵੀ ਬੜੇ ਵੱਡੇ ਪੱਧਰ 'ਤੇ ਜਿਹੜੀ ਸਰਗਰਮੀ ਨਾਲ ਹਿੱਸਾ ਲਿਆ। ਉੱਥੇ ਐਸੋਸੀਏਸ਼ਨ ਫੈਡਰੇਸ਼ਨ ਦੇ ਜਿਹੜੇ ਕਾਰਕੁਨ ਸੀਗੇ, ਵਰਕਰ ਸੀਗੇ, ਜੋ ਵਿਦਿਆਰਥੀ ਸੀਗੇ, ਉਹ 82 ਸੀ ਉਹ ਨਾ? 82 ਦੀ ਗੱਲ, ਮੈਂ ਉਸ ਤੋਂ ਪਹਿਲਾਂ ਦੀ ਗੱਲ ਕਰ ਰਿਹਾ ਸੀ ਕਿ ਉਹਨਾਂ ਦੀ ਉੱਥੇ ਜੋ ਵਿਰੋਧ ਕਰ ਸਕਦੇ ਸੀਗੇ ਉਹ ਉਹਨਾਂ ਰਾਹੀਂ ਵਿਰੋਧ ਕਰਵਾਇਆ ਜਾ ਸਕਦਾ ਸੀਗਾ, ਉਹਨਾਂ ਦੀ ਮੈਂ ਅਗਵਾਈ ਕੀਤੀ ਸੀ, ਲੈ ਕੇ ਗਿਆ ਸੀਗਾ। ਔਰ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ ਹਾਕੀ ਦਾ ਮੈਚ ਸੀਗਾ ਜੀ। ਤੇ ਭਾਵੇਂ ਅਸੀਂ ਵਿਰੋਧ ਦੇ ਵਿੱਚ ਖੜੋਤੇ ਸੀ ਭਾਰਤ ਸਰਕਾਰ ਦੇ, ਪਰ ਮੈਚ ਦੇ ਗਰਾਊਂਡ ਦੇ ਵਿੱਚ ਸਾਡੀ ਸਭ ਦੀ ਇੱਛਾ ਸੀਗਾ ਕਿ ਭਾਰਤ ਜਿੱਤੇ। ਦੇਖੋ ਇਹ ਇੱਛਾ ਸ਼ਕਤੀ ਹੁੰਦੀ ਹੈ। ਇੱਛਾ ਸੀਗੀ ਉਦੋਂ, ਮੇਰੇ ਖਿਆਲ ਪ੍ਰਗਟ ਸਿੰਘ ਹੋਰੀ ਸ਼ਾਇਦ ਕਪਤਾਨ ਸੀਗੇ, ਇਹ ਵੀ ਇੱਛਾ ਸੀਗੀ। ਪਰ ਇਹਦੇ ਬਾਵਜੂਦ ਵੀ ਕਿਉਂਕਿ ਮੈਂ ਅਗਵਾਈ ਕਰ ਰਿਹਾ ਸੀਗਾ ਤੇ ਡਿਊਟੀਆਂ ਵੰਡੀਆਂ ਹੋਈਆਂ ਸੀ। ਇੱਕ ਨੌਜਵਾਨ ਸਾਡਾ ਉਹ ਬਾਅਦ 'ਚ ਸ਼ਹੀਦ ਹੋ ਗਿਆ ਤੇ ਉਹ ਨੌਜਵਾਨ ਜੰਗਲੇ ਟੱਪਦਾ ਹੋਇਆ, ਜਿਹੜੇ ਸਟੇਡੀਅਮ ਵਾਲਾ ਜੰਗਲਾ ਸੀ ਉਹ, ਫਿਰ ਉਸ ਤੋਂ ਅੱਗੇ ਜਾ ਕੇ ਗਰਾਊਂਡ ਦੇ ਵਿੱਚ ਵੀ ਐਂਟਰ ਹੋਇਆ। ਉਹਨੇ ਡਿਸਟਰਬ ਵੀ ਕੀਤਾ ਮੈਚ ਸਾਰਾ ਜਿਹੜਾ ਆ, ਉਹਨੂੰ ਉੱਥੋਂ ਗ੍ਰਿਫਤਾਰ ਵੀ ਕੀਤਾ ਗਿਆ। ਹੋਰ ਵੀ ਸਾਡੇ ਉੱਥੋਂ ਨੌਜਵਾਨ ਜਿਹੜੇ ਗ੍ਰਿਫਤਾਰ ਹੋਏ। ਔਰ ਉੱਥੇ ਸਾਹਿਬ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਏਸ਼ੀਅਡ ਗੇਮਾਂ ਦੇ ਵਿੱਚ ਬੜੇ ਵੱਡੇ ਜਥੇ ਦੇ ਨਾਲ ਗ੍ਰਿਫਤਾਰੀ ਦਿੱਤੀ ਸੀ, ਬਹੁਤ ਵੱਡੇ ਜਥੇ ਦੇ ਨਾਲ। ਤੇ ਸਾਨੂੰ ਵੀ ਹਦਾਇਤ ਹੋਈ ਕਿ ਤੁਸੀਂ ਵੀ ਜਿਹੜੀ ਫੈਡਰੇਸ਼ਨ ਹੈੱਡਕੁਆਟਰ ਵੱਲੋਂ ਕਿ ਇਹਦੇ 'ਚ ਗ੍ਰਿਫਤਾਰੀ ਦੇਣੀ ਹੈ, ਨਾਲ ਸ਼ਾਮਲ ਹੋਣਾ। ਫਿਰ ਅਸੀਂ ਉਸ ਜਥੇ 'ਚ ਗ੍ਰਿਫਤਾਰੀ ਵੀ ਦਿੱਤੀ ਸੀ। ਫਿਰ ਜਦੋਂ ਮੈਨੂੰ ਉਸ ਕੇਸ ਦੇ ਵਿੱਚ ਨਾਮਜ਼ਦ ਕਰ ਦਿੱਤਾ ਗਿਆ ਤੇ ਫਿਰ ਮੇਰੀਆਂ ਜਿਹੜੀਆਂ ਸਰਗਰਮੀਆਂ ਸਾਰੀਆਂ ਦੇ ਸਾਰੀਆਂ ਸ਼੍ਰੀ ਹਰਿਮੰਦਰ ਸਾਹਿਬ ਦੇ ਹਦੂਦ ਦੇ ਅੰਦਰ ਤੱਕ ਸੀਮਿਤ ਹੋ ਗਈਆਂ। ਤੇ ਫਿਰ ਜੋ ਕੁਛ ਕਰ ਸਕਦੇ ਸੀ, ਜੋ ਡਿਊਟੀ ਮਿਲਦੀ ਰਹੀ ਹੈ, ਉਹਨੂੰ ਨਿਭਾਉਂਦੇ ਰਹੇ, ਕਿਉਂਕਿ ਇੱਕ ਜਜ਼ਬੇ ਨੂੰ ਲੈ ਕੇ ਚੱਲੇ ਸੀਗੇ। ਇੱਕ ਇਹ ਮਹਿਸੂਸ ਕਰਕੇ ਕਿ ਸਾਡੇ ਪੰਜਾਬ ਦੇ ਨਾਲ, ਸਾਡੀ ਕੌਮ ਦੇ ਨਾਲ, ਸਾਡੇ ਲੋਕਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਗਏ ਸੀਗੇ ਆਜ਼ਾਦੀ ਦੇ ਸਮੇਂ, ਉਹ ਮੌਜੂਦਾ ਹਾਕਮਾਂ ਨੇ ਧੋਖਾ ਕੀਤਾ ਹੈ, ਸਾਡੇ ਨਾਲ ਦਗਾ ਕੀਤਾ ਹੈ। ਸਾਡਾ ਜੋ ਕੁਛ ਸੀ ਉਹ ਖੋਹ ਕੇ ਲੈ ਗਏ ਨੇ। ਸਾਨੂੰ ਦੇਣ ਦੀ ਬਜਾਏ ਸਾਨੂੰ ਦਬਾਇਆ ਜਾ ਰਿਹਾ ਹੈ, ਡਰਾਇਆ ਜਾ ਰਿਹਾ ਹੈ, ਧਮਕਾਇਆ ਜਾ ਰਿਹਾ ਹੈ, ਸਾਡਾ ਖੋਹਿਆ ਜਾ ਰਿਹਾ ਹੈ। ਤੇ ਇੱਕ ਜਜ਼ਬਾਤੀ ਸਿੱਖ ਨੌਜਵਾਨ ਹੋਣ ਦੇ ਨਾਤੇ ਫਿਰ ਜਿਹੜਾ ਆ ਆਪਣੇ ਆਪ ਨੂੰ ਕੌਮ ਨੂੰ ਸਮਰਪਿਤ ਕਰ ਦਿੱਤਾ। ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਕਿਹੜੇ ਟਾਈਮ ਮਿਲੇ ਤੁਸੀਂ ਫਸਟ ਟਾਈਮ? ਨਹੀਂ, ਫਸਟ ਟਾਈਮ ਤਾਂ ਮੈਂ ਜਦੋਂ ਸੰਤ ਕਰਤਾਰ ਸਿੰਘ ਹੋਰੀ ਚੜ੍ਹਾਈ ਕਰ ਜਾਂਦੇ ਆ ਤੇ ਉਹਨਾਂ ਦਾ ਅੰਤਮ ਸੰਸਕਾਰ ਸੀਗਾ, ਤੇ ਅਸੀਂ ਭਾਵੇਂ ਬੱਚੇ ਸੀਗੇ ਤੇ ਉੱਥੇ ਜਥੇ ਦੇ ਸਿੰਘ ਸੀ ਜਿਹੜੇ ਪੁਰਾਣੇ, ਜਿਨ੍ਹਾਂ ਨਾਲ ਸਾਡੀ ਸਾਂਝ ਸੀ, ਉਹ ਜ਼ਿਕਰ ਕਰਦੇ ਸੀ ਵੀ ਹੁਣ ਕੌਣ ਆਊ। ਤੇ ਜਿਹੜੇ ਜਥੇ ਦੇ ਵਿੱਚੋਂ ਜਥੇ ਦੀ ਸਾਰੀ ਜਾਣਦੇ ਸੀ, ਤੇ ਉਹਨਾਂ ਨੇ ਜਦੋਂ ਜ਼ਿਕਰ ਕੀਤਾ ਨਾ, ਸੰਸਕਾਰ ਹੋ ਰਿਹਾ ਸੀਗਾ, ਚਿਖਾ ਜਲ ਰਹੀ ਸੀਗੀ, ਅਸੀਂ ਉੱਥੇ ਲਾਗੇ ਖੜੋਤੇ ਸੀ, ਭਾਵੇਂ ਬੱਚੇ ਸੀਗੇ, ਤੇ ਸੰਤ ਜਰਨੈਲ ਹੋਰੀ ਵੀ ਲਾਗੇ ਖੜੋਤੇ ਸੀ। ਇੱਕ ਸਿੰਘ ਕਹਿੰਦਾ ਹੁਣ ਭਾਈ ਜਰਨੈਲ ਸਿੰਘ ਬਣੋ, ਉਦੋਂ ਭਾਈ ਕਹਿੰਦੇ ਸੀ ਕਿ ਭਾਈ ਜਰਨੈਲ ਸਿੰਘ ਹੁਣ ਜਿਹੜਾ ਆ ਇਹ ਜਥੇਦਾਰ ਬਣ ਗਏ। ਤੇ ਜਦੋਂ ਮੈਂ ਇਹਨਾਂ ਦਾ ਰੰਗ ਢੰਗ ਜਿਹਾ ਦੇਖਿਆ ਤੇ ਮੈਂ ਆਖਿਆ ਵੀ ਯਾਰ ਕਿਸ ਤਰ੍ਹਾਂ ਦਾ ਇਹਨਾਂ ਦਾ ਰੰਗ ਜਿਹਾ, ਕਿਸ ਤਰ੍ਹਾਂ ਦੇ ਹੈਗੇ ਆ, ਕਿੱਥੇ ਸੰਤ ਕਰਤਾਰ ਹੋਰੀ ਸੀ, ਕਿੱਥੇ ਉਹਨਾਂ ਦਾ ਜਲਵਾ ਸੀ, ਉਹਨਾਂ ਦੇ ਤਾਂ ਨੂਰ ਹੀ ਬੜਾ ਸੀ, ਸੋਹਣੇ ਬੜੇ ਸੀਗੇ ਤੇ ਬੜੀ ਪਰਸਨੈਲਿਟੀ ਸੀਗੀ, ਕੀ ਬਣੂਗਾ।
ਮਨ ਨੂੰ ਮੈਂ ਕਹਦਾ ਜਦੋਂ ਮੈਂ ਪਹਿਲੇ ਵਾਰ ਦੇਖਿਆ ਤਾਂ ਮੇਰੇ ਮਨ ਨੂੰ ਧੱਕਾ ਜਿਹਾ ਲੱਗਾ ਵੀ ਇਹ ਕੀ ਬਣੂਗਾ ਹੈ। ਕਿੱਦਾਂ ਦੀ ਦਿੱਖ ਸੀ ਉਦੋਂ ਫਿਰ? ਦੇਖ ਸਧਾਰਨ ਦੇਖ ਜਿਵੇਂ ਆਮ ਇੱਕ ਸੇਵਾਦਾਰ ਸਿੱਖ ਹੁੰਦਾ ਆ, ਹਾਂਜੀ, ਤੇ ਰੰਗ ਕਿਉਂਕਿ ਸੰਤਾਂ ਦਾ ਪੱਕਾ ਸੀਗਾ, ਹਾਂਜੀ, ਕੁਛ ਕਿਉਂਕਿ ਸੰਤਾਂ ਵੱਡਿਆਂ ਦੇ ਨਾਲ ਕਰਤਾਰ ਸਿੰਘ ਉਹਨਾਂ ਦਾ ਪਿਆਰ ਹੀ ਇੰਨਾ ਕੁ ਜ਼ਿਆਦਾ ਸੀਗਾ, ਤੇ ਉਹਨਾਂ ਦੇ ਸਰੀਰ ਦੇ ਸਮੇਂ ਉਹ ਅਸਰ ਵੀ ਸੀਗਾ, ਨਜ਼ਰ ਆ ਰਿਹਾ ਸੀਗਾ ਉਹ ਸਾਰਾ ਕੁਝ। ਜਿਹੜੀ ਜਦੋਂ ਮੈਂ ਉਹਨਾਂ ਨੂੰ ਪਹਿਲੀ ਅੱਖੇ ਦੇਖਿਆ ਨਾ ਤੇ ਮੈਨੂੰ ਬੜਾ ਹੋਰ ਤਰ੍ਹਾਂ ਲੱਗਾ। ਤੇ ਸੰਤ ਕਰਤਾਰ ਸਿੰਘ ਹੋਰਾਂ ਦੀ ਕਥਾ ਦੇ ਵਿੱਚ, ਉਹਨਾਂ ਦੇ ਪ੍ਰਚਾਰ ਦੇ ਵਿੱਚ, ਉਹਨਾਂ ਦੇ ਬੋਲਣ ਦੇ ਵਿੱਚ ਇੰਨੀ ਖਿੱਚ ਸੀ, ਇੰਨਾ ਰਸ ਸੀ ਕਿ ਜਿਵੇਂ ਆਪ ਮੁਹਾਰੇ ਬੰਦਾ ਖਿੱਚਿਆ ਜਾਂਦਾ। ਅਜੇ ਕਿ ਸਾਨੂੰ ਉਦੋਂ ਅਜੇ ਕੀ 12-13 ਸਾਲ ਦੀ ਏਜ ਹੁੰਦੀ ਹੈ ਤੇ ਬੰਦੇ ਨੂੰ, ਜਿਹੜਾ ਬੱਚੇ ਨੂੰ ਗਿਆਨ ਦਾ ਪਤਾ ਹੀ ਨਹੀਂ ਹੁੰਦਾ, ਪਰ ਉਹ ਅਸਰ ਕਰਦਾ ਸੀ ਸਾਡੇ ਵਰਗਿਆਂ ਤੇ ਵੀ। ਤੇ ਜਦੋਂ ਫਿਰ ਦੁਸਹਿਰੇ ਵਾਲੇ ਦਿਨ ਜਦੋਂ ਇਹਨਾਂ ਨੂੰ ਦਸਤਾਰ ਵੱਜਦੀ ਹੈ ਤੇ ਇਹ ਸਪੀਚ ਦਿੰਦੇ ਨੇ, ਭਾਵੇਂ ਕਿ ਸਪੀਚ ਦੇ ਵਿੱਚ ਬੜਾ ਇਹਨਾਂ ਦਾ ਜੋਸ਼ੀਲਾ ਸੀਗਾ, ਬੜੀ ਪਕੜ ਦੇ ਨਾਲ ਗੱਲ ਕੀਤੀ, ਪਰ ਆਵਾਜ਼ ਬੜੀ ਭਾਰੀ ਜੀ ਸੀਗੀ, ਔਰਤਾਂ ਦੀ ਸੀਗੀ। ਉਹਨੇ ਮੈਨੂੰ ਧੱਕਾ ਜਿਹਾ ਲਾਇਆ, ਮੈਂ ਕਿਹਾ ਯਾਰ ਕੀ ਬਣ ਗਿਆ ਯਾਰ, ਕਿੱਧਰ ਨੂੰ ਜਾਊ ਗੱਲ। ਇਹ ਆ ਮੇਰੇ, ਜਦੋਂ ਮੈਂ ਇਹਨਾਂ ਨੂੰ ਪਹਿਲੀ ਅੱਖੇ ਦੇਖਿਆ ਸੀਗੇ ਜਿਹੜੇ ਸ਼ੁਰੂ ਦੇ। ਫਿਰ ਜਿਹੜੀ ਉਹਨਾਂ ਨਾਲ ਨੇੜੇ ਦੀ ਸਾਂਝ ਪੈਂਦੀ ਹੈ, ਕਿਉਂਕਿ ਜਾਣਾ, ਜੇ ਦਮਦਮੀ ਟਕਸਾਲ ਦਾ ਕੋਈ ਸਮਾਗਮ ਹੈ, ਮਹਿਤੇ ਜਾਣਾ ਜਾਂ ਕਿਤੇ ਉਹਨਾਂ ਨੇ ਸਾਡੇ ਇਲਾਕੇ 'ਚ ਆਉਣਾ ਤੇ ਦਰਸ਼ਨ ਕਰਨੇ, ਉਹ ਦਰਸ਼ਨਾਂ ਤੱਕ ਸੀਮਿਤ ਸੀਗੇ। ਅਸੀਂ ਤਾਂ ਉਹਨਾਂ ਨੂੰ ਦਮਦਮੀ ਟਕਸਾਲ ਦੇ ਜਥੇਦਾਰ ਦੇ ਤੌਰ ਤੇ ਜਾਣਦੇ ਸੀਗੇ, ਉਹ ਮੈਨੂੰ ਨਹੀਂ ਸੀ ਜਾਣਦੇ। ਫਿਰ ਜਦੋਂ ਮੈਂ ਜਦੋਂ ਮੋਰਚਾ ਸ਼ੁਰੂ ਹੋਇਆ, ਸਰਗਰਮੀਆਂ ਸ਼ੁਰੂ ਹੋਈਆਂ, ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਮੁੰਡਾ ਜਿਹੜਾ ਆ ਵੀ ਇਹਦੇ 'ਚ ਕਾਬਲੀਅਤ ਲਾ ਲਓ, ਜਾਂ ਸਾਡੇ ਵਰਗਿਆਂ ਦੇ ਜਿਹੜੇ ਕੁਛ ਉਹਨਾਂ ਨੇ ਦੇਖਿਆ ਤੇ ਉਹਨਾਂ ਨੇ ਹਿੱਕ ਨਾ ਲਾਇਆ, ਉਹਨਾਂ ਨੇ ਥਾਪੜਾ ਦਿੱਤਾ। ਤੇ ਫਿਰ ਇੰਨਾ ਕੁ ਜ਼ਿਆਦਾ ਪਿਆਰ ਪੈ ਗਿਆ ਮੇਰਾ ਖਿਆਲ ਕਿ ਉਹ ਇਹਨਾਂ ਆਪਦੇ ਸ਼ਾਇਦ ਬੱਚਿਆਂ ਨੂੰ ਨਾ ਕਰਦੇ ਹੋਣ ਜਿੰਨਾ ਉਹ ਮੇਰੇ ਵਰਗਿਆਂ ਨੂੰ ਕਰਦੇ ਸੀਗੇ। ਸੰਤਾਂ ਦੀ ਸ਼ਖਸੀਅਤ ਦੀਆਂ ਖਾਸ ਗੱਲਾਂ ਕੀ ਸੀ ਕਿ ਵਿਰੋਧੀਆਂ 'ਚ ਵੀ ਕਿਤੇ ਨਾ ਕਿਤੇ ਉਹਨਾਂ ਦੀ ਸਿਫਤ ਹੁੰਦੀ ਹੈ? ਦੇਖੋ, ਸੰਤਾਂ ਦੇ ਵਿੱਚ ਸਭ ਤੋਂ ਵੱਡੀ ਤੇ ਗੱਲ ਹੈ ਕਿ ਉਹਨਾਂ ਨੂੰ ਕੋਈ ਸਵਾਲ ਕਰ ਲਓ ਉਹਦਾ ਜਵਾਬ ਸੀਗਾ, ਤੇ ਬੜਾ ਲੌਜਿਕ ਦੇ ਨਾਲ ਜਵਾਬ ਸੀਗਾ। ਜੇ ਉਹ ਗੱਲ ਕਰਦੇ ਸੀਗੇ ਤੇ ਦਲੀਲ ਦੇ ਆਧਾਰ ਤੇ ਗੱਲ ਕਰਦੇ ਸੀਗੇ, ਗੁਰਬਾਣੀ ਦੇ ਆਧਾਰ ਤੇ ਗੱਲ ਕਰਦੇ ਸੀ, ਤੱਥਾਂ ਦੇ ਆਧਾਰ ਤੇ ਗੱਲ ਕਰਦੇ ਸੀਗੇ। ਔਰ ਵੱਡੇ ਤੋਂ ਵੱਡੇ ਉੱਥੇ ਉਹਨਾਂ ਕੋਲੇ ਆਉਂਦੇ ਦੇਖੇ ਆ ਜਿਨ੍ਹਾਂ ਦੇ ਵਿੱਚ ਇਹ ਹੋਵੇ ਕਿ ਇੱਕ ਸਾਧ ਦੇ ਕੋਲੇ ਜਾਣਾ, ਯਾਰ ਸਾਧ ਨੂੰ ਕਿਹੜੀ ਗੱਲ ਐ, ਘੁਮਾ ਹੀ ਲੈਣਾ। ਮੈਂ ਉਹ ਉੱਥੇ ਘੁੰਮਦੇ ਵੇਖੇ, ਉੱਥੇ ਪੈਰੀਂ ਪੈਂਦੇ ਵੇਖੇ, ਉੱਥੇ ਨਿਉਂਦੇ ਵੇਖੇ ਆ। ਤੇ ਸੰਤਾਂ ਦੀ ਸੋਚ, ਸੰਤਾਂ ਦੀ ਦ੍ਰਿੜਤਾ, ਸੰਤਾਂ ਦਾ ਗਿਆਨ, ਸੰਤਾਂ ਦੀ, ਭਾਵੇਂ ਕੋਈ ਪੜ੍ਹੇ ਲਿਖੇ ਨਹੀਂ ਸੀ, ਇਹੀ ਤਾਂ ਸਵਾਲ ਹੈ, ਤੇ ਉਹਨਾਂ ਦਾ ਇੰਟੈਲੀਜੈਂਸ ਜਿਹੜਾ ਸੀਗਾ ਉਹਦੇ ਅੱਗੇ ਝੁਕਦੇ ਦੇਖੇ। ਔਰ ਜਿਹੜਾ ਇੱਕ ਪ੍ਰਚਾਰ ਕੀਤਾ ਜਾਂਦਾ ਨਾ ਕਿ ਜੀ ਉਹ ਮਤਲਬ ਉਹਨਾਂ ਦੇ ਵਿੱਚ ਉਹ ਕਿਸੇ ਧਰਮ ਦੇ ਵਿਰੋਧੀ ਸੀਗੇ, ਹਾਂਜੀ, ਉਹ ਕੇਵਲ ਸਿੱਖਾਂ ਦੀ ਗੱਲ ਕਰਦੇ ਸੀਗੇ, ਇਹੋ ਜਿਹੇ ਨਹੀਂ ਸੀ। ਉਹ ਕਹਿੰਦੇ ਸੀਗੇ ਸਿੱਖਿਆ ਤੇ ਰਹਿਤ ਦਾ ਧਾਰਨੀ ਹੋਵੇ ਤੇ ਅੰਮ੍ਰਿਤਧਾਰੀ ਹੋਵੇ, ਗੁਰੂ ਨੂੰ ਮੰਨੇ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮੰਨੇ, ਧੀਆਂ ਭੈਣਾਂ ਦੀ ਇੱਜ਼ਤ ਕਰੇ। ਤੇ ਜੇ ਕਹਿੰਦੇ ਜੀ ਹਿੰਦੂ ਆ ਤੇ ਉਹ ਜਨੇਊ ਦਾ ਧਾਰਨੀ ਹੋਵੇ ਤੇ ਤਿਲਕ ਧਾਰੀ ਹੋਵੇ ਤੇ ਸ਼ਿਵਲਿੰਗ ਦੀ ਚਰਨਾਮਤ ਲੈਂਦਾ ਹੋਵੇ। ਉਹ ਬੜਾ ਕੁਝ ਗਿਣਦੇ ਹੁੰਦੇ ਸੀ ਕਿ ਹਿੰਦੂ ਦਾ ਫਰਜ਼ ਕੀ ਹੈ ਧਰਮ ਪ੍ਰਤੀ, ਉਹ ਸਾਡਾ ਭਰਾ ਹੈ। ਮੁਸਲਮਾਨ ਆ, 5 ਵਕਤਾਂ ਦਾ ਨਮਾਜ਼ੀ ਹੋਵੇ ਤੇ ਮਸਜਿਦ ਦੇ ਵਿੱਚ ਅੱਲਾਹ ਪਾਕ ਨੂੰ ਮੰਨਣ ਵਾਲਾ ਹੋਵੇ, ਉਹ ਸਾਡਾ ਭਰਾ ਹੈ। ਇੱਥੋਂ ਤੱਕ ਹੈ ਸੁਖਨੈਬ ਜੀ ਕਿ ਬਾਬਾ ਥਾਰਾ ਸਿੰਘ ਜੀ ਤੇ ਭਾਈ ਅਮਰੀਕ ਸਿੰਘ, ਜਿਨ੍ਹਾਂ ਨੂੰ 19 ਜੁਲਾਈ 1982 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਦਰਬਾਰਾ ਸਿੰਘ ਦੀ ਸਰਕਾਰ ਵੱਲੋਂ, ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਬਿਮਾਰੀ ਦੀ ਹਾਲਤ 'ਚ, ਜਦੋਂ ਕੋਈ ਡਾਕਟਰਾਂ ਨੇ ਉਹਨਾਂ ਨੂੰ ਮਨਾ ਕੀਤਾ ਸੀਗਾ ਕਿ ਤੁਸੀਂ ਬਿਸਤਰੇ ਤੋਂ ਵੀ ਨਹੀਂ ਉੱਠਣਾ, ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਬਾਬਾ ਥਾਰਾ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ, ਭਾਈ ਅਮਰੀਕ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ, ਤੇ ਉਸੇ ਦਿਨ ਹੀ ਆਣ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੋਰਚਾ ਸ਼ੁਰੂ ਕਰਤਾ ਸੀ 51 ਸਿੰਘਾਂ ਦੀ ਗ੍ਰਿਫਤਾਰੀ ਦਾ। ਤੇ ਬਾਬਾ ਥਾਰਾ ਸਿੰਘ ਜੀ ਤੇ ਭਾਈ ਅਮਰੀਕ ਸਿੰਘ ਗੁਰਦਾਸਪੁਰ ਜੇਲ੍ਹ ਦੇ ਅੰਦਰ ਸੀਗੇ ਜੀ। ਉੱਥੇ ਕੀ ਹੁੰਦਾ ਹੈ ਕਿ ਗੁਰਦੁਆਰਾ ਦਸੀ ਪਰ ਇਵੇਂ ਛੋਟਾ ਜਿਹਾ ਕੋਈ ਕਮਰਾ ਜਿਹਾ ਉੱਥੇ ਪ੍ਰਕਾਸ਼ ਹੋਣਾ, ਤੇ ਗੁਰਦੁਆਰੇ ਦਾ ਰੂਪ ਉਹਨੂੰ ਦਿੱਤਾ ਗਿਆ ਸੀ,
ਤੇ ਸਾਰਿਆਂ ਨੇ ਉੱਥੇ ਜਾ ਕੇ ਨਤਮਸਤਕ ਹੋਣਾ। ਜੀ। ਤੇ ਬਾਬੇ ਥਾਰਾ ਹੋਰਾਂ ਤੇ ਭਾਈ ਅਮਰੀਕ ਸਿੰਘ ਹੋਰਾਂ ਨੇ ਨਾ ਬੜਾ ਸੋਹਣਾ ਗੁਰਦੁਆਰਾ ਤਮੀਰ ਕਰਵਾਇਆ। ਅੱਛਾ। ਤੇ ਫਿਰ ਉੱਥੇ ਇੱਕ ਮੰਦਿਰ ਵੀ ਸੀਗਾ, ਤੇ ਮੰਦਿਰ ਦੇ ਪੁਜਾਰੀ ਨੇ ਤੇ ਜਿਹੜੇ ਹਿੰਦੂ ਕਮਿਊਨਿਟੀ ਨਾਲ ਸੰਬੰਧਿਤ ਲੋਕ ਸੀਗੇ ਅੰਦਰ, ਹਵਾਲਾਤੀ ਕੈਦੀ ਜਾਂ ਕੈਦੀ, ਜੀ, ਉਹ ਬਾਬਾ ਜੀ ਹੋਰਾਂ ਕੋਲੇ ਆ ਗਏ, ਤਾਰਾ ਸਿੰਘ ਹੋਰਾਂ ਕੋਲੇ। ਬਾਬਾ ਜੀ ਤੁਸੀਂ ਤੇ ਗੁਰਦੁਆਰਾ ਬਹੁਤ ਸੋਹਣਾ ਬਣਾ ਲਿਆ, ਸਾਨੂੰ ਚੰਗਾ ਲੱਗਾ, ਤੇ ਸਾਡਾ ਮੰਦਿਰ ਵੀ ਬਣਾ ਦਿਓ, ਸਾਡਾ ਮੰਦਿਰ ਵੀ ਸੋਹਣਾ ਬਣਾ ਦਿਓ। ਬਾਬੇ ਥਾਰਾ ਸਿੰਘ ਹੋਰਾਂ ਨੇ ਭਾਈ ਅਮਰੀਕ ਸਿੰਘ ਹੋਰਾਂ ਨੇ ਸੰਤਾਂ ਨੂੰ ਸੁਨੇਹਾ ਘੱਲਿਆ, ਤੇ ਸੰਤਾਂ ਨੇ ਆਪਦੇ ਕੋਲੋਂ ਪੈਸਾ ਭੇਜ ਕੇ ਬਾਬੇ ਥਾਰਾ ਸਿੰਘ ਹੋਰਾਂ ਤੇ ਭਾਈ ਅਮਰੀਕ ਸਿੰਘ ਹੋਰਾਂ ਦੇ ਰਾਹੀਂ ਮੰਦਿਰ ਦੀ ਸੇਵਾ ਕਰਾਈ। ਗੁਰਦਾਸਪੁਰ ਜੇਲ੍ਹ ਦੇ ਵਿੱਚ ਅੱਜ ਵੀ ਉਹ ਮੰਦਿਰ ਮੌਜੂਦ ਹੈ। ਇਹੋ ਜਿਹੀ ਸੋਚ ਸੀ ਸੰਤ ਜਰਨੈਲ ਸਿੰਘ ਹੋਰਾਂ ਦੀ, ਬਾਬੇ ਥਾਰਾ ਸਿੰਘ ਹੋਰਾਂ ਦੀ, ਭਾਈ ਅਮਰੀਕ ਸਿੰਘ ਹੋਰਾਂ ਦੀ। ਕਈ ਪਰਿਵਾਰ ਮੈਂ ਦੇਖੇ ਸੀ ਜਿਹੜੇ ਹਿੰਦੂ ਪਰਿਵਾਰ ਦੁਖੀ ਹੋ ਕੇ ਆਉਂਦੇ ਸੀ, ਧੀਆਂ ਭੈਣਾਂ ਦੇ ਮਸਲੇ ਸੀ ਜਾਂ ਵਪਾਰ ਦੇ ਮਸਲੇ ਸੀਗੇ, ਤੇ ਚਾਹੇ ਅਗਲੇ ਬੰਨੇ ਕੋਈ ਵੀ ਹੈ, ਕਈਆਂ ਮਸਲਿਆਂ 'ਚ ਅਗਲੇ ਬੰਨੇ ਉਹ ਸਿੱਖ ਹੁੰਦੇ ਸੀਗੇ ਤੇ ਹਿੰਦੂ ਦੇ ਨਾਲ ਖੜਦੇ ਸੀ। ਹਿੰਦੂ ਬੱਚੀਆਂ ਦੇ ਨਾਲ ਜਿੱਥੇ ਕਿਤੇ ਜਾਤੀ ਨਜ਼ਰ ਆਈ, ਉੱਥੇ ਸੰਤ ਬਾਬਾ ਜਰਨੈਲ ਸਿੰਘ ਹੋਰੀਂ ਬੱਚੀ ਦੇ ਬਾਪ ਬਣ ਕੇ ਖੜੋਤੇ। ਕਿਸੇ ਥਾਂ ਤੇ ਸ਼ਾਇਦ ਰਮਾਇਣ ਦੀ ਬੇਅਦਬੀ ਹੋਈ, ਬਾਬੇ ਜਰਨੈਲ ਸਿੰਘ ਹੋਰਾਂ ਨੇ ਉੱਥੇ ਵਕੀਲ ਖੜੇ ਕਰਕੇ ਉਹਦੀ ਪੈਰਵਾਈ ਕੀਤੀ। ਮਤਲਬ ਅਨੇਕਾਂ ਉਦਾਹਰਨਾਂ ਜਿਹੜੀਆਂ ਨੇ, ਜਿਹੜਾ ਇੱਕ ਪ੍ਰਚਾਰ ਕੀਤਾ ਜਾਂਦਾ ਸੀਗਾ ਕਿ ਉਹ ਜੀ ਉਹਨਾਂ 'ਚ ਫਿਰਕਾ ਪ੍ਰਸਤੀ ਸੀਗੀ ਜਾਂ ਉਹ ਕਿਸੇ ਵਿਸ਼ੇਸ਼ ਧਰਮ ਦੇ ਵਿਰੁੱਧ ਸੀਗੇ, ਇਹ ਇੱਕ ਜਿਹੜੀ ਆ, ਕਿਉਂਕਿ ਉਸ ਸਮੇਂ ਦੀ ਜਿਹੜੀ ਕੇਂਦਰੀ ਸਰਕਾਰ ਸੀਗੀ, ਕੇਂਦਰੀ ਹਕੂਮਤ ਸੀ, ਉਹ ਅਜਿਹਾ ਪ੍ਰਚਾਰ ਸਿਰਜ ਕੇ ਸੰਤਾਂ ਦੀ ਸ਼ਖਸੀਅਤ ਨੂੰ ਜਾਂ ਉਸ ਸੰਘਰਸ਼ ਨੂੰ ਢਾਹ ਲਾਉਣ ਦੀ ਖਾਤਰ ਇੱਕ ਪ੍ਰਚਾਰ ਕਰ ਰਹੀ ਸੀਗੀ। ਤੇ ਉਹ ਕਿਉਂਕਿ ਸਾਧਨ ਸਰਕਾਰ ਕੋਲੇ ਸੀਗੇ, ਸਰਕਾਰ ਦਾ ਹੀ ਮੀਡੀਆ ਸੀਗਾ ਉਦੋਂ, ਜਿਸ ਤਰ੍ਹਾਂ ਦਾ ਮੀਡੀਆ ਤੁਹਾਨੂੰ ਹੁੰਦਾ ਪਤਾ ਆ, ਜਿਸ ਤਰ੍ਹਾਂ ਦਾ ਹੁੰਦਾ ਸੀਗਾ, ਤੇ ਉਹ ਮੀਡੀਆ ਦੀਆਂ ਸਾਰੀਆਂ ਜਿਹੜੀਆਂ ਕਲਪਿਤ ਘਟਨਾਵਾਂ ਸੀਗੀਆਂ ਤੇ ਉਹ ਕਰਦੇ ਸੀਗੇ। ਅਗਲੀ ਗੱਲ ਵੀ ਹੈ ਕਿ ਜਿਹੜੀ ਗੱਲ ਬਾਰ-ਬਾਰ ਚੱਲਦੀ ਹੈ ਕਿ ਸੰਤ ਜਿਹੜੇ ਆ ਉਹ ਅਕਾਲੀ ਦਲ ਨੂੰ ਕਿਤੇ ਨਾ ਕਿਤੇ ਜਿਹੜਾ ਉਹਨਾਂ ਦਾ ਢਾਂਚਾ ਸੀ ਉਹਨੂੰ ਵਿਖੇੜਨ ਦੇ ਵਾਸਤੇ ਜਾਂ ਇਹ ਹੈ ਕਿ ਅਕਾਲੀ ਦਲ ਨੂੰ ਪਾਸੇ ਕਰਨ ਦੇ ਵਾਸਤੇ ਕਾਂਗਰਸ ਦੇ ਵੱਲੋਂ ਲਿਆਂਦੇ ਗਏ ਸੀ, ਉਹਨਾਂ ਦੀ ਹੱਲਾਸ਼ੇਰੀ ਸੀ। ਕਈ ਗੱਲਾਂ ਉਹਦੇ ਨਾਲ ਮਿਲ ਜਾਂਦੀਆਂ। ਬੜੇ ਲੋਕ ਸਵਾਲ ਖੜੇ ਕਰਦੇ ਆ, ਜਿਵੇਂ ਇਹਨਾਂ ਕੋਲੇ ਜਿਹੜੇ ਵਾਈਪਨ ਦੇ ਲਾਇਸੈਂਸ ਸੀ ਉਹ ਗਿਆਨੀ ਜੈਲ ਸਿੰਘ ਦੇ ਸਮੇਂ ਦੇ ਵਿੱਚ ਮਿਲੇ, ਉਹ ਕਿੰਨੀ ਕੁ ਸੱਚਾਈ ਹੈ ਇਹਨਾਂ ਗੱਲਾਂ 'ਚ? ਦੇਖੋ, ਬਿਲਕੁਲ ਝੂਠ। ਪਹਿਲੀ ਤਾਂ ਗੱਲ ਹੈ ਕਿ ਇਹ 'ਚ ਕੋਈ ਦਰਾਵਾ ਨਹੀਂ ਹੈ ਕਿ ਜਦੋਂ ਪੰਜਾਬੀ ਸੂਬੇ ਦਾ ਮੋਰਚਾ ਲੱਗਦਾ ਹੈ, ਜਿਹੜੇ ਸਿੱਖ, ਜਿਹੜੇ ਸਿੱਖੀ ਭਾਵਨਾ ਵਾਲੇ ਸੀਗੇ, ਉਸ ਸਮੇਂ ਹੀ ਕਾਂਗਰਸ ਤੋਂ ਬਹੁਤ ਦੂਰ ਚਲੇ ਗਏ ਸੀਗੇ। ਔਰ ਫਿਰ ਖਾਸ ਕਰਕੇ ਜਦੋਂ 82 ਦਾ ਮੋਰਚਾ ਲੱਗਦਾ, ਧਰਮ ਜਦੋਂ ਮੋਰਚਾ, ਤੇ ਜਿਸ ਤਰ੍ਹਾਂ ਦਾ ਰਵੱਈਆ ਕਾਂਗਰਸੀ ਹਕੂਮਤ ਦਾ, ਇੰਦਰਾ ਗਾਂਧੀ ਦਾ ਹੁੰਦਾ ਆ, ਤੇ ਉਸ ਸਮੇਂ ਤੇ ਫਿਰ ਲਕੀਰ ਹੀ ਖਿੱਚੀ ਗਈ ਸੀ। ਤੇ 84 ਤੋਂ ਬਾਅਦ ਤੇ ਬਿਲਕੁਲ ਹੀ ਲਕੀਰ ਖਿੱਚੀ ਗਈ, ਭਾਵੇਂ ਕਿ ਅੱਜ ਸਾਡੀ ਕੌਮ ਭੌਂ ਕੇ ਫਿਰ ਉਸੇ ਤਰ੍ਹਾਂ ਹੀ ਹੈ ਕਿ ਇੱਕ ਬੰਨੇ ਇਹ ਵੀ ਕਹਿੰਦੇ 84 ਨਹੀਂ ਭੁੱਲਾਂਗੇ, ਤੇ ਦੂਜੇ ਬੰਨੇ ਇੰਦਰਾ ਗਾਂਧੀ ਜਿੰਦਾਬਾਦ ਵੀ ਕਰੀ ਜਾਂਦੇ ਆ, ਗਾਂਧੀ ਪਰਿਵਾਰ ਵੀ ਜਿੰਦਾਬਾਦ ਕਰੀ ਜਾਂਦੇ ਆ। ਇਹ ਸਾਡਾ ਦਿਖਾਂਤ, ਮੈਂ ਇਸ ਪਾਸੇ ਨਹੀਂ ਜਾਣਾ ਚਾਹੁੰਦਾ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕਹਿੰਦੇ ਸੀ, ਅਕਾਲੀ ਹਾਂ, ਅਕਾਲੀ ਰਹਾਂਗਾ ਤੇ ਅਕਾਲੀ ਮਰਾਂਗਾ। ਵੱਖਰੇਵੇਂ ਪਰਿਵਾਰਾਂ ਦੇ ਵਿੱਚ ਜਥੇਬੰਦੀਆਂ 'ਚ ਵੀ ਪੈਦਾ ਹੋ ਜਾਂਦੇ। ਹੁਣ ਦਮਦਮੀ ਟਕਸਾਲ ਹੈ, ਤੇ ਦਮਦਮੀ ਟਕਸਾਲ ਦੇ ਵਿੱਚ ਹੀ ਇੱਕ ਜਥਾ ਜਿਹੜਾ ਪਿੰਡਰੀ ਰਹਿੰਦਾ ਸੀਗਾ, ਸੰਤ ਬਾਬਾ ਕਰਤਾਰ ਸਿੰਘ ਹੋਰਾਂ ਨੂੰ ਜਦੋਂ ਦਸਤਾਰ ਮਿਲਦੀ ਹੈ, ਤੇ ਬਾਬੇ ਗੁਰਬਚਨ ਸਿੰਘ ਹੋਰਾਂ ਤੋਂ ਬਾਅਦ ਦਸਤਾਰ ਜਿਹੜੀ ਹੈ, ਜ਼ਿੰਮੇਵਾਰੀ ਜਿਹੜੀ ਹੈ ਸੰਤ ਕਰਤਾਰ ਸਿੰਘ ਹੋਰਾਂ ਨੂੰ ਮਿਲਦੀ ਹੈ, ਤੇ ਉਧਰੋਂ ਜਿਹੜੇ ਆ ਕੁਛ ਧਿਰਾਂ ਅਜਿਹੀਆਂ ਖੜੀਆਂ ਹੋ ਜਾਂਦੀਆਂ ਜਿਹੜੇ ਬਾਬੇ ਮੋਹਨ ਸਿੰਘ ਹੋਰਾਂ ਨੂੰ ਖੜਿਆਂ ਕਰ ਦਿੰਦੇ ਆ, ਟਕਸਾਲਾਂ ਦੋ ਹੋ ਜਾਂਦੀਆਂ ਨੇ। ਤੇ ਸੰਤ ਬਾਬਾ ਜਰਨੈਲ ਸਿੰਘ ਜੀ ਸ਼ਹੀਦ ਹੋ ਜਾਂਦੇ ਨੇ, ਤੇ ਬਾਬਾ ਠਾਕੁਰ ਸਿੰਘ ਜੀ ਜ਼ਿੰਮੇਵਾਰੀ ਨਿਭਾਉਂਦੇ ਨੇ। ਤੇ ਉਸ ਤੋਂ ਬਾਅਦ ਮੇਰਾ ਖਿਆਲ ਇੱਕ ਭਾਈ ਰਾਮ ਸਿੰਘ ਹੋਰੀ ਵੱਖਰੀ ਟਕਸਾਲ ਬਣਾਈ ਫਿਰਦੇ ਆ, ਇੱਕ ਭਾਈ ਅਮਰੀਕ ਸਿੰਘ ਆਪਣੀ ਵੱਖਰੀ ਟਕਸਾਲ ਬਣਾਈ ਫਿਰਦਾ ਆ। ਇਹ ਵੱਖਰੇਵੇਂ ਪਰਿਵਾਰਾਂ 'ਚ ਜਾਂ ਜਥੇਬੰਦੀਆਂ 'ਚ ਜਿਹੜੇ ਆ ਪੈਦਾ ਹੋਣੇ ਸੁਭਾਵਿਕ ਹੈ। ਖਾਲਸਾ ਪੰਥ ਦੇ ਵਿੱਚ ਜੇ ਆਪਾਂ ਕਹਿ ਦਈਏ ਕਿ ਜਿਹੜੀਆਂ ਮਿਸਲਾਂ ਸੀਗੀਆਂ, ਹਾਂਜੀ, ਬੜੇ ਉਹਦੇ ਬੜਾ ਕੁਝ ਚੱਲਦਾ ਰਿਹਾ। ਇਸੇ ਤਰ੍ਹਾਂ ਹੀ ਜਿਹੜੇ ਆ ਅਕਾਲੀ ਦਲ ਤੇ ਟਕਸਾਲ ਜਿਹੜੀ ਇੱਕ ਸੀ। ਕੁਛ ਗੱਲਾਂ ਨੂੰ ਲੈ ਕੇ ਅਕਾਲੀ ਲੀਡਰਸ਼ਿਪ 'ਚ ਖਾਸ ਕਰਕੇ ਹਰਚੰਦ ਸਿੰਘ ਲੌਂਗੋਵਾਲ ਦੇ ਨਾਲ ਸੰਤਾਂ ਦੇ ਮਤਭੇਦ ਪੈਦਾ ਹੋਏ, ਬਾਕੀਆਂ ਨਾਲ ਨਹੀਂ, ਹਰਚੰਦ ਸਿੰਘ ਲੌਂਗੋਵਾਲ ਦੇ ਨਾਲ।
ਤੇ ਚਲੋ ਉਹ ਕੋਸ਼ਿਸ਼ ਵੀ ਕੀਤੀ ਗਈ ਵੀ ਮਤਭੇਦ ਦੂਰ ਹੋ ਜਾਣ। ਉਹ ਦੂਰ ਹੁੰਦੇ ਇਹਦੇ ਦਰਮਿਆਨ ਹੀ ਜਿਹੜਾ ਆ ਸਾਰਾ ਭਾਣਾ ਵਾਪਰ ਗਿਆ। ਤੇ ਮਤਭੇਦ ਇੱਥੋਂ ਤੱਕ ਸੀਗਾ ਕਿ ਇਹ ਜਿਹੜਾ ਬੱਬਰ ਖਾਲਸਾ ਜਥੇਬੰਦੀ ਸੀਗੀ, ਜਿਹੜੀ ਕਿ ਇੱਕ ਤਰ੍ਹਾਂ ਸੰਤਾਂ ਨੇ ਹੀ ਖੜੀ ਕੀਤੀ ਸੀਗੀ, ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ ਸੀਗੀ, ਪਰ ਸ਼ੁਰੂ ਦੇ ਵਿੱਚ ਸਾਰਾ ਕੁਝ ਜਿਹੜਾ ਆ ਉਹ ਬਾਬਾ ਜਰਨੈਲ ਸਿੰਘ ਹੋਰਾਂ ਦੀ ਸਰਪ੍ਰਸਤੀ ਥੱਲੇ, ਅਗਵਾਈ ਦੇ ਥੱਲੇ ਹੀ ਉਹ ਜਥੇਬੰਦੀ ਖੜੀ ਹੋਈ ਸੀਗੀ। ਤੇ ਹਾਲਾਤ ਅਜਿਹੇ ਬਣੇ ਕਿ ਇਹ ਬੱਬਰ ਖਾਲਸਾ ਜਿਹੜਾ ਸੰਤਾਂ ਦੇ ਵਿਰੋਧ 'ਚ ਆ ਗਿਆ। ਤੇ ਵਿਰੋਧ ਇਹ ਕੋਈ ਸਦੀਵੀ ਨਹੀਂ ਹੁੰਦੇ। ਉਹੀ ਜਿਹੜੇ ਬੱਬਰ ਖਾਲਸਾ ਨੇ ਜਿਸ ਦਿਨ ਫਿਰ ਭਾਰਤੀ ਹਕੂਮਤ ਦੇ ਨਾਲ ਲੜਾਈ ਹੁੰਦੀ ਹੈ ਤੇ ਸਾਰੇ ਇੱਕਮਿਕ ਸੀਗੇ, ਸਾਰਿਆਂ ਨੇ ਇਕੱਠੀ ਲੜਾਈ ਲੜੀ ਹੈ। ਸੰਤਾਂ ਕੋਲ ਹੀ ਭਾਵੇਂ ਕਿ ਉਹਨਾਂ ਕੋਲ ਵੀ ਹਥਿਆਰ ਹੈਗੇ ਸੀਗੇ, ਪਰ ਸੰਤਾਂ ਕੋਲ ਤੇ ਆਧੁਨਿਕ ਹਥਿਆਰ ਸੀਗੇ, ਬੜੇ ਆਟੋਮੈਟਿਕ ਹਥਿਆਰ ਸੀਗੇ। ਸੰਤਾਂ ਨੇ ਕਿਹਾ ਵੀ ਭਾਈ ਸੁਖਦੇਵ ਸਿੰਘ ਹੋਰਾਂ ਨੂੰ ਕਿ ਜੋ ਚਾਹੀਦਾ ਆ ਲੈ ਕੇ ਜਾਓ ਤੇ ਰਲ ਕੇ ਲੜਾਈ ਲੜੋ। ਇਹ ਜਿਹੜੇ ਇੱਕ ਪ੍ਰਚਾਰ ਕੀਤਾ ਜਾਂਦਾ ਹੈ ਕਿ ਪਤਾ ਨਹੀਂ ਸੰਤਾਂ 'ਚ ਤੇ ਅਕਾਲੀ ਦਲ 'ਚ ਕੀ ਹੋ ਗਿਆ ਸੀ ਜਾਂ ਉਹ ਅਕਾਲੀ ਦਲ ਦੇ ਵਿਰੋਧੀ ਹੋ ਗਏ ਸੀ, ਇਹੋ ਜਿਹੀ ਗੱਲ ਕੋਈ ਨਹੀਂ ਸੀ। ਇਹ ਕਿਤੇ ਇਸ ਕਰਕੇ ਤਾਂ ਨਹੀਂ ਕਹਿ ਰਹੇ ਤੁਸੀਂ ਕਿ ਅੱਜ ਕੱਲ੍ਹ ਅਕਾਲੀ ਦਲ 'ਚੋਂ? ਨਹੀਂ, ਮੈਂ ਤਾਂ ਜੰਮਿਆ ਅਕਾਲੀ। ਨਹੀਂ, ਉਹ ਅਕਾਲੀ ਦਲ ਦਾ ਤੇ ਹੁਣ ਦਾ ਫਰਕ ਵੀ ਹੋਊਗਾ ਨਾ ਕਿ ਨਹੀਂ? ਨਹੀਂ, ਦੇਖੋ ਇੱਕ ਅਕਾਲੀ ਦਲ ਉਹ ਸੀਗਾ ਜਿਹੜਾ ਮੋਰਚੇ ਲਾਉਂਦਾ ਸੀਗਾ। ਉਦੋਂ ਮੋਰਚਿਆਂ ਦੀ ਲੋੜ ਸੀਗੀ। ਜੇ ਪੰਜਾਬੀ ਸੂਬੇ ਦੀ ਮੰਗ ਨੂੰ ਲੈ ਕੇ ਮੋਰਚਾ ਲਾਉਣਾ ਪਿਆ, ਪੂਰੇ ਹਿੰਦੁਸਤਾਨ ਤੁਸੀਂ ਜ਼ਬਾਨ ਦੇ ਆਧਾਰ ਤੇ, ਭਾਸ਼ਾ ਦੇ ਆਧਾਰ ਤੇ ਸੂਬੇ ਬਣਾਤੇ, ਤੇ ਪੰਜਾਬ ਦੇ ਨਾਲ ਵਿਤਕਰਾ ਕਿਉਂ? ਤੇ ਜਦੋਂ ਫਿਰ ਵਿਤਕਰੇ ਦੀ ਗੱਲ ਆਈ ਤੇ ਅਕਾਲੀ ਦਲ ਨੇ ਮੋਰਚੇ ਲਾਏ। ਐਮਰਜੈਂਸੀ ਦੇ ਵਿੱਚ ਵੱਡੀਆਂ ਵੱਡੀਆਂ ਪਾਰਟੀਆਂ, ਵੱਡੇ ਵੱਡੇ ਲੀਡਰ ਜਿਹੜੇ ਘਰਾਂ 'ਚ ਵੜ ਗਏ, ਡਰ ਗਏ, ਤੇ ਮੋਰਚਾ ਲਾਇਆ ਤੇ ਅਕਾਲੀ ਦਲ ਨੇ ਲਾਇਆ। ਤੇ ਜੇ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਚੱਲੀ ਜਾਂ ਪੰਜਾਬ ਦੇ ਪਾਣੀਆਂ ਦੀ ਗੱਲ ਚੱਲੀ, ਜੇ ਪੰਜਾਬ ਦੇ ਪਾਣੀਆਂ ਤੇ ਡਾਕਾ ਕਿਸੇ ਨੇ ਮਾਰਿਆ ਆਣ ਕੇ, ਇੰਦਰਾ ਗਾਂਧੀ ਨੇ ਮਾਰਿਆ, ਤੇ ਇੰਦਰਾ ਗਾਂਧੀ ਨੇ ਆਣ ਕੇ ਨੀਂਹ ਪੱਥਰ ਰੱਖਿਆ ਜਦੋਂ 1982 ਦੇ ਵਿੱਚ ਅਪ੍ਰੈਲ ਮਹੀਨੇ ਦੇ ਵਿੱਚ, ਤੇ ਕੈਪਟਨ ਅਮਰਿੰਦਰ ਸਿੰਘ ਨੇ ਰਖਵਾਇਆ, ਉੱਥੇ ਪ੍ਰੋਗਰਾਮ ਕੀਤਾ। ਤੇ ਚਾਹੇ ਦਰਬਾਰਾ ਸਿੰਘ ਦੀ ਸਰਕਾਰ ਸੀ, ਉੱਥੇ ਹੀ ਬੀਬੀ ਪੱਠਲ ਸੀ, ਸਾਰੀ ਲੀਡਰਸ਼ਿਪ ਸੀਗੀ। ਇੱਕ ਬੰਨੇ ਇੰਦਰਾ ਗਾਂਧੀ ਸੋਨੇ ਦੀ ਕਹੀ ਦੇ ਨਾਲ ਟੱਪ ਲਾ ਰਹੀ ਹੈ ਕਪੂਰੀ SYL ਨਹਿਰ ਦਾ ਬਣਾਉਣ ਵਾਸਤੇ, ਤੇ ਦੂਜੇ ਬੰਨੇ ਬਰਾਬਰ ਤੇ ਹੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਪੂਰੀ ਦੇ ਵਿੱਚ ਇਕੱਠ ਕਰਕੇ ਮੋਰਚਾ ਲਾ ਰਿਹਾ। ਮੈਨੂੰ ਲੱਗਦਾ ਇੱਥੇ ਜੇ ਗੱਲ ਕਰਾਂਗੇ ਜੀ ਫਿਰ ਬੜਾ ਲੰਬੀ ਚੱਲ ਜਾਣੀ ਹੈ, ਕਿਉਂਕਿ ਫਿਰ ਦੂਜੇ ਪਾਸੇ ਇਹ ਵੀ ਆ ਜਾਂਦਾ ਕਿ ਜਿਹੜਾ ਉਹ ਅਕਾਲੀ ਦਲ ਨੂੰ ਉਧਰੋਂ ਚੈੱਕ ਦਿੱਤਾ ਗਿਆ ਬਾਦਲ ਸਾਹਿਬ ਨੂੰ ਜਾਂ ਹੋਰ ਉਹ ਕਈ ਗੱਲਾਂ ਆ ਜਾਣਗੀਆਂ। ਨਹੀਂ, ਗੱਲ ਕਲੀਅਰ ਹੋਣੀ ਚਾਹੀਦੀ। ਚੈੱਕ ਕੋਈ ਪ੍ਰਕਾਸ਼ ਸਿੰਘ ਬਾਦਲ ਨੂੰ ਨਹੀਂ ਹੈ, ਪਰ ਉਹ ਮੇਰੀ ਸੁਣ ਲਓ ਨਾ ਜੀ, ਉਹ ਚੈੱਕ ਜਿਹੜਾ ਆ ਜੋ ਗਿਆਨੀ ਜੈਲ ਸਿੰਘ ਹੋਰੀ ਬੀਜ ਗਏ ਸੀ, ਫੈਸਲੇ ਕਰ ਗਏ ਸੀ। ਸਰਕਾਰਾਂ ਲਗਾਤਾਰ ਚੱਲਦੀਆਂ ਨੇ, ਬਿਲਕੁਲ। ਜਿਹੜੇ ਸਰਕਾਰਾਂ ਦੇ ਫੈਸਲੇ ਨੇ, ਜਿਹੜੇ ਸਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਚੱਲ ਗਏ ਨੇ, ਮੁੱਖ ਮੰਤਰੀ ਬਦਲ ਗਿਆ, ਸਰਕਾਰ ਕੰਟੀਨਿਊ ਹੈ। ਗਿਆਨੀ ਜੈਲ ਸਿੰਘ ਵੇਲੇ ਦੇ ਜਿਹੜੇ ਫੈਸਲੇ ਹੋਏ ਸੀਗੇ, ਉਹਨਾਂ ਫੈਸਲਿਆਂ ਦੇ ਆਧਾਰ ਤੇ ਜਿਹੜੀ ਪਹਿਲੀ ਇੰਸਟਾਲਮੈਂਟ ਹੈ ਉਹ ਗਿਆਨੀ ਜੈਲ ਸਿੰਘ ਵੇਲੇ ਆਉਂਦੀ ਹੈ। ਦੂਜੀ ਇੰਸਟਾਲਮੈਂਟ ਜਿਹੜੀ ਹੈ ਸ਼ਾਇਦ 1 ਲੱਖ ਰੁਪਈਆ ਕਿ 2 ਲੱਖ ਰੁਪਈਆ ਜਿਹੜਾ ਆ ਉਹ ਸਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਸਮੇਂ ਆਉਂਦਾ ਹੈ, ਕਿਉਂਕਿ ਉਹ ਇੱਕ ਚੱਲ ਰਿਹਾ ਪ੍ਰੋਸੀਜਰ ਸੀਗਾ। ਸਹੀ, ਠੀਕ ਹੈ। ਤੇ ਨਾ ਤੇ ਫਿਰ ਹੋਇਆ ਕੀ ਕਿ ਜੋ ਇੰਦਰਾ ਗਾਂਧੀ ਨੇ ਫੈਸਲਾ ਕੀਤਾ ਸੀ, ਅਵਾਰਡ ਜਾਰੀ ਕੀਤਾ ਸੀਗਾ, ਤੇ ਜਦੋਂ 77 ਚ ਸਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਆਉਂਦੀ ਹੈ ਜੀ, ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕੀਤਾ ਉਹ ਜਿਹੜਾ ਸੀਗਾ ਵੀ ਇਹ ਪੰਜਾਬ ਦਾ ਹੱਕ ਬਣਦਾ ਆ, ਔਰ ਬੜਾ ਮਜ਼ਬੂਤ ਕੇਸ ਸੀਗਾ। ਤੇ ਜਦੋਂ ਇੰਦਰਾ ਗਾਂਧੀ ਨੇ ਦੇਖਿਆ ਵੀ ਇਹ ਤੇ ਪੰਜਾਬ ਨੇ ਕੇਸ ਜਿੱਤ ਜਾਣਾ, ਤੇ ਸਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਤੋੜ ਦਿੱਤੀ ਗਈ, ਔਰ ਪੰਜਾਬ ਦੇ ਅੰਦਰ ਕਾਂਗਰਸੀ ਹਕੂਮਤ ਬਣ ਜਾਂਦੀ ਦਰਬਾਰਾ ਸਿੰਘ ਦੀ। ਤੇ ਦਰਬਾਰਾ ਸਿੰਘ ਦੀ ਸਰਕਾਰ ਬਣਨ ਤੇ ਸਭ ਤੋਂ ਪਹਿਲਾਂ ਜਿਹੜਾ ਇੰਦਰਾ ਗਾਂਧੀ ਕੰਮ ਕਰਾਉਂਦੀ ਹੈ, ਸੁਪਰੀਮ ਕੋਰਟ ਦੇ ਵਿੱਚ ਕੀਤਾ ਹੋਇਆ ਸਰ ਪ੍ਰਕਾਸ਼ ਸਿੰਘ ਬਾਦਲ ਦਾ ਕੇਸ ਜਿਹੜਾ SYL ਨੂੰ ਲੈ ਕੇ ਸੀ, ਪਾਣੀਆਂ ਦੇ ਫੈਸਲੇ ਨੂੰ ਲੈ ਕੇ ਸੀ, ਇੰਦਰਾ ਗਾਂਧੀ ਵੱਲੋਂ ਕੀਤੇ ਹੋਏ ਹੁਕਮਾਂ ਨੂੰ ਲੈ ਕੇ ਸੀਗਾ, ਉਹ ਵਾਪਸ ਕਰਾਉਂਦੀ ਹੈ। ਉੱਥੋਂ ਜਿਹੜਾ ਆ ਪੰਜਾਬ ਦੀ ਬਦਕਿਸਮਤੀ ਸ਼ੁਰੂ ਹੁੰਦੀ ਹੈ। ਪਹਿਲੀ ਤਾਂ ਗੱਲ ਕਿ ਇੰਦਰਾ ਗਾਂਧੀ ਨੂੰ ਕੋਈ ਹੱਕ ਨਹੀਂ ਸੀ ਕਿ ਪੰਜਾਬ ਦੇ ਪਾਣੀਆਂ ਦੀ ਵੰਡ ਕਰਨ ਦਾ। ਜੇ ਉਹਨੇ ਵੰਡ ਕਰਤੀ ਸੀ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੁਪਰੀਮ ਕੋਰਟ ਚਲੇ ਗਏ ਸੀਗੇ, ਤੇ ਫਿਰ ਕਾਂਗਰਸੀ ਹਕੂਮਤਾਂ ਨੂੰ ਜਾਂ ਇੰਦਰਾ ਗਾਂਧੀ ਨੂੰ ਕੋਈ ਹੱਕ ਨਹੀਂ ਸੀਗਾ ਕਿ ਪੰਜਾਬ ਦਾ ਕੇਸ ਜਿਹੜਾ ਸੁਪਰੀਮ ਕੋਰਟ 'ਚ ਵਾਪਸ ਲੈਂਦੇ। ਜਿਹੜਾ ਤੁਸੀਂ ਇੱਕ ਨਾ ਕੇਸ ਦਾਇਰ ਕਰਕੇ ਵਾਪਸ ਲੈ ਲੈਂਦੇ ਜੇ, ਉਹਨਾਂ ਗਰਾਊਂਡਾਂ ਤੇ ਦੁਬਾਰਾ ਤੁਸੀਂ ਨਹੀਂ ਕਰ ਸਕਦੇ। ਇਹ ਹਿੰਦੁਸਤਾਨ ਦਾ ਕਾਨੂੰਨ ਕਹਿੰਦਾ ਹੈ। ਉਹ ਇਹੋ ਜਿਹੇ ਵੱਟੇ ਪਾਏ ਹੈ। ਅੱਜ ਵੀ ਜਿਹੜਾ ਅਸੀਂ SYL ਦੀ ਲੜਾਈ ਲੜੀ ਜਾਂਦੇ ਹਾਂ, ਔਰ ਕਪੂਰੀ ਦਾ ਮੋਰਚਾ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਨੇ SYL ਨੂੰ ਰੋਕਣ ਦੀ ਖਾਤਰ ਲਾਇਆ ਸੀਗਾ,
ਤੇ ਫਿਰ ਉਹੀ ਜਿਹੜਾ ਮੋਰਚਾ ਆ, ਇਧਰ ਸੰਤਾਂ ਨੇ ਭਾਈ ਅਮਰੀਕ ਸਿੰਘ ਤੇ ਬਾਬਾ ਥਾਰਾ ਸਿੰਘ ਦੀ ਰਿਹਾਈ ਵਾਸਤੇ ਲਾਇਆ ਸੀ, ਅਕਾਲੀ ਦਲ ਨੇ ਕਪੂਰੀ ਦਾ ਮੋਰਚਾ SYL ਨੂੰ ਰੋਕਣ ਲਈ ਲਾਇਆ ਸੀ। ਫਿਰ ਸਾਂਝੇ ਰੂਪ 'ਚ ਸ਼੍ਰੀ ਦਰਬਾਰ ਸਾਹਿਬ ਤੋਂ, ਮੰਜੀ ਸਾਹਿਬ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਧਰਮਯੁੱਧ ਮੋਰਚਾ ਜਿਹੜਾ 4 ਅਗਸਤ 1982 ਨੂੰ ਦੋਵਾਂ ਧਿਰਾਂ ਵੱਲੋਂ, ਬਾਬਾ ਜਰਨੈਲ ਸਿੰਘ ਹੋਰਾਂ ਵੱਲੋਂ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਂਝੇ ਰੂਪ 'ਚ ਸ਼ੁਰੂ ਕੀਤਾ। ਜੂਨ 1984 ਨੂੰ ਕੋਈ ਵੀ ਸਿੱਖ ਨਹੀਂ ਭੁੱਲੂਗਾ ਤੇ ਭੁੱਲਣਾ ਨਹੀਂ ਵੀ ਚਾਹੀਦਾ, ਪਰ ਕਿਤੇ ਨਾ ਕਿਤੇ ਪੜਚੋਲ ਕਰਨ ਦੀ ਵੀ ਲੋੜ ਪੈਂਦੀ ਰਹਿੰਦੀ ਹੈ। ਇੱਕ ਚੀਜ਼ ਜ਼ਰੂਰ ਦੱਸਿਓ ਕਿ ਤੁਸੀਂ ਬਹੁਤ ਨੇੜੇ ਰਹੇ ਹੋ ਉਸ ਮਾਹੌਲ ਦੇ, ਕਿ ਜਿਹੜਾ ਉਦੋਂ ਇਹ ਗੱਲ ਆਖੀ ਜਾਂਦੀ ਸੀ ਕਿ ਪਾਕਿਸਤਾਨ ਅਟੈਕ ਵੀ ਕਰ ਸਕਦਾ ਹੈਗਾ, ਸੰਤਾਂ ਦੀ ਹਮਾਇਤ ਵੀ ਕਰ ਸਕਦਾ, ਉਹ ਗੱਲਾਂ ਕਿਸੇ ਹੱਦ ਤੱਕ ਸਹੀ ਸੀ ਜਾਂ ਫਿਰ ਭਾਰਤੀ ਏਜੰਸੀਆਂ ਦੇ ਅਧਿਕਾਰੀ ਹੈ ਜਿਹੜੇ ਸੰਤਾਂ ਨੂੰ ਇੱਥੇ ਮਿਲ ਕੇ ਇਸ ਤਰ੍ਹਾਂ ਦਾ ਗੁੰਮਰਾਹ ਕਰਦੇ ਰਹੇ ਹੋਣਗੇ ਜਾਂ ਕੁਝ ਹੋਰ? ਨਹੀਂ, ਦੇਖੋ ਇਹ 'ਚ ਕੋਈ ਡਰਾਮਾ ਨਹੀਂ ਗਿਆ ਕਿ ਦੁਸ਼ਮਣ ਦਾ ਦੁਸ਼ਮਣ ਮਿੱਤਰ ਹੁੰਦਾ। ਸਹੀ। ਤੇ ਪਾਕਿਸਤਾਨ ਦੀਆਂ ਚਾਲਾਂ ਜਾਂ ਪਾਕਿਸਤਾਨ ਦੀ ਨੀਤੀ ਹਮੇਸ਼ਾ ਰਹੀ ਹੈ ਕਿ ਜਿਹਦੇ ਨਾਲ ਭਾਰਤ ਨੂੰ ਖੋਰਾ ਲੱਗ ਸਕੇ, ਭਾਰਤ ਨੂੰ ਕਮਜ਼ੋਰ ਕੀਤਾ ਜਾ ਸਕੇ, ਭਾਰਤ ਨੂੰ ਤੋੜਿਆ ਜਾ ਸਕੇ। ਔਰ ਖਾਸ ਕਰਕੇ ਜਿਹੜਾ ਬੰਗਲਾਦੇਸ਼ ਦਾ ਬਦਲਾ ਆ, ਉਹ ਅੱਜ ਨਹੀਂ ਪਤਾ ਉੱਥੋਂ ਦੇ ਹਾਕਮਾਂ ਦੇ ਮਨ 'ਚ ਕਿਵੇਂ ਹੈ, ਪਰ ਉਸ ਸਮੇਂ ਤੱਕ ਪੂਰਾ ਉਹਨਾਂ ਦੇ ਦਿਲੋਂ ਦਿਮਾਗ ਤੇ ਛਾਇਆ ਹੋਇਆ ਸੀਗਾ ਕਿ ਸਾਨੂੰ ਬੜਾ ਵੱਡਾ ਝਟਕਾ ਦਿੱਤਾ ਆ ਤੇ ਅਸੀਂ ਵੀ ਜਿਹੜਾ ਕਿਸੇ ਰੂਪ 'ਚ ਝਟਕਾ ਦੇਣਾ। ਤੇ ਜਦੋਂ ਉਹਨਾਂ ਪੰਜਾਬ 'ਚ ਅਜਿਹੇ ਹਾਲਾਤ ਦੇਖੇ ਤੇ ਕੁਦਰਤੀ ਖੁਸ਼ ਹੁੰਦੇ ਸੀਗੇ, ਉਹ ਕੁਦਰਤੀ ਚਾਹੁੰਦੇ ਸੀਗੇ, ਪਰ ਨਾ ਤੇ ਜਿਹੜੀ ਸਿੱਖ ਸੰਘਰਸ਼ ਜਿਹਨੂੰ ਕਹਿ ਲਈਏ ਜਾਂ ਧਰਮਯੁੱਧ ਮੋਰਚਾ ਕਹਿ ਲਈਏ ਜਾਂ ਬਾਬਾ ਜਰਨੈਲ ਸਿੰਘ ਹੋਰਾਂ ਦੀ ਜਿਹੜੀ ਕੇਂਦਰੀ ਹਕੂਮਤ ਦੇ ਵਿਰੁੱਧ ਲੜਾਈ ਸੀਗੀ, ਉਹ ਪਾਕਿਸਤਾਨ ਦੇ ਆਸਰੇ ਤੇ ਨਹੀਂ ਸੀ ਲੜੀ ਜਾ ਰਹੀ। ਉਹ ਇੱਕ ਆਪਣੇ ਜਜ਼ਬੇ ਦੇ, ਆਪਣੇ ਸਿਰ ਬਸਿਰ ਲੜੀ ਜਾ ਰਹੀ ਸੀਗੀ। ਸਹੀ। ਤੇ ਉਹਦੇ 'ਚ ਪਾਕਿਸਤਾਨ ਦੇ ਕੀ ਮਨਸੂਬੇ ਸੀ, ਉਹਨਾਂ ਦੇ ਕੀ ਇਰਾਦੇ ਸੀਗੇ, ਇਹ ਉਹੀ ਜਾਣਦੇ ਆ, ਪਰ ਸਿੱਖਾਂ ਨੇ ਆਪਦੇ ਸਿਰ ਬਸਿਰ ਲੜਾਈ ਲੜੀ ਸੀ। ਨਹੀਂ, ਮੇਰਾ ਸਵਾਲ ਇਹ ਹੈ ਕਿ ਉਹ ਜਿਹੜੀ ਹਮਾਇਤ ਦੀਆਂ ਗੱਲਾਂ ਸੀ ਵੀ ਕੋਈ ਤੁਹਾਡੇ ਕੋਲ ਕੁਛ ਇਹੋ ਜਿਹਾ ਉਹਨਾਂ ਦੇ ਨਾਲ 'ਚ ਪਤਾ ਲੱਗਿਆ ਹੋਵੇ ਕਿ ਉੱਥੋਂ ਕੁਝ ਬੰਦੇ ਆਉਂਦੇ ਆ ਕਿ ਹਮਾਇਤ ਕਰਨ ਦੀ ਗੱਲ ਕਰਦੇ ਜਾਂ ਨਹੀਂ? ਨਹੀਂ, ਕੋਈ ਇਹੋ ਜਿਹੀ ਗੱਲ ਕੋਈ ਨਹੀਂ ਸੀ। ਪਾਕਿਸਤਾਨ ਦੇ ਨਾਲ ਕੋਈ ਮਤਲਬ ਸੰਤਾਂ ਦੀ ਇਸ ਗੱਲ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਤੈਅਸ਼ੁਦਾ ਪ੍ਰੋਗਰਾਮ ਨਹੀਂ ਸੀਗਾ। ਤੇ ਦੇਖੋ ਇੱਥੋਂ ਤੱਕ ਵੀ ਸੀਗਾ ਕਿ ਸੰਤਾਂ ਦਾ, ਕਿ ਸੰਤਾਂ ਕੋਲੇ ਵੀ ਜਿੱਥੇ ਧਰਮਯੁੱਧ ਮੋਰਚੇ ਨੂੰ ਖਤਮ ਕਰਨ ਲਈ ਜਾਂ ਪੰਜਾਬ ਦੀਆਂ ਮੰਗਾਂ ਮੰਨਣ ਨੂੰ ਲੈ ਕੇ, ਪੰਜਾਬ ਦੇ ਚੱਲ ਰਹੇ ਸੰਘਰਸ਼ ਦੇ ਮਸਲੇ ਹੱਲ ਕਰਨ ਵਾਸਤੇ ਅਕਾਲੀ ਦਲ ਦੇ ਨਾਲ ਗੱਲਾਂ ਚੱਲਦੀਆਂ ਸੀਗੀਆਂ, ਅਕਾਲੀ ਲੀਡਰਸ਼ਿਪ ਨਾਲ ਚੱਲਦੀਆਂ ਸੀਗੀਆਂ, ਉੱਥੇ ਜਿਹੜੇ ਕੇਂਦਰੀ ਹਕੂਮਤ ਦੇ ਏਲਚੀ ਸੀਗੇ ਉਹ ਬਾਬਾ ਜਰਨੈਲ ਸਿੰਘ ਹੋਰਾਂ ਕੋਲੇ ਵੀ ਆਉਂਦੇ ਸੀਗੇ, ਇਹਨਾਂ ਕੋਲੇ ਵੀ ਗੱਲਾਂ ਕਰਦੇ ਸੀਗੇ। ਤੇ ਸਾਡੇ ਵਰਗਿਆਂ ਨੂੰ ਕੀ ਇਹਨਾਂ ਸੰਤਾਂ ਨੇ ਕਹਿ ਦੇਣਾ, ਕਾਕਾ ਨਹੀਂ ਕਹਿੰਦੇ, ਨੌਜਵਾਨੋ ਫੈਡਰੇਸ਼ਨੀਓ ਕਹਿ ਦਿੰਦੇ ਸੀ ਕਿ ਹੁਣ ਮੋਰਚਾ ਆਪਣਾ ਫਤਿਹ ਹੋ ਜਾਣਾ, ਫਿਰ ਉਸ ਤੋਂ ਬਾਅਦ ਆਪਾਂ ਫਤਿਹ ਦੇ ਜਲੂਸ ਕੱਢਣੇ ਆ। ਤੇ ਸਾਨੂੰ ਹਾਸੇ ਨਾਲ ਕਹਿਣਾ ਵੀ ਤੁਸੀਂ ਦੱਸੋ ਬੱਸ ਦੇ ਵਿੱਚ ਵਿਆਹ ਕਰਨਾ ਕਿ ਛੱਤ ਤੇ ਵਿਆਹ ਕਰਨਾ, ਹਾਸੇ ਠੱਠੇ ਨਾਲ। ਅਸੀਂ ਕਹਿਣਾ ਜੀ ਮਹਾਂਪੁਰਸ਼ੋ ਜਿੱਥੇ ਬਿਠਾਓਗੇ ਜੀ, ਅਸੀਂ ਤਾਂ ਉੱਥੇ ਜਿੰਦਾਬਾਦ ਕਰੀ ਜਾਣੀ ਆ, ਉੱਥੇ ਹੀ ਚੜ੍ਹਦੀ ਕਲਾ ਜਕਾਰੇ ਛੱਡੀ ਜਾਣੇ। ਮਤਲਬ ਕਿਸੇ ਨਾ ਕਿਸੇ ਰੂਪ 'ਚ ਗੱਲ ਚੱਲਦੀ ਸੀ। ਤੇ ਤਾਂ ਦੀ ਸੰਤ ਸਾਨੂੰ ਕਹਿੰਦੇ ਸੀ ਨਾ, ਫੈਡਰੇਸ਼ਨੀਓ ਆਪਣੇ ਹੁਣ ਮੋਰਚੇ ਦੀ ਫਤਿਹਜਾਬੀ ਹੋ ਜਾਣੀ ਹੈ, ਭਾਵੇਂ ਕਿ ਅਸੀਂ ਮਹਿਸੂਸ ਕਰਦੇ ਹਾਂ, ਅੱਜ ਮਹਿਸੂਸ ਕਰਦੇ ਹਾਂ ਕਿ ਉਹ ਕੇਂਦਰੀ ਹਕੂਮਤ ਦਾ ਏਲਚੀ ਭੇਜਣਾ, ਗੱਲਾਂ ਬਾਤਾਂ ਦੇ ਵਿੱਚ ਅਜਿਹਾ ਪ੍ਰਗਟਾਵਾ ਕਰਨਾ ਕਿ ਅਸੀਂ ਤੁਹਾਡੀਆਂ ਮੰਗਾਂ ਮੰਨਣ ਲਈ ਤਿਆਰ ਹਾਂ। 100% ਤਾਂ ਕਦੀ ਮੰਨੀਆਂ ਨਹੀਂ ਜਾਂਦੀਆਂ ਹੁੰਦੀਆਂ, ਤੇ ਮੰਗਾਂ ਮੰਨਣ ਲਈ ਤਿਆਰ ਹਾਂ, ਉਹ ਵੀ ਇੱਕ ਛਲਾਵਾ ਸੀਗਾ। ਛਲਾਵਾ ਇਸ ਕਰਕੇ ਸੀਗਾ ਕਿ ਦੂਜੇ ਬੰਨੇ ਇੰਦਰਾ ਗਾਂਧੀ, ਕਾਂਗਰਸ ਪਾਰਟੀ, ਭਾਰਤ ਸਰਕਾਰ ਜਿਹੜੀ ਉਸ ਸਮੇਂ ਦੀ ਸੀ, ਇੰਦਰਾ ਗਾਂਧੀ ਦੀ ਸਰਕਾਰ, ਉਹ ਪੂਰੇ ਹਿੰਦੁਸਤਾਨ 'ਚ ਸਿੱਖਾਂ ਦਾ ਹਊਆ ਖੜਾ ਕਰ ਰਹੀ ਸੀ ਕਿ ਜਿਹੜੇ ਸਿੱਖ ਨੇ ਇਹ ਦੇਸ਼ ਲਈ ਖਤਰਨਾਕ ਨੇ, ਇਹ ਅੱਤਵਾਦੀ ਨੇ, ਇਹ ਵੱਖਵਾਦੀ ਨੇ, ਇਹ ਖਾਲਿਸਤਾਨ ਚਾਹੁੰਦੇ ਨੇ, ਇਹ ਕਾਤਲ ਨੇ। ਬੜਾ ਵੱਡਾ ਹਊਆ ਖੜਾ ਕੀਤਾ ਗਿਆ ਸੀ ਸਿੱਖਾਂ ਦਾ, ਔਰ ਸਿੱਖਾਂ ਨੂੰ ਬਾਹਰਲੇ ਸੂਬਿਆਂ 'ਚ ਖਾਸ ਕਰਕੇ ਜਿਹੜਾ ਆ ਬੜੀ ਹੋਰ ਨਿਗਾਹ ਦੇ ਨਾਲ ਦੇਖਿਆ ਜਾਂਦਾ ਸੀ। ਅਜੇ ਕਿ ਇੱਥੇ ਹਿੰਦੂ ਭਾਈਚਾਰਾ ਵੀ ਹੈ, ਤੁਸੀਂ ਦੇਖੋ 84 ਤੋਂ ਪਹਿਲਾਂ ਵੀ, 84 ਦੇ ਦੌਰਾਨ ਵੀ, 84 ਤੋਂ ਬਾਅਦ ਵੀ ਕਿਸੇ ਤਰ੍ਹਾਂ ਦਾ ਸਾਰੇ ਹੀ ਇੱਥੇ ਪਰਿਵਾਰਾਂ ਵਾਂਗ ਰਹਿੰਦੇ ਰਹੇ, ਤੇ ਰਹਿਣਾ ਵੀ ਚਾਹੀਦਾ, ਸਾਡੇ ਆਪਣੇ ਨੇ, ਸਾਡੇ ਆਪਦੇ ਨੇ। ਤੇ ਉਹ ਜਿਹੜਾ ਸਰਕਾਰ ਨੇ ਪ੍ਰਚਾਰ ਕੀਤਾ ਸੀਗਾ, ਸਿੱਖਾਂ ਦਾ ਹੂਆ ਖੜਾ ਕੀਤਾ ਸੀ, ਉਹਦੇ ਪਿੱਛੇ ਮਕਸਦ ਇਹ ਸੀਗਾ ਕਿ ਮੈਂ ਬਹੁ ਗਿਣਤੀ ਨੂੰ ਖੁਸ਼ ਕਰਨਾ ਹੈ। ਜਦੋਂ ਉਹਨੇ ਦੇਖਿਆ ਕਿ ਹੁਣ ਜਿਹੜੀ ਮੈਂ ਜੋ ਚਾਹੁੰਦੀ ਸੀਗੀ
ਜਿਹੜੇ ਹਾਲਾਤ ਪੈਦਾ ਕਰਨਾ ਚਾਹੁੰਦੀ ਸੀ ਇੰਦਰਾ ਗਾਂਧੀ ਨੇ ਸੋਚਿਆ ਕਿ ਉਹ ਹੁਣ ਸੂਤਰ ਹੈ। ਹੁਣ ਲੋਕਾਂ ਦੇ ਮਨ ਜਿਹੜਾ ਆ ਬਹੁ ਗਿਣਤੀ ਦੇ ਜਿਹੜੇ ਉਬਾਲੇ ਮਾਰ ਰਿਹਾ ਕਿ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ। ਹਾਂਜੀ, ਉਹਨੇ ਫਿਰ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ। ਸਿੱਖਾਂ ਦਾ ਜੋ ਕੁਝ ਵੀ ਹਾਲ ਕੀਤਾ ਆ ਉਹਦੇ ਨਾਲ ਸਿੱਖ ਤੇ ਨਿਰਾਸ਼ ਹੋਏ, ਨਾਰਾਜ਼ ਹੋਏ, ਜੀ ਦੁਖੀ ਹੋਏ, ਬਾਗੀ ਹੋਏ, ਰੋਏ, ਕੁਰਲਾਏ, ਧਾਹਾਂ ਮਾਰੀਆਂ। ਪਰ ਹਿੰਦੁਸਤਾਨ ਦੀ ਬਹੁ ਗਿਣਤੀ ਨੇ ਲੱਡੂ ਵੰਡੇ ਤੇ ਖੁਸ਼ੀਆਂ ਬਣਾਈਆਂ। ਤੇ ਉਹ ਜਿਹੜੀਆਂ ਖੁਸ਼ੀਆਂ ਸੀ, ਜਿਹੜੇ ਉਹਨਾਂ ਦੀ ਭਾਵਨਾ ਪੂਰੀ ਕੀਤੀ ਸੀ। ਹਿੰਦੁਸਤਾਨ ਦੇ ਰਿਕਾਰਡ 'ਚ ਜਦੋਂ ਤੋਂ ਚੋਣਾਂ ਸ਼ੁਰੂ ਹੋਈਆਂ ਨੇ, ਜੀ ਜਵਾਹਰ ਲਾਲ ਨਹਿਰੂ ਵੀ ਲੜਦਾ ਰਿਹਾ ਤੇ ਕਦੀ 350 ਤੋਂ ਵੱਧ ਨਹੀਂ ਖੜੀਆਂ। 350 ਤੋਂ ਵੱਧ ਕਦੀ ਸੀਟਾਂ ਨਹੀਂ ਖੜੀਆਂ। ਤੁਸੀਂ ਕਿਤੇ ਰਿਕਾਰਡ ਕੱਢ ਕੇ ਦੇਖ ਲਿਆ ਜੀ। 450 ਸੀਟ ਕੇਵਲ ਤੇ ਕੇਵਲ ਜਿਹੜੀ 84 'ਚ ਚੋਣ ਹੋਈ ਹੈ ਪਾਰਲੀਮੈਂਟ ਦੀ, ਸਿੱਖਾਂ ਨੂੰ ਬਲੀ ਦਾ ਬੱਕਰਾ ਬਣਾ ਕੇ, ਸਿੱਖਾਂ ਦੀ ਨਸਲਕੁਸ਼ੀ ਕਰਕੇ, ਸ਼੍ਰੀ ਹਰਿਮੰਦਰ ਤੇ ਹਮਲਾ ਕਰਕੇ, ਸਿੱਖਾਂ ਨੂੰ ਸਬਕ ਸਿਖਾ ਕੇ ਤੇ ਸਿੱਖਾਂ ਦਾ ਕਤਲੇਆਮ ਦਿੱਲੀ ਦੇ ਵਿੱਚ ਕਰਕੇ ਜਿਹੜਾ ਮੈਸੇਜ ਦੇ ਕੇ ਜਿਹੜਾ ਆ ਰਾਜੀਵ ਗਾਂਧੀ ਨੇ ਤੇ ਇੰਦਰਾ ਗਾਂਧੀ ਨੇ ਜਿਹੜੀਆਂ ਚੋਣਾਂ ਨੇ ਉਹ ਪਾਰਲੀਮੈਂਟ ਦੀਆਂ 84 ਦੇ ਵਿੱਚ ਜਿੱਤੀਆਂ। ਤੇ ਇਹੀ ਮਨਸੂਬੇ ਸੀ ਉਹਨਾਂ ਦੇ। ਇਸੇ ਕਰਕੇ ਉਹ ਇੱਕ ਛਲਾਵਾ ਕਰ ਰਹੇ ਸੀ, ਗੱਲਾਂ ਬਾਤਾਂ ਦਾ ਦੋ ਪਾਸੀ ਛਲਾਵਾ ਸੀਗਾ। ਅਕਾਲੀ ਦਲ ਦੀ ਲੀਡਰਸ਼ਿਪ ਨਾਲ ਵੀ ਛਲਾਵਾ ਸੀਗਾ ਤੇ ਸੰਤਾਂ ਨਾਲ ਵੀ ਛਲਾਵਾ ਸੀਗਾ। ਆਪਰੇਸ਼ਨ ਬਲੂ ਸਟਾਰ ਵੇਲੇ ਤੁਸੀਂ ਕਿੱਥੇ ਸੀ? ਮੈਂ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਸੀਗਾ ਔਰ ਸਾਡੀ ਡਿਊਟੀ ਸੀਗੀ ਜਿਹੜਾ ਸਰਾਂ ਵਾਲਾ ਪਾਸਾ, ਗੁਰੂ ਰਾਮਦਾਸ ਸਰਾਂ ਜਿਹਨੂੰ ਆਪਾਂ ਕਹਿ ਦਿੰਦੇ ਜੀ। ਤੇ ਸ਼ੁਰੂਆਤੀ ਜਿਸ ਦਿਨ 1 ਤਰੀਕ ਨੂੰ ਪਹਿਲਾਂ ਗੋਲੀ ਚੱਲਦੀ ਹੈ, ਉਸ ਦਿਨ ਗੋਲੀ ਚਲਾਉਣ ਦਾ ਮਕਸਦ ਜੋ ਅਸੀਂ ਸਮਝਦੇ ਹਾਂ ਜਾਂ ਜਿਹੜੀਆਂ ਗੱਲਾਂ ਹੁਣ ਸਾਹਮਣੇ ਆਈਆਂ ਕਿ ਜਿਹੜੀਆਂ ਏਜੰਸੀਆਂ ਸੀਗੀਆਂ ਜਾਂ ਫੋਰਸਾਂ ਸੀ ਜਾਂ ਭਾਰਤ ਸਰਕਾਰ ਜਿਹੜੀ ਚਾਹੁੰਦੀ ਸੀ ਕਿ ਗੋਲੀ ਚਲਾ ਕੇ ਦੇਖੀਏ ਕਿ ਅੰਦਰੋਂ ਕਿੱਥੋਂ ਗੋਲੀ ਆਉਂਦੀ ਹੈ, ਕਿਸ ਤਰ੍ਹਾਂ ਦੇ ਅੰਦਰ ਵੈਪਨ ਨੇ, ਉਹਦਾ ਹੀ ਟੋਹ ਲੈਣ ਵਾਸਤੇ ਉਹਦਾ ਪਤਾ ਲਾਉਣ ਦੀ ਖਾਤਰ ਜਿਹੜਾ ਸੀਗਾ। ਭਾਵੇਂ ਕਿ ਉਹ ਪਤਾ ਲਾਉਣ 'ਚ ਨਾਕਾਮਯਾਬ ਰਹੇ ਕਿਉਂਕਿ ਸਾਨੂੰ ਹਦਾਇਤਾਂ ਸੀਗੀਆਂ ਵੀ ਕਿਸੇ ਨੇ ਗੋਲੀ ਨਹੀਂ ਚਲਾਉਣੀ, ਚਲਾਈ ਜਾਣ ਦਿਓ ਇਹਨਾਂ ਨੂੰ। ਚੱਲੀ ਪਰ ਬਹੁਤ ਘੱਟ ਚੱਲੀ ਅੰਦਰੋਂ। ਤੇ ਫਿਰ ਕੀ ਹੋਇਆ ਕਿਉਂਕਿ ਉਹ ਜ਼ਿਆਦੀ ਮੋਰਚਾਬੰਦੀ ਜਿਹੜੀ ਹੈ ਨਾ ਜੀ ਉਹ 2 ਤੇ 3 ਤਰੀਕ ਨੂੰ ਹੋਈ ਹੈ। ਪਹਿਲਾਂ ਵੀ ਸੀਗੀ ਥੋੜ੍ਹੀ ਬਹੁਤੀ ਅੰਦਰ, ਪਰ ਜਿਹੜੀ ਜ਼ਿਆਦੀ ਮੋਰਚਾਬੰਦੀ ਹੈ ਉਹ 2 ਤੇ 3 ਨੂੰ ਹੁੰਦੀ ਹੈ। ਫਿਰ ਅਸੀਂ ਵੀ ਉੱਥੇ ਨੋਟ ਕੀਤਾ ਕਿ ਵੀ ਸਾਡੇ ਵਾਲੇ ਬੰਨੇ ਤੇ ਅਸੀਂ ਤਾਂ ਸਰਾਵਾਂ ਵਾਲੇ ਪਾਸੇ ਕੋਈ ਮੋਰਚਾਬੰਦੀ ਕੀਤੀ ਨਹੀਂ ਗਈ। ਤੇ ਮੈਂ ਦੇਖ ਕੇ ਕਿ ਜਿਹੜਾ ਉੱਥੇ ਪਾਣੀ ਵਾਲੀ ਟੈਂਕੀ ਹੈ ਜਿਹੜੀ ਦਰਬਾਰ ਸਾਹਿਬ ਸਾਰਿਆਂ ਨੂੰ ਸਪਲਾਈ ਕਰਦੀ ਸੀ, ਬੜੀ ਉਚਾਈ ਤੇ ਸੀ ਤੇ ਬੜੀ ਸੇਫ ਸੀਗੀ। ਤੇ ਮੈਂ ਸਾਰੀ ਚੱਕ ਚੁੱਕ ਕਰਕੇ ਤੇ ਮੈਂ ਜਾ ਕੇ ਆਪਦੇ ਭਾਈ ਅਮਰੀਕ ਸਿੰਘ ਹੋਰਾਂ ਨਾਲ ਗੱਲ ਕੀਤੀ, ਭਾਈ ਰਮਿੰਦਰ ਸਿੰਘ ਸੰਧੂ ਨਾਲ ਗੱਲ ਕੀਤੀ। ਉਹ ਕਹਿੰਦੇ ਗੱਲ ਤਾਂ ਠੀਕ ਹੈ, ਸੰਤਾਂ ਨਾਲ ਗੱਲ ਕਰ ਲੈਂਦੇ। ਸੰਤਾਂ ਕੋਲ ਮੈਂ ਵੀ ਚਲਾ ਗਿਆ, ਸੰਤਾਂ ਨਾਲ ਗੱਲ ਕੀਤੀ। ਸੰਤ ਕਹਿੰਦੇ ਵੀ ਜਨਰਲ ਸਾਹਿਬ ਨੂੰ ਲੈ ਜਾਓ। ਐਕਸੈਸ ਸੀਗਾ ਉੱਥੋਂ ਦੀ? ਹਾਂਜੀ, ਸੰਤਾਂ ਤੱਕ ਜਾਣ ਦਾ ਐਕਸੈਸ ਬਣਿਆ ਹੋਇਆ ਸੀ ਪਰ ਅੰਦਰ ਦੀ ਨਹੀਂ, ਉਦੋਂ ਅਜੇ ਕੋਈ ਨਹੀਂ ਸੀ ਗੱਲ। ਇਹ ਤੇ 1 ਤਰੀਕ ਦੀ ਜਦੋਂ ਗੋਲੀਬਾਰੀ ਬੰਦ ਹੋ ਜਾਂਦੀ ਉਸ ਤੋਂ ਬਾਅਦ ਦੀ ਗੱਲ ਹੈ। ਬਾਕੀ ਤੇ ਗੋਲੀ ਜਿਹੜੀ ਚੱਲਦੀ ਆ ਉਹ ਤੇ ਚੱਲਦੀ ਹੈ। ਦੂਸਰਾ ਕੀ ਨਾ 4 ਤਰੀਕ ਨੂੰ ਤੜਕੇ ਚੱਲਦੀ ਹੈ ਤੇ 2 ਤੇ 3 ਤਰੀਕ ਦੀ ਮੈਂ ਗੱਲ ਕਰਦਾ ਜੀ। ਇਹ 1 ਤਰੀਕ ਦੀ ਗੱਲ ਹੀ ਹੈ ਇੱਕ ਤਰ੍ਹਾਂ ਦੀ, ਲੇਟ ਨਾਈਟ ਦੀ ਲਾ ਲਓ ਥੋੜ੍ਹਾ ਜਿਹਾ। ਉੱਥੇ ਫਿਰ ਸੰਤ ਕਹਿੰਦੇ ਆ ਕਿ ਤੁਸੀਂ ਜਨਰਲ ਸ਼ੁਭੇਗ ਸਿੰਘ ਹੋਰਾਂ ਨੂੰ ਚੈੱਕ ਕਰੋ, ਜਨਰਲ ਸ਼ੁਭੇਗ ਸਿੰਘ ਹੋਰਾਂ ਨੂੰ ਲੈ ਜਾਓ। ਉਹਨਾਂ ਨੂੰ ਕਹਿੰਦੇ ਜਨਰਲ ਸਾਹਿਬ ਤੁਸੀਂ ਇੱਕ ਨਾ ਜਾ ਕੇ ਚੈੱਕ ਕਰੋ ਵੀ ਟੈਂਕੀ ਆ ਬੜੀ ਉੱਚੀ ਥਾਂ ਤੇ ਆ, ਆਪਾਂ ਨੂੰ ਚਾਹੀਦੀ ਵੀ ਹੈ, ਪਰ ਤੁਸੀਂ ਚੈੱਕ ਕਰੋ। ਉਹ ਜਨਰਲ ਸਾਹਿਬ ਨੂੰ ਨਾ ਬੈਕ ਏਚ ਸੀਗੀ, ਪਿੱਠ ਦਾ ਦਰਦ ਰਹਿੰਦਾ ਸੀ ਉਹਨਾਂ ਨੂੰ। ਹੈ ਤਾਂ ਬੜੀ ਵਧੀਆ ਉਹਨਾਂ ਦੀ ਸੀਗਾ, ਸਰੀਰ ਬੜਾ ਸਲਿਮ ਸੀਗਾ, ਬੜੇ ਐਕਟਿਵ ਸੀਗੇ, ਪਰ ਬੈਕ ਏਚ ਦੀ ਪ੍ਰੋਬਲਮ ਸੀਗੀ। ਤੇ ਮੈਨੂੰ ਕਹਿੰਦੇ ਬਲਟੋਆ ਤੂੰ ਹੁਣ ਮੈਨੂੰ ਬੁੱਢੇ ਬਾਰੇ ਚੜਾਏਗਾ ਟੈਂਕੀ ਤੇ, ਤੈਨੂੰ ਪਤਾ ਮੇਰੇ ਤੇ ਲੱਕ ਦੀ ਦਰਦ ਆ, ਪਰ ਹੁਣ ਸੰਤਾਂ ਨੇ ਹੁਕਮ ਕੀਤਾ ਤਾਂ ਮੈਂ ਚੜੂੰਗਾ ਹੀ ਚੜੂੰਗਾ। ਹੁਣ ਟੈਂਕੀ ਬੜੀ ਉੱਚੀ ਸੀਗੀ, ਉਹ ਚੜ੍ਹ ਕੇ ਜਦੋਂ ਉਹਨਾਂ ਵੇਖਿਆ ਤਾਂ ਮੈਨੂੰ ਕਹਿੰਦੇ ਵੀ ਮੋਰਚਾ ਤਾਂ ਬੜਾ ਵਧੀਆ ਪਰ ਫਾਇਦਾ ਕੋਈ ਨਹੀਂ। ਜਦੋਂ ਉਹਨੂੰ ਕਿਹਾ ਵੀ ਫਾਇਦਾ ਕੋਈ ਨਹੀਂ ਤੇ ਮੈਂ ਇਹ ਕਿਹੜਾ ਪੰਗਾ ਪਾ ਲਿਆ। ਮੈਂ ਜਨਰਲ ਸਾਹਿਬ ਵੀ ਡਾ ਵਧੀਆ। ਉਹ ਆਂਦੇ ਬਲਟੋਆ ਇਹ ਜਿਹੜਾ ਮੋਰਚਾ ਹੁੰਦਾ ਨਾ, ਮੋਰਚੇ ਤੋਂ ਹੁੰਦਾ ਏਮ ਫੇਅਰ, ਵੀ ਜਿੱਥੋਂ ਤੁਸੀਂ ਨਿਸ਼ਾਨੇ ਤੇ ਆਪਦੀ ਬੰਦੂਕ ਫਿੱਟ ਕਰ ਸਕੋ, ਆਪਦਾ ਵੈਪਨ ਫਿੱਟ ਕਰ ਸਕੋ, ਨਿਸ਼ਾਨਾ ਲਾ ਸਕੋ। ਤੇ ਨਿਸ਼ਾਨਾ ਤਾਂ ਤੁਸੀਂ ਲਾ ਹੀ ਨਹੀਂ ਸਕਦੇ ਕਿਉਂਕਿ ਉਹ ਟੈਂਕੀ ਜਿਹੜੀ ਹੁੰਦੀ ਹੈ ਨਾ ਵਿਚਲਾ ਸੀਗਾ, ਉਹ ਠਾਹ ਨੂੰ ਨਿਵਾਣ ਸੀਗੀ ਜੀ। ਉਹਦਾ ਜਿਹੜਾ ਗੋਲ ਗਲਾਈ ਜੀ ਸੀ ਨਾ ਤੇ ਉਹਦੀਆਂ ਸਾਈਡਾਂ ਨੂੰ ਨਿਵਾਣ ਸੀਗੀ ਜੀ।
ਤੇ ਨਿਵਾਣ ਜਿਹੜੀ ਹੈ ਲੱਤਾਂ ਤੁਸੀਂ ਤਾਂ ਨੂੰ ਚੁੱਕੀਆਂ, ਹੁਣ ਸਿਰ ਤੁਹਾਡਾ ਠਾਹ ਨੂੰ ਹੋਵੇ ਤੇ ਨਿਸ਼ਾਨਾ ਤੁਸੀਂ ਕਹਿੰਦੇ ਗਾਂਹ ਲਾ ਲਾਂਗੇ, ਉਹ ਹੋ ਹੀ ਨਹੀਂ Possibility ਸਕਦਾ। ਨਹੀਂ। ਉਹ ਕਹਿੰਦੇ ਵੀ ਲੱਤਾਂ ਨੀਵੀਆਂ ਚਾਹੀਦੀਆਂ ਤੇ ਸਿਰ ਥੋੜਾ ਜਿਹਾ ਉੱਚਾ ਚਾਹੀਦਾ, ਤਾਂ ਤੁਹਾਡਾ ਐਂ ਫਿਰ ਲੱਗੂਗਾ। ਫਿਰ ਕਿ ਅਸੀਂ ਸਾਨੂੰ ਦੱਸੋ ਜੀ ਕਿਵੇਂ ਕਰੀਏ, ਹੁੰਦੇ ਏਡਾ ਉੱਚਾ ਆ, ਕਿੱਥੋਂ ਤੁਸੀਂ ਇੰਨੀ ਮਿੱਟੀ ਚੜਾ ਲਓਗੇ। ਹਾਂਜੀ, ਤੇ ਅਸੀਂ ਕੋਈ ਨਹੀਂ ਜੀ ਚੜ੍ਹਦੇ ਹਾਂ। ਫਿਰ ਅਸੀਂ ਸੰਗਤ ਲਾਈ, ਜੋ ਕੁਛ ਵੀ ਅਸੀਂ ਕੁਝ ਤਖਤੇ ਤੁਖਤੇ ਪਏ ਸੀਗੇ ਉੱਥੇ ਸਟੋਰ ਦੇ ਵਿੱਚ ਪੁਰਾਣੇ, ਉਹ ਸੁੱਟੇ ਉੱਤੇ, ਉਹ ਬਰਾਬਰ ਕੀਤੇ, ਫਿਰ ਮਿੱਟੀ ਦੇ ਨਾਲ ਬਣਾਇਆ, ਫਿਰ ਉੱਤੇ ਰਜਾਈਆਂ ਰਜੂਈਆਂ ਸੁੱਟ ਸੱਟ ਕੇ ਅਸੀਂ ਮੋਰਚਾ ਵਧੀਆ ਬਣਾ ਲਿਆ। ਫਿਰ ਉਸ ਮੋਰਚੇ 'ਚ ਹੀ ਰਹੇ ਆ। 4 ਤਰੀਕ ਨੂੰ ਜਦੋਂ ਗੋਲੀ ਚੱਲਦੀ ਹੈ ਉੱਥੇ ਸੀਗੇ। ਟੈਂਕੀ ਦੇ ਵਿੱਚ ਕੋਈ ਹੋਰ ਸਪੇਸ ਵੀ ਸੀ ਜਿੱਥੇ ਲੋਕ ਖੜ ਸਕਦੇ ਸੀਗੇ? ਨਹੀਂ, ਉੱਥੇ ਉਹਦੇ ਸਪੇਸ ਹੈ ਨਹੀਂ। ਮੈਂ ਇੱਕ ਸਟੋਰੀ ਕੀਤੀ ਹੈ, ਉਹ ਬੰਦੇ ਦੇ ਤੁਹਾਡੇ ਪਿੰਡ ਨਾਨਕੇ ਹੈ, ਕੁਲਜਿੰਦਰ ਪਾਲ ਢਿੱਲੋਂ। ਵਾਹ, ਉਸ ਬੰਦੇ ਦੇ ਪਿੰਡੋਂ ਜਾ ਕੇ ਪੁੱਛ ਰਿਹਾ ਜੀ ਕੀ ਚੀਜ਼ ਆ। ਨਹੀਂ, ਮੈਂ ਤੁਹਾਡੇ ਤੋਂ ਪੁੱਛਦਾ। ਮੈਂ ਉਹ ਕਹਿੰਦੇ ਸੀ ਮੈਂ ਉਹ ਜਿਹੇ ਬੰਦੇ ਬਾਰੇ ਕਮੈਂਟ ਨਹੀਂ ਕਰਨਾ ਚਾਹੁੰਦਾ, ਠੀਕ ਹੈ ਜੀ। ਉਹਦੇ ਬੰਦੇ ਸੱਜੇ ਖੱਬੇ ਤੋਂ ਚਾਚੇ ਤਾਏ ਦੇ ਮੁੰਡਿਆਂ ਕੋਲ ਹੀ ਪੁੱਛ ਰਿਹਾ ਜੀ। ਉਹ ਪਤਾ ਹੀ ਨਹੀਂ, ਅਸੀਂ ਤਾਂ ਦਰਸ਼ਨ ਹੀ ਨਹੀਂ ਕੀਤੇ, ਅਸੀਂ ਤਾਂ ਹੁਣ ਵੀਡੀਓ 'ਚ ਹੀ ਦਰਸ਼ਨ ਕੀਤੇ। ਉਹ ਕਿੱਥੋਂ ਕਹਾਣੀਆਂ ਬਣਾਉਂਦਾ ਹੋ ਸਕਦਾ ਕਿ ਕਿਸੇ ਨਾ ਕਿਸੇ ਕੋਈ ਫੈਡਰੇਸ਼ਨ ਦੇ ਗਰੁੱਪ 'ਚ ਹੋਵੇ, ਉਹ ਫੈਡਰੇਸ਼ਨ ਦੇ ਗਰੁੱਪ 'ਚ ਕਿਸੇ ਨਾ ਕਿਸੇ ਨਾਲ ਜੁੜਿਆ ਹੋਵੇ, ਉੱਥੇ ਤੁਰਿਆ ਫਿਰਦਾ ਹੋਵੇ, ਮੈਂ ਆਈ ਡੋਂਟ ਨੋ। ਪਰ ਫੈਡਰੇਸ਼ਨ ਦੀ ਕਿਸੇ ਜਿਹੜੀ ਕਹਿਦੀ ਨਾ ਸਰਗਰਮ ਜਿਹੜੀ ਟੀਮ ਸੀਗੀ, ਉਹਨਾਂ 'ਚ ਕਿਸੇ ਤਰ੍ਹਾਂ ਦੀ ਉਹ ਗਿਣਤੀ 'ਚ ਨਹੀਂ ਸੀ। ਨਹੀਂ, ਮੈਂ ਮੋਰਚੇ ਦੀ ਗੱਲ ਕਰਨਾ ਇਕੱਲੇ। ਨਹੀਂ, ਮੋਰਚਾ ਤਾਂ ਉੱਥੇ ਹੈ ਹੀ ਨਹੀਂ ਜੀ। ਤੁਸੀਂ ਦੇਖੋ ਸਾਰੀ ਬੰਦ ਹੈ ਟੈਂਕੀ, ਜਿਹੜੀ ਥੱਲੇ ਤੋਂ ਲੈ ਕੇ ਉੱਪਰ ਤੱਕ ਬੰਦ ਹੈ ਜੀ, ਠੀਕ ਹੈ। ਤੇ ਜਿਹੜਾ ਉੱਪਰ ਜਾ ਕੇ ਖੁੱਲਦੀ ਹੈ, ਹਾਂਜੀ ਹਾਂ, ਇਸ ਤਰ੍ਹਾਂ ਵੀ ਨਿੱਕੇ ਨਿੱਕੇ ਰੋਸ਼ਨਦਾਨ ਜਿਹੜੇ ਤੁਸੀਂ ਆਮ ਟੈਂਕੀ 'ਚ ਪੁਰਾਣੀਆਂ 'ਚ ਪਤਾ ਨਹੀਂ ਦੇਖੇ ਕਿ ਨਹੀਂ ਦੇਖੇ, ਉਹ ਤੁਸੀਂ ਕਹਿ ਦਿਓ ਵੀ ਉਹਦੇ ਵਿੱਚ ਹੈਗੇ, ਹਾਂਜੀ। ਪਰ ਉਹ ਤਾਂ ਬੜੀ ਵਿਚਕਾਰ ਪੌੜੀਆਂ ਨੇ, ਤੇ ਉਹ ਉੱਥੇ ਜਾ ਕੇ ਜਿਹੜਾ ਉਹਦਾ ਇੰਨਾ ਕੁ ਸ਼ਰਾਖ ਹੈ, ਤੇ ਤੁਸੀਂ ਕਹਿੰਦੇ ਉਹਦੇ ਵਿੱਚ ਦੀ ਕੋਈ ਗੋਲੀ ਚਲਾ ਲੂਗਾ, ਇੰਪੋਸੀਬਲ। ਉਹ ਗੱਲਾਂ ਕਰੀ ਜਾਣੀਆਂ ਜਿਸ ਤਰ੍ਹਾਂ ਦੀ ਬੋਲਣਾ ਕਰਦਾ। ਮੋਰਚੇ ਤੇ ਐਕਸ਼ਨ ਕੀ ਰਿਹਾ ਤੁਹਾਡੇ? ਹਾਂਜੀ, ਉਸ ਮੋਰਚੇ ਤੋਂ ਐਕਸ਼ਨ ਕੀ ਰਿਹਾ ਫਿਰ? ਮੋਰਚੇ ਤੇ ਲੜਾਈ ਲੜਦੇ ਰਹੇ ਜਿੰਨਾ ਚਿਰ ਲੜ ਸਕਦੇ ਸੀਗੇ। ਜਦੋਂ ਫਿਰ ਕਿਉਂਕਿ ਉਹ ਅਸਲ 'ਚ ਜਿਹੜੀ ਆਰਮੀ ਸੀਗੀ, ਜਿੱਥੋਂ ਫਾਇਰ ਹੁੰਦਾ ਸੀਗਾ, ਖਤਰਨਾਕ ਫਾਇਰ ਹੁੰਦਾ ਸੀ, ਫਿਰ ਉੱਥੇ ਉਹ ਟਾਰਗੇਟ ਨੱਪ ਕਿੱਲੀ ਦਿੰਦੇ ਸੀਗੇ ਪੂਰੀ ਆਪਦੀ, ਤੇ ਉਹਦੇ ਉੱਤੇ ਉਹਨਾਂ ਨੇ ਧੂੰਆਂ ਧਾਰ ਆਪਦੀ ਕੋਸ਼ਿਸ਼ ਕੀਤੀ। ਅਖੀਰ ਜਦੋਂ ਉੱਥੇ ਬੇਵਸੀ ਹੋ ਗਈ, ਜਦੋਂ ਟੁੱਟ ਗਿਆ ਸਾਰਾ ਹੀ, ਤੇ ਫਿਰ ਜਿਹੜਾ ਕੁਦਰਤੀ ਉੱਥੋਂ ਮੋਰਚਾ ਉਹ ਬਦਲਣਾ ਹੀ ਪੈਣਾ ਸੀਗਾ। ਫਿਰ ਉੱਥੋਂ ਬਦਲ ਕੇ ਫਿਰ ਅਸੀਂ ਜਿਹੜੇ ਸਰਾਂ ਦੇ ਉੱਪਰ ਸੀਗੇ, ਕਿਉਂਕਿ ਸਰਾਂ ਦੇ ਉੱਪਰ ਜਿਹੜਾ ਹੈ ਨਾ, ਤੁਸੀਂ ਦੇਖੋਗੇ ਉਹਦੀ ਜਿਹੜੀ ਉੱਪਰਲੇ ਬਨੇਰੇ ਹੈ, ਹਾਂਜੀ, ਉਹ ਜਿਹੜੇ ਪੁਰਾਣੇ ਕਿਲੇ ਦੇ ਹੁੰਦੇ ਆ ਨਾ, ਬਿਲਕੁਲ, ਹਾਂਜੀ, ਉਸ ਟਾਈਪ ਦੇ ਹੈ। ਉਹਦੇ ਵਿੱਚ ਵਿਚਕਾਰ ਜਿਹੜੇ ਐਡੇ ਆ ਵੀ ਜਿਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਸੇਫ ਰੱਖ ਕੇ ਤੇ ਸਾਈਡ ਤੇ ਬਣੇ ਹੋਏ ਉਹਦੇ ਵਿੱਚ ਦੀ ਗੋਲੀ ਚਲਾ। ਫਿਰ ਅਸੀਂ ਉੱਥੋਂ ਚਲਾਉਂਦੇ ਰਹੇ, ਉੱਥੋਂ ਵੀ ਚਲਾਉਂਦੇ ਰਹੇ। ਫਿਰ ਕਿਉਂਕਿ ਹੋਇਆ ਕਿ ਅਸਲਾ ਕਿੰਨਾ ਕੁ ਸੀ ਭਾਜੀ ਤੁਹਾਡੇ ਕੋਲ? ਮੈਂ ਉਹੀ ਦੱਸਦਾ ਨਾ ਜੀ, ਅਸਲਾ ਅਸੀਂ ਲੈਣ ਦਾ ਜਿਹੜਾ 3 ਤਰੀਕ ਨੂੰ ਲਿਆਂਦਾ, ਜਿਹੜਾ ਕੀ ਸੀ ਕੁਛ ਮੇਰੇ ਕੋਲ LMG ਸੀ, ਮੇਰੇ ਕੋਲ LMG ਸੀ, ਨਾਲ ਦੇ ਮੁੰਡਿਆਂ ਕੋਲ SLRM ਸੀਗੀਆਂ, ਕੁਝ 303 ਵੀ ਸੀਗੀਆਂ। ਮੇਰੇ ਨਾਲ ਰਵਿੰਦਰ ਗਿੱਲ ਸੀ, ਮਨਜੀਤ ਭੋਮਾ ਸੀਗੇ, ਜਿਹੜੀ ਮੇਰੀ ਟੀਮ ਸੀਗੇ। ਹੋਰ 2-4 ਮੁੰਡੇ ਸੀਗੇ, ਹਾਂਜੀ। ਤੇ ਇਹ ਸਾਰਾ ਅਸਲਾ ਅਕਾਲ ਤਖਤ ਸਾਹਿਬ ਤੋਂ ਸੀਗਾ। ਉਦੋਂ ਤਾਂ ਪਤਾ ਹੀ ਨਹੀਂ ਸੀਗਾ, ਅਸੀਂ ਤਾਂ ਸਮਝਿਆ ਵੀ ਅਸਲਾ ਵਾਧੂ ਆ, ਜਿੰਨਾ ਲੈ ਆਂਦਾ ਵੀ ਬੈਗ ਭਰ ਕੇ ਲੈ ਆਂਦੇ ਆ ਗੋਲੀਆਂ ਦੇ, ਹਾਂਜੀ। ਅਸਲ 'ਚ ਮੇਰਾ ਖਿਆਲ ਹੈ ਕਿ 5 ਤਰੀਕ ਸਵੇਰ ਤੱਕ ਸਾਡਾ ਸੰਤਾਂ ਨਾਲ ਕਮਿਊਨੀਕੇਸ਼ਨ ਰਿਹਾ ਇੰਟਰਕੌਮ 'ਤੇ। ਇੰਟਰਕੌਮ 'ਤੇ ਰਿਹਾ ਕਮਿਊਨੀਕੇਸ਼ਨ, 'ਤੇ ਸੰਤਾਂ ਦਾ ਫੋਨ ਆਇਆ, ਅਤੇ ਸਾਰਿਆਂ ਨੂੰ ਵਾਰ-ਵਾਰ ਸੱਦ ਕੇ ਵੀ ਗੱਲ ਕਰ ਰਿਹਾ ਵੀ ਫਲਾਣੇ ਨੂੰ ਬੁਲਾਓ, ਫਲਾਣੇ ਨੂੰ ਬੁਲਾਓ। ਅਤੇ ਮੈਨੂੰ ਵੀ ਬੁਲਾਇਆ ਗਿਆ, ਮੋਰਚੇ 'ਚ ਸੱਦਿਆ ਗਿਆ ਮੈਨੂੰ ਵੀ ਸੰਤਾਂ ਨੇ ਗੱਲ ਕਰਨੀ ਤੈਨੂੰ। ਅਤੇ ਮੈਨੂੰ ਲੰਬੂ ਕਹਿੰਦੇ ਹੁੰਦੇ। ਮੇਰਾ ਨਾ ਸਰੀਰ ਇੱਕ ਬੜਾ ਕਾਰਾ ਸੀਗਾ, ਸ਼ਾਇਦ ਸੰਤਾਂ ਦੇ ਨਾਲ ਮੇਰੇ ਦਫ਼ਤਰ 'ਚ ਫੋਟੋ ਦੇਖੀ ਹੋਣੀ ਹੈ। ਅਤੇ ਮੈਨੂੰ ਕਹਿੰਦੇ ਫਤਿਹ ਬੁਲਾ ਕੇ, ਲੰਬੂ ਕਿਵੇਂ ਹੈ? ਮੈਂ ਕਿਹਾ ਚੜ੍ਹਦੀ ਕਲਾ। ਕਹਿੰਦੇ ਚੜ੍ਹਦੀ ਕਲਾ 'ਚ ਰਹਿਣਾ। ਅਤੇ ਮੈਨੂੰ ਅੱਜ ਵੀ ਸ਼ਬਦ ਯਾਦ ਨੇ ਸੰਤਾਂ ਦੇ, ਕਹਿੰਦੇ ਗੁਰੂ ਮਹਾਰਾਜ ਚੜ੍ਹਦੀ ਕਲਾ ਕਰਨਗੇ, ਪੰਥ ਦੀ ਚੜ੍ਹਦੀ ਕਲਾ ਹੋਊਗੀ। ਜਾਮ ਗੁਰੂ ਹੋਏ ਵੱਲ ਧਨੇ ਕਿਆ ਗਾਰਵ ਦਿੱਜੇ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕਿੱਜੇ। ਵੀ ਜੇ ਗੁਰੂ ਵੱਲ ਹੈ ਤਾਂ ਫਿਰ ਲੱਖਾਂ ਬਾਹਾਂ ਵੀ ਕੁਝ ਨਹੀਂ ਵਿਗਾੜ ਸਕਦੀਆਂ। ਗੁਰੂ 'ਤੇ ਭਰੋਸਾ ਰੱਖਣਾ, ਚੜ੍ਹਦੀ ਕਲਾ 'ਚ ਰਹਿਣਾ। ਅਤੇ ਮੈਂ ਕਿਹਾ ਮਹਾਂਪੁਰਸ਼ੋ ਕੋਈ ਗੱਲ ਨਹੀਂ, ਫਿਕਰ ਨਾ ਕਰੋ ਜੀ, ਸਭ ਡਟੇ ਹੋਏ। ਚਲੋ ਉਹਨਾਂ 2-4 ਮਿੰਟ ਮੇਰੇ ਨਾਲ ਗੱਲਬਾਤ ਕੀਤੀ, ਹੌਸਲਾ ਦਿੱਤਾ, ਜਿਸ ਤਰ੍ਹਾਂ ਜਰਨੈਲ ਦਾ ਫਰਜ਼ ਬਣਦਾ ਹੁੰਦਾ। ਅਤੇ ਫਿਰ ਕੀ ਹੁੰਦਾ ਕਿ ਜਦੋਂ ਅਸੀਂ ਵਿਹਣੇ ਆ ਵੀ ਸਾਡੇ ਕੋਲ ਤਾਂ ਅਸਲ ਘੱਟ ਰਹਿ ਗਿਆ। ਸ਼ਾਮਾਂ ਜਿਹੀਆਂ ਜਦੋਂ ਵੀ
ਇਹਦੇ ਦਰਮਿਆਨ ਕੀ ਹੁੰਦਾ ਕਿ ਸਾਡਾ ਨਾ ਕਮਿਊਨੀਕੇਸ਼ਨ ਉਹ ਕਿਤੇ ਉਹ ਜਿਹੜਾ ਇੰਟਰਕਮ ਸੀਗਾ ਉਹ ਟੁੱਟ ਜਾਂਦਾ ਹੈ, ਜਾਂ ਤਾਂ ਗੋਲਾ ਗਾਲਾ ਕੋਈ ਵੱਜ ਜਾਂਦਾ ਜਾਂ ਕੁਝ ਹੁੰਦਾ ਹੈ, ਇੰਟਰਕਮ ਡੈੱਡ ਹੋ ਜਾਂਦਾ। ਫਿਰ ਸਾਡੇ ਸਾਰਿਆਂ ਦੇ ਦਿਮਾਗ 'ਚ ਆਉਂਦਾ ਯਾਰ ਸੰਤਾਂ ਤੋਂ ਆਗਿਆ ਲਈਏ ਕਿ ਸੰਤਾਂ ਨੇ ਭਾਵੇਂ ਡਿਊਟੀ ਸਾਡੀ ਇੱਧਰ ਲਾਈ ਹੈ, ਪਰ ਲੜਾਈ ਤਾਂ ਸਾਰੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਹੈ। ਵੀ ਜੇ ਸੰਤਾਂ ਤੋਂ ਆਗਿਆ ਲੈ ਲਈਏ ਵੀ ਸਾਨੂੰ ਵੀ ਉਹ ਆਗਿਆ ਦੇ ਦੇਣ ਤੇ ਸਾਰੇ ਆਪਾਂ ਅਕਾਲ ਤਖਤ ਸਾਹਿਬ ਵਾਲੇ ਪਾਸੇ ਚੱਲੀਏ। ਸਹੀ। ਅਸੀਂ ਮੁੰਡੇ ਫੈਡਰੇਸ਼ਨ ਵਾਲੇ 2 ਭੇਜਦੇ ਹਾਂ, ਚਿੱਠੀ ਲਿਖ ਕੇ ਹਰਮਿੰਦਰ ਸੰਧੂ ਚਿੱਠੀ ਲਿਖਦੇ ਨੇ ਵੀ ਮਹਾਂਪੁਰਸ਼ੋ ਵੀ ਬੇਨਤੀ ਇੰਨੀ ਕਿ ਆਪ ਜੀ ਦੇ ਹੁਕਮ ਦੇ ਮੁਤਾਬਕ ਅਸੀਂ ਇੱਧਰ ਡਟੇ ਹੋਏ ਹਾਂ, ਪਰ ਅਸੀਂ ਮਹਿਸੂਸ ਕਰਦੇ ਹਾਂ ਕਿ ਲੜਾਈ ਸਾਰੀ ਸ਼੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਹੈ ਤੇ ਸਾਨੂੰ ਵੀ ਸਾਰਿਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਹੋਣਾ ਚਾਹੀਦਾ ਆ। ਆਪ ਜੀ ਆਗਿਆ ਦਿਓ ਤੁਸੀਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਜਾਈਏ। ਤੇ ਭਾਈ ਅਮਰੀਕ ਸਿੰਘ ਹੋਰਾਂ ਦੇ ਹੱਥਾਂ ਦੀ ਚਿੱਠੀ ਆਉਂਦੀ ਵਾਪਸ ਵੀ ਸੰਤਾਂ ਦਾ ਹੁਕਮ ਹੈ ਵੀ ਇੱਧਰ ਹੀ ਰਹਿਣਾ। ਭਾਈ ਅਮਰੀਕ ਸਿੰਘ ਹੋਰਾਂ ਨੇ ਲਿਖੀ ਚਿੱਠੀ, ਉਹ ਮੁੰਡੇ ਲੈ ਕੇ ਵਾਪਸ ਆ ਜਾਂਦੇ। ਸ਼ਾਮਾਂ ਜਿਹੀਆਂ ਨੂੰ ਅਸੀਂ ਮਹਿਸੂਸ ਕਰਦੇ ਹਾਂ ਸਾਡੇ ਕੋਲ ਤਾਂ ਅਸਲਾ ਬਹੁਤ ਗੋਲੀ ਸਿੱਕਾ ਬਹੁਤ ਘੱਟ ਰਹਿ ਗਿਆ, ਕੀ ਬਣੂਗਾ ਇਹ ਤੋਂ ਬਿਨਾਂ ਤਾਂ ਸਰਨਾ ਹੀ ਨਹੀਂ ਗਾ, ਬਾਕੀ ਤਾਂ ਹੁਣ ਡੰਡੇ ਹੀ ਰਹਿ ਗਏ ਨਾ ਜੇ ਉਹ ਨਾ ਹੋਇਆ। ਅਸੀਂ ਫਿਰ ਉਹ ਮੁੰਡੇ ਵਿਚਾਰੇ ਘੱਲਦੇ ਵੀ ਜਾ ਕੇ ਯਾਰ ਤੁਸੀਂ ਜਿਸ ਤਰ੍ਹਾਂ ਗਏ ਹੋ ਨਾ ਉਸ ਤਰ੍ਹਾਂ ਹੀ ਹੁਣ ਜਾਓ ਤੇ ਗੋਲੀ ਸਿੱਕਾ ਲੈ ਕੇ ਆਓ। ਉਹ ਵਿਚਾਰੇ ਜਾਂਦੇ ਮੁੜਦੇ ਹੀ ਕੁਦਰਾਤ ਜੀ ਸ਼ਹੀਦ ਹੋ ਜਾਂਦੇ ਤੇ ਉਹ ਉੱਥੇ ਗੁਜਰਾਤ ਸ਼ਹੀਦ ਹੋ ਜਾਂਦੇ ਆ। ਔਰ 5 ਤਰੀਕ ਨੂੰ ਜਦੋਂ ਬੱਬਰ ਖਾਲਸਾ ਵਾਲੇ ਨਾਨਕ ਨਿਵਾਸ ਦੇ ਪਿਛਲੇ ਪਾਸੇ, ਕਿਉਂਕਿ ਆਬਾਦੀ ਸੀ ਸਾਰੀ, ਇੱਕ ਗਲੀ ਪੈਂਦੀ ਸੀ ਛੋਟੀ ਜੀ, ਉੱਥੋਂ ਕੰਧ ਤੋੜ ਕੇ ਨਿਕਲਦੇ ਆ ਤੇ ਸਾਡੇ ਫੈਡਰੇਸ਼ਨ ਵਾਲੇ ਮੁੰਡੇ ਵੀ 2-3 ਵਿੱਚੋਂ ਨਿਕਲਦੇ ਆ, ਅੱਜ ਵੀ ਜਿਉਂਦੇ ਜਾਗਦੇ ਆ। ਤੇ ਮੈਨੂੰ ਉਹਨਾਂ 'ਚੋਂ ਇੱਕ ਜਣਾ ਕਹਿੰਦਾ, ਮਤਲਬ ਸੀਨੀਅਰ ਸੀ ਸਾਡਾ, ਮਤਲਬ ਸਾਡੇ ਬਰਾਬਰ ਦਾ ਹੀ ਸੀਗਾ, ਤੇ ਮੈਨੂੰ ਕਹਿੰਦਾ ਬਲਟੋਆ ਹੁਣ ਕੋਈ ਫਾਇਦਾ ਨਹੀਂ ਗਾ, ਨਿਕਲ ਚਲੀਏ ਵੀ ਉਹ ਨਿਕਲ ਗਏ ਨੇ, ਵੀ ਬੱਬਰ ਨਿਕਲ ਗਿਆ ਤੇ ਮੌਕਾ ਹੈਗਾ ਤੇ ਹੁਣ ਕੋਈ ਫਾਇਦਾ ਨਹੀਂ ਲੜਾਈ ਜਿਸ ਤਰ੍ਹਾਂ ਦੀ ਦੇਤੀ ਹੈ। ਮੈਂ ਕਿਹਾ ਨਹੀਂ, ਜਾਂ ਮਰਾਂਗੇ ਜਾਂ ਮਾਰਾਂਗੇ। ਉਹ ਸਾਡੇ ਸਾਹਮਣੇ ਨਿਕਲ ਕੇ ਜਾਂਦਾ, ਸਾਨੂੰ ਪਤਾ ਵੀ ਹੁੰਦਾ ਵੀ ਇੱਥੇ ਹੁਣ ਇੱਥੇ ਕਰਕੇ ਕੰਧ ਟੁੱਟੀ ਪਈ ਹੈ, ਬਸ ਐਵੇਂ ਕਹਿ ਲਓ ਵੀ 50 ਮੀਟਰ ਦੀ ਦੂਰੀ 'ਤੇ ਲਾ ਲਓ, ਇਹ ਇੰਨੀ ਕੁ ਦੂਰੀ 'ਤੇ ਸੀਗੀ, ਪਰ ਅਸੀਂ ਨਹੀਂ ਨਿਕਲਦੇ ਇਸ ਕਰਕੇ ਕਿ ਲੜਾਈ ਲੜਨੀ ਹੈ, ਜਾਂ ਮਰਾਂਗੇ ਜਾਂ ਮਾਰਾਂਗੇ। ਹਾਂਜੀ, ਪਰ ਉਹ ਐਮੂਨੇਸ਼ਨ ਦੀ ਘਾਟ, ਫਿਰ ਹਾਲਾਤ ਉੱਥੇ ਅਜਿਹੇ ਬਣੇ ਜਿਹਨੂੰ ਮੈਂ ਐਕਸਪਲੇਨ ਕਰਨ ਲੱਗਾ ਤੇ ਬਹੁਤ ਲੰਬਾ ਹੋ ਜਾਊਗਾ। ਤੇ ਉਹ ਉੱਥੇ ਫੌਜ ਜਦੋਂ ਐਂਟਰ ਹੁੰਦੀ ਹੈ ਤੇ ਉੱਥੇ ਫਿਰ ਕਿਉਂਕਿ ਗੋਲੀ ਸਿੱਕਾ ਕੋਈ ਹੈ ਨਹੀਂ ਸੀਗਾ ਤੇ ਅਖੀਰ ਜਿਹੜਾ ਆ ਉਹ ਉਸ ਫੌਜ ਸਾਨੂੰ ਵੀ ਘੇਰ ਲੈਂਦੀ ਹੈ। ਪਰ ਕਿਉਂਕਿ ਸਾਨੂੰ ਪਤਾ ਸੀਗਾ ਵੀ ਅਸੀਂ ਮਤਲਬ ਵਾਂਟਡ ਬੰਦੇ ਹਾਂ, ਅਸੀਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਉਸ ਤਰੀਕੇ ਨਾਲ ਰੱਖਿਆ। ਜਿਹੜੇ ਵਿਚਾਰੇ ਇਨੋਸੈਂਟ ਸੀਗੇ, ਜਿਹੜੇ ਸਮਝਦੇ ਵੀ ਅਸੀਂ ਤਾਂ ਸ਼ਰਧਾਲੂ ਹਾਂ ਜੀ, ਅਸੀਂ ਤਾਂ ਮੱਥਾ ਟੇਕਣਾ ਹੈ, ਉਹ ਗਾਂਹ ਉਹ ਕਮੀਂਦੇ ਸੀਗੇ। ਨੁਕਸਾਨ ਜ਼ਿਆਦਾ ਉਹਨਾਂ ਦਾ ਹੋਇਆ, ਉਹਨਾਂ ਦਾ ਨੁਕਸਾਨ ਹੋਇਆ ਔਰ ਬੜਾ, ਉਹ ਤਾਂ ਬਿਆਨ ਨਹੀਂ ਕੀਤਾ ਜਾ ਸਕਦਾ। ਤੁਸੀਂ ਅਰੈਸਟ ਹੋ ਗਏ ਉਦੋਂ? ਫਿਰ ਅਰੈਸਟ ਹੋ ਗਏ ਸੀ। ਕਿੰਨਾ ਚਿਰ ਜੇਲ੍ਹ 'ਚ ਰਹਿਣਾ ਪਿਆ? ਉੱਥੋਂ ਜੀ ਲੈ ਗਏ ਫੌਜੀ ਕੈਂਪਾਂ 'ਚ। 6 ਤਰੀਕ ਨੂੰ ਰਾਤ ਨੂੰ ਸਾਨੂੰ ਫੌਜੀ ਕੈਂਪਾਂ 'ਚ ਲੈ ਜਾਂਦੇ। ਸੰਤਾਂ ਬਾਰੇ ਪਤਾ ਲੱਗ ਗਿਆ ਸੀ ਉਦੋਂ ਤੱਕ ਤੁਹਾਨੂੰ? ਸੰਤਾਂ ਬਾਰੇ ਤਾਂ ਅੰਡਰਸਟੂਡ ਹੀ ਸੀਗਾ ਕਿ ਸੰਤਾਂ ਨੇ ਤਾਂ ਸ਼ਹੀਦੀ ਪ੍ਰਾਪਤ। ਅੱਛਾ ਭਾਜੀ, ਇੱਕ ਗੱਲ ਹੋਰ ਇੱਥੇ ਕਿ ਸੰਤਾਂ ਦੀ ਸ਼ਹਾਦਤ ਹੋ ਜਾਂਦੀ ਹੈ, ਇਹ ਗੱਲ ਉਦੋਂ ਪਤਾ ਲੱਗੀ, ਕੁਛ ਕੁ ਨੂੰ ਬਹੁਤ ਦੇਰ ਬਾਅਦ ਪਤਾ ਲੱਗੀ। ਇੱਕ ਗੱਲ ਜਿਹੜੀ ਨਾਲ ਨਾਲ ਬਾਬਾ ਠਾਕਰ ਸਿੰਘ ਹੋਰਾਂ ਦੇ ਵੱਲੋਂ ਚਲਾਈ ਗਈ ਕਿ ਸੰਤ ਜਿੰਦਾ ਨੇ ਪਾਕਿਸਤਾਨ ਨਿਕਲ ਗਏ ਜਾਂ ਕੁਛ ਹੋਰ ਹੈ, ਉਹ ਜੋਤ ਜਗੂਗੀ, ਕਾਫੀ ਕੁਛ ਚੀਜ਼ਾਂ ਸੀ, ਬੋਤਲ ਪਾਣੀ ਦੀ ਭਰੀ ਆ ਉਹਦਾ ਰੰਗ ਬਦਲ ਜੂ, ਉਹ ਗੱਲਾਂ ਕਿਹਨੇ ਤੇ ਕਿਉਂ ਪ੍ਰਚਾਰੀਆਂ? ਉਹ ਜੋ ਸਾਡੇ ਵਰਗੇ ਮਹਿਸੂਸ ਕਰਦੇ ਆ ਨਾ ਜੀ, ਉਹਦੇ ਪਿੱਛੇ ਵੀ ਕੇਂਦਰੀ ਹਕੂਮਤ ਦੀਆਂ ਚਾਲਾਂ ਸੀਗੀਆਂ ਵੀ ਸਿੱਖਾਂ ਨੂੰ ਗੁੰਮਰਾਹ ਕਰ ਛੱਡੋ, ਸਿੱਖਾਂ ਦੇ ਵਿੱਚ ਜਜ਼ਬੇ ਨੂੰ ਘਟਾਉਣ ਦੀ ਖਾਤਰ, ਸਿੱਖਾਂ ਦੇ ਵਿੱਚੋਂ ਰੋਸ ਘਟਾਉਣ ਦੀ ਖਾਤਰ, ਸਿਰਫ ਇਹ ਵੀ ਰੋਸ ਨਾ ਪੈਦਾ ਹੋਵੇ ਜਾਂ ਇਹ ਨਾ ਹੋਵੇ ਕਿ ਇਸ ਥਾਂ 'ਤੇ ਕੋਈ ਨਵਾਂ ਜਥੇਦਾਰ ਆ ਜਾਏ ਤੇ ਅਗਵਾਈ ਕਰ ਲਵੇ। ਵੀ ਜੇ ਸੰਤਾਂ ਦੀ ਸ਼ਹੀਦੀ ਡਿਕਲੇਅਰ ਹੁੰਦੀ ਆ ਤੇ ਜਥੇਦਾਰ ਦੀ ਚੋਣ ਤੇ ਹੋਣੀ ਹੋਣੀ ਹੈ, ਅਗਲਾ ਹੋਊ ਤੇ ਅਗਲਾ ਆਊਗਾ ਤੇ ਅਗਲਾ ਅਗਵਾਈ ਕਰੂਗਾ, ਆਗੂ ਮਿਲ ਜੂ ਕੌਮ ਨੂੰ ਤੇ ਅਗਵਾਈ ਕਰੂਗਾ ਤੇ ਸਾਡੇ ਹੱਥੇ ਭੜਤੂ ਪਾਊਗਾ। ਉਹ ਏਜੰਸੀਆਂ ਨੇ ਚਾਲਾਂ ਖੇਡ ਕੇ ਬਾਬੇ ਠਾਕਰ ਸੋਰੀ ਬੜੇ ਸਤਿਕਾਰ ਸੀਗੇ, ਸਤਿਕਾਰ ਤਾਂ ਸਾਡੇ ਵਾਸਤੇ ਤੇ ਹੈਗੇ ਸੀ, ਜਿਨ੍ਹਾਂ ਦੇ ਬਾਬੇ ਜਰਨੈਲ ਸੋਰੀ ਸਤਿਕਾਰ ਕਰਦੇ ਸੀਗੇ, ਜਿਨ੍ਹਾਂ ਦੇ ਪੈਰੀਂ ਹੱਥ ਲਾਉਂਦੇ ਸੀਗੇ, ਤੇ ਜਿਨ੍ਹਾਂ ਨੂੰ ਪਤਾ ਨਹੀਂ ਅਸੀਂ ਤੇ ਵਹਿੰਦੇ ਰਹੇ ਬਾਬੇ ਠਾਕਰ ਸੋਰਾਂ ਨੂੰ ਜੋ ਮਾਣ ਦਿੰਦੇ ਰਹੇ ਸੀ। ਮੈਂ ਉਹਨਾਂ ਦੇ ਜੋ ਕਰਦੇ ਸੀਗੇ ਉਹਦੇ ਪਿੱਛੇ ਕੀ ਉਹਨਾਂ ਦੀ ਭਾਵਨਾ ਸੀ, ਮੈਂ ਉਹਦੇ ਉੱਤੇ ਕਿੰਤੂ ਪਰੰਤੂ ਨਹੀਂ ਕਰਦਾ। ਪਰ ਇਹ ਕੋਈ ਦੁਰਾਵਾ ਨਹੀਂ ਗਿਆ ਕਿ ਉਹ ਕੇਂਦਰੀ ਹਕੂਮਤ ਦੀਆਂ ਹੀ
ਸਾਰੀਆਂ ਜਿਹੜੀਆਂ ਚਾਲਾਂ ਸੀ। ਫਿਰ ਉਹ ਸਾਨੂੰ 6 ਤਰੀਕ ਰਾਤ ਨੂੰ ਸਾਨੂੰ ਫੌਜੀ ਕੈਂਪਾਂ 'ਚ ਲੈ ਜਾਂਦੇ ਜੀ। ਉੱਥੇ ਫਿਰ ਉਹ ਕੁਦਰਤੀ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕਿਹੜਾ ਕੌਣ ਆ। ਮੇਨ ਤਾਂ ਸਾਰਿਆਂ ਦਾ ਜਿਹੜਾ ਉਹਨਾਂ ਨੂੰ ਪਤਾ ਲੱਗ ਹੀ ਜਾਂਦਾ। ਸਾਨੂੰ ਵੱਖੋ ਵੱਖ ਕਰ ਲੈਂਦੇ ਆ। ਅਸੀਂ ਉੱਥੇ 10 ਦਿਨ ਰਹਿੰਦੇ ਹਾਂ। ਇੰਟਰੋਗੇਸ਼ਨ ਹੁੰਦੀ ਹੈ ਉੱਥੇ ਇੰਟਰੋਗੇਸ਼ਨ ਨਹੀਂ, ਪਰ ਉੱਥੇ ਜਲੀਲ ਬਹੁਤ ਕੀਤਾ ਜਾਂਦਾ ਸੀਗਾ। ਫੌਜੀ ਕੈਂਪ ਸੀਗੇ। ਇੰਟਰੋਗੇਸ਼ਨ ਉਸ ਤੋਂ ਬਾਅਦ ਸ਼ੁਰੂ ਹੁੰਦੀ ਹੈ। ਸਾਨੂੰ 17 ਜੂਨ ਨੂੰ ਕੁਛ ਚੁਣਿੰਦਾ ਬੰਦਿਆਂ ਨੂੰ ਕੱਢਿਆ ਜਾਂਦਾ, ਜਿਨ੍ਹਾਂ 'ਚ ਮੈਂ ਸੀਗਾ, ਰਜਿੰਦਰ ਸਿੰਘ ਮਹਿਤਾ ਸੀ, ਅਮਰਜੀਤ ਸਿੰਘ ਚਾਵਲਾ ਸੀ, ਇੱਕ ਜਨਲਾਭ ਸਿੰਘ ਪੰਜਵੜ, ਤੇ ਇਸ ਤਰ੍ਹਾਂ ਹੀ 4-5 ਜਣੇ ਹੋਰ ਸੀ। ਇੱਕ ਪਾਕਿਸਤਾਨੀ ਸੀਗਾ, ਉਹ ਵਿਚਾਰਾ ਸਿੰਧੀ ਸਿੱਖ ਸੀਗਾ, ਇੱਧਰ ਯਾਤਰਾ 'ਤੇ ਆਇਆ ਸੀ। ਉਹ ਇੱਥੇ ਹੀ ਰਹਿਣਾ ਉਹਨੇ ਕਿਤੇ ਸ਼ੁਰੂ ਕਰਤਾ। ਉਹਦਾ ਕੋਈ ਲਾਗਾ ਦੇਗਾ ਵੀ ਨਹੀਂ ਸੀ ਨਾਲ ਕੋਈ। ਪ੍ਰਲਾਦ ਸਿੰਘ ਸੀਗਾ, ਉਹਨੂੰ ਨਾਲ ਸਾਡੇ ਬੀੜਤਾ। ਬੀਬੀ ਅਮਰਜੀਤ ਕੌਰ, ਭਾਈ ਫੌਜਾ ਸਿੰਘ ਖੰਡਗੀਰੀ ਜਥੇਦਾਰਾਂ ਦੀ ਸਿੰਘਣੀ ਸੀਗੀ ਜੀ। ਇਹਨਾਂ ਨੂੰ ਸਾਨੂੰ ਵੱਖਰਿਆਂ ਕਰ ਲਿਆ। ਬੀਬੀ ਜੀ ਦਾ ਨਹੀਂ ਪਤਾ ਵੀ ਉਹਨਾਂ ਨੂੰ ਕਦੋਂ ਲੈ ਕੇ ਆਏ। ਵੀ ਸਾਨੂੰ ਜਦੋਂ ਕੱਢਿਆ ਨਾ ਤਾਂ ਕੱਢ ਕੇ ਸਾਨੂੰ ਇੱਕ ਕਮਰੇ 'ਚ ਕਰਤਾ। ਤਾਂ ਸਾਨੂੰ ਇਹ ਪਤਾ ਲੱਗ ਗਿਆ ਵੀ ਹੁਣ ਇਹ ਕੋਈ ਨਾ ਕੋਈ ਭਾਣਾ ਵਾਪਰੂਗਾ। ਫਿਰ ਅਸੀਂ ਉੱਥੇ ਸਾਰਿਆਂ ਨੇ ਸਲਾਹ ਕੀਤੀ ਵੀ ਹੁਣ ਇਹ ਆਪਾਂ ਨੂੰ ਸਰਹੱਦ 'ਤੇ ਲਿਜਾ ਕੇ ਮਾਰ ਦੇਣਗੇ ਤੇ ਸ਼ਹੀਦ ਕਰਨਗੇ ਤੇ ਜਕਾਰੇ ਛੱਡਣੇ। ਮਤਲਬ ਕਿਸੇ ਨੇ ਕਮਜ਼ੋਰੀ ਨਹੀਂ ਵਿਖਾਉਣੀ, ਸਾਰੇ ਚੜ੍ਹਦੀ ਕਲਾ। ਜਿਵੇਂ ਕਹਦੀਏ ਕਈ ਵਿਚਾਰੇ ਉਹੋ ਜਿਹੇ ਸੀ ਜਿਨ੍ਹਾਂ ਦਾ ਵਿਚਾਰਾਂ ਦਾ ਲਾਗਾ ਤੇ ਉਹਨੇ 2-3 ਇਹੋ ਜਿਹੇ ਬੰਦੇ ਵੀ ਸੀ ਜਿਨ੍ਹਾਂ ਦਾ ਕੋਈ ਬਾਹਲਾ ਲਾਗਾ ਤੇ ਨਹੀਂ ਸੀਗਾ। ਉਹ ਵੀ ਪੂਰੇ ਕਹਿਣ ਵੀ ਕੋਈ ਗੱਲ ਨਹੀਂ ਜੀ, ਲਾਂਭਾ ਨਹੀਂ ਆਉਂਦਾ। ਤੇ ਸਾਨੂੰ ਉੱਥੋਂ ਉਹਨਾਂ ਨੇ ਸਾਡੀਆਂ ਅੱਖਾਂ ਬੰਨ੍ਹ ਲਈਆਂ, ਬਾਹਾਂ ਪਿੱਛੇ ਕਰਕੇ ਬੰਨ੍ਹ ਲਈਆਂ। ਨਹੀਂ, ਅੱਖਾਂ ਸਾਰੀਆਂ ਥੱਲੇ ਲਿਆਣ ਕੇ ਕਮਰੇ 'ਚ ਬੰਨ੍ਹਦੇ ਆ, ਜਿੱਥੇ ਸਾਡੇ ਕੋਈ ਆਰਮੀ ਆਫੀਸਰ ਬੈਠੇ ਹੁੰਦੇ ਆ, ਪੁਲਿਸ ਅਫੀਸ਼ੀਅਲ ਹੁੰਦੇ ਨੇ, ਤੇ ਸਾਨੂੰ ਲਈ ਆਉਂਦੇ ਆ। ਤੇ ਸਾਨੂੰ ਪਤਾ ਸੀ ਸ਼ਹੀਦ ਕਰ ਦੇਣਾ। ਤੇ ਅਸੀਂ ਫਿਰ ਅਜੇ ਸਾਨੂੰ ਹੱਥ ਕੜੀਆਂ ਤੋਂ ਉੱਥੇ ਆਣ ਕੇ ਲਾਉਂਦੇ ਆ ਥੱਲੇ ਹੀ ਕਮਰੇ 'ਚ। ਉੱਥੋਂ ਜੋ ਸਾਨੂੰ ਉੱਤੋਂ ਲਿਆਏ ਆ ਤੇ ਦੋਵੇਂ ਪਾਸੇ ਸਾਡੇ ਹਥਿਆਰਬੰਦ ਜਿਹੜੇ ਆ ਫੌਜ ਵਾਲੇ ਚੱਲ ਰਹੇ ਆ। ਤੇ ਫਿਰ ਅਸੀਂ ਫੌਜ ਵਾਲਿਆਂ ਨੂੰ ਐਂ ਹੀ ਕਰਦੇ ਆਉਣੇ ਵੀ ਜਿਤਨਾ ਨਾ ਵੀ ਹੁਣ ਜਦੋਂ ਕਰਨਾ ਕਰ ਲਓ। ਹੱਥ ਉਹ ਸਾਡੇ ਨੂੰ ਅੱਖਾਂ ਕੱਢਦੇ ਤੁਹਾਡੇ? ਹਾਂ, ਹੱਥ ਥੱਲੇ ਆਣ ਕੇ ਬੰਨ੍ਹਦੇ ਕਮਰੇ 'ਚ ਆਣ ਕੇ ਬੰਨ੍ਹਦੇ ਆ, ਹੱਥ ਵੀ ਬੰਨ੍ਹਦੇ ਆ, ਅੱਖਾਂ ਵੀ ਬੰਨ੍ਹਦੇ ਆ, ਹੱਥ ਕੜੀਆਂ ਬੁਲਾਉਂਦੇ ਆ। ਉੱਥੋਂ ਸਾਨੂੰ ਨੂੜ ਲੈਂਦੇ। ਮਤਲਬ ਕਿ ਜਦੋਂ ਸਾਨੂੰ ਨਹੀਂ ਪਤਾ ਹੁੰਦਾ ਵੀ ਹੁਣ ਇਹਨਾਂ ਕਿੱਥੇ ਲੈ ਕੇ ਜਾਣਾ। ਤੇ ਉੱਥੋਂ ਫਿਰ ਸਾਨੂੰ ਬਾਈ ਏਅਰ ਜਿਹੜਾ ਆ, ਸਾਨੂੰ ਉਦੋਂ ਪਤਾ ਲੱਗਦਾ ਵੀ ਇਹ ਵੀ ਨਹੀਂ ਪਤਾ ਲੱਗਦਾ ਵੀ ਕੱਚ ਚੜਾਇਆ। ਪਰ ਇਹ ਇੱਕ ਫੌਜੀ ਆਫੀਸਰ ਹਿੰਦੀ 'ਚ ਬੋਲਦਾ ਵੀ ਇਹ ਮਤ ਫਤੂਰ ਰੱਖਣਾ कि जहाज में गोली नहीं चल सकती। अच्छा। हमारे पास ऐसी गोली है, आपको लगेगी कि जहाज का कुछ नहीं बिगड़ेगा। ਹੁੰਦਾ ਨਾ ਵੀ ਜੇ ਗੋਲੀ ਅੰਦਰ ਚੱਲੂਗੀ ਤੇ ਜਹਾਜ਼ ਦਾ ਵੀ ਨੁਕਸਾਨ ਹੋ ਜਾਊਗਾ। ਵੀ ਫਤੂਰ ਨਹੀਂ ਰੱਖਣਾ, ਕੋਈ ਸ਼ਰਾਰਤ ਨਹੀਂ ਕਰਨੀ। ਫਿਰ ਉੱਥੇ ਸਾਨੂੰ ਪਤਾ ਲੱਗਾ ਵੀ ਸਾਨੂੰ ਤਾਂ ਜਹਾਜ਼ 'ਚ ਇਹਨਾਂ ਨੇ ਵਾੜਿਆ, ਕਿਉਂਕਿ ਥੱਲੇ ਸੀਟਾਂ 'ਚ ਵਾੜਤਾ। ਹਾਂਜੀ, ਲੱਤਾਂ ਸਾਡੀਆਂ ਅਗਲੀ ਸੀਟ 'ਚ, ਸਿਰ ਸਾਡਾ ਪਿੱਛੇ ਕਰਕੇ ਬੰਨਿਆ। ਤੇ ਸਾਨੂੰ ਲੈ ਗਏ। ਕਿੱਥੇ ਲੈ ਗਏ ਸਾਨੂੰ ਕੁਝ ਨਹੀਂ ਪਤਾ। ਸਾਨੂੰ ਵੱਖ-ਵੱਖ ਤਾਰਿਆ ਗਿਆ, ਵੱਖ-ਵੱਖ ਉੱਥੇ ਹੈਲੀਕਾਪਟਰ ਸੀ ਜਾਂ ਨਹੀਂ, ਮੇਰੇ ਖਿਆਲ ਆਰਮੀ ਦਾ ਕੋਈ ਵੱਡਾ ਹੋਣਾ ਕੋਈ। ਉੱਥੇ 에ਅਰਪੋਰਟ ਤੋਂ ਚੜਾਇਆ? 에ਅਰਪੋਰਟ ਤੋਂ ਦੇਖਿਆ ਤਾਂ ਹੈ ਹੀ ਕੱਖ ਨਹੀਂ ਕੀ ਸੀਗਾ, ਪਰ ਵੱਡਾ ਸੀਗਾ ਕੋਈ ਜਹਾਜ਼। ਉੱਥੇ ਫਿਰ ਜਿੱਥੇ ਲੈ ਜਾਂਦੇ ਆ ਨਾ, ਲੈ ਕੇ ਤੇ ਜਾਂਦੇ ਜੋਧਪੁਰ ਜੇਲ੍ਹ 'ਚ, ਪਰ ਸਾਨੂੰ ਨਹੀਂ ਪਤਾ ਹੁੰਦਾ। ਬਾਅਦ 'ਚ ਪਤਾ ਲੱਗਦਾ। ਤਾਂ ਮੈਨੂੰ ਜਦੋਂ ਜੇਲ੍ਹ ਦੇ ਵਿੱਚ ਅੰਦਰ ਲੈ ਕੇ ਜਾਂਦੇ ਆ ਨਾ, ਤੇ ਉਹ ਹਿੰਦੀ ਬੋਲਣ ਰਾਜਸਥਾਨੀ 'ਚ ਸੀ। ਅਰੇ ਸਰਦਾਰ, पैर ऊपर करो, मुंडी नीचे करो। फिर उन्हें 2-3 आख्या, बड़े जोर नाल आख्या, ला के मैंने आख्या, तुझे बोला पैर ऊपर करो, मुंडी नीचे करो। मैं कहा मैं तो नहीं करता, जो करनी तो खुद कर लो। मैं हूँ जे ना करना जो करना आपे कर लेना, मैं मतलब आपे करता। फिर असल 'ਚ है की सीगा भी ਜਿਹੜੀ ਉਹ ਦਰਵਾਜ਼ਾ ਹੁੰਦਾ ਨਾ ਜੇਲ੍ਹ ਦਾ, ਛੋਟਾ ਹੁੰਦਾ, ਤੇ ਉਹ ਛੋਟਾ ਦਰਵਾਜ਼ਾ ਸੀ। ਉਹਦਾ ਕਹਿਣ ਦਾ ਸੀ ਪੈਰ ਉੱਪਰ ਕਰ ਤੇ ਸਿਰ ਥੱਲੇ ਦੀ ਕਰ, ਨੀਵਾਂ ਹੋ ਕੇ ਲੰਘ। ਤੇ ਮੈਨੂੰ ਭੁਲੇਖਾ ਲੱਗੇ ਵੀ ਇਹ ਹੁਣ ਪੁੱਠਾ ਪੰਗਾ ਲੈਣ ਲੱਗੇ ਵੀ ਮੈਨੂੰ ਪੁੱਠਿਆ ਲੱਗੇ ਕਰਨ। ਤੇ ਮੈਂ ਤਾਂ ਨਹੀਂ ਕਰਦਾ, ਤੁਸੀਂ ਆਪੇ ਕਰ ਲਓ। ਚਲੋ ਜੀ, ਉਹਨਾਂ ਲਿਜਾ ਜੂ ਕੇ ਤੇ ਬੇੜੀਆਂ ਲਾ ਕੇ ਤੇ ਸਾਨੂੰ ਰਾਤ ਦੇ ਟਾਈਮ ਸਾਨੂੰ ਚੱਕੀ 'ਚ ਬੰਦ ਕਰਤਾ। ਤੇ ਇੱਕ ਕੈਦੀ ਜਿਹਾ ਸੀ, ਉਹ ਰੋਟੀ ਲੈ ਕੇ ਆਇਆ। ਪਤਾ ਨਹੀਂ ਉਹਨੂੰ ਵਿਚਾਰੇ ਨੂੰ ਕੀ ਹਮਦਰਦੀ ਸੀਗੀ। ਉਹਨੇ ਮੈਨੂੰ ਸ਼ਬਦ ਇਹਨਾਂ ਜ਼ਰੂਰਤ ਹੈ, ਸਰਦਾਰ ਜੀ ਖਾਣਾ ਜ਼ਰੂਰ ਖਾਣਾ। ਤੇ ਖਾਣਾ ਖੂਣਾ ਤਾਂ ਕੀ ਖਾਣਾ ਸੀਗਾ, ਚਲੋ ਦੇਖਿਆ ਦੁਖਿਆ। ਫਿਰ ਕੀ ਹੁੰਦਾ ਕਿ ਉੱਥੇ ਸਾਨੂੰ ਚੱਕੀਆਂ 'ਚ ਬੰਦ ਕਰ ਦਿੰਦੇ ਆ। ਤੇ ਸਾਨੂੰ ਇਹੀ ਉਹ ਕਹਿੰਦੇ ਆ
ਕਿ ਤੂੰ ਇਕੱਲਾ ਹੀ ਹੈ ਇੱਥੇ, ਬਾਕੀ ਕੋਈ ਨਹੀਂ ਹੈਗਾ। ਤੇ ਜਦੋਂ ਕਿ ਰਾਤ ਨੂੰ ਬੇੜੀਆਂ ਬੂੜੀਆਂ ਦੀ ਆਵਾਜ਼ ਇੱਕ ਦੂਜੇ ਦੀ ਸਾਨੂੰ ਖੜਕ ਦਿੰਦੀ ਹੈ, ਆਵਾਜ਼ ਆ ਜਾਂਦੀ ਹੁੰਦੀ, ਤੇ ਮੈਨੂੰ ਇਹਨਾਂ ਪਤਾ ਸੀ ਬਾਕੀ ਵੀ ਇੱਥੇ ਹੀ ਹੈ। ਉੱਥੇ ਸਾਡੀ ਇੰਟੈਰੋਗੇਸ਼ਨ ਸ਼ੁਰੂ ਹੁੰਦੀ ਹੈ, ਸਾਨੂੰ ਉੱਥੋਂ ਹੀ ਕੱਢਿਆ ਜਾਂਦਾ, ਉੱਥੇ ਇੰਟੈਰੋਗੇਟ ਕੀਤਾ ਜਾਂਦਾ ਹੈ। ਜਿਹੜੀਆਂ ਹਿੰਦੁਸਤਾਨ ਦੀਆਂ ਜਿੰਨੀਆਂ ਏਜੰਸੀਆਂ, ਚਾਹੇ CBI ਹੈ, ਚਾਹੇ IB ਹੈ, ਚਾਹੇ ਰੋ ਹੈ, ਚਾਹੇ ਮਿਲਟਰੀ ਇੰਟੈਲੀਜੈਂਸ ਹੈ, ਸਾਰੀ ਉੱਥੇ ਜਿਹੜੇ ਆ ਸਾਡੀ ਇੰਟੈਰੋਗੇਸ਼ਨ ਜਿਹੜੀ ਹਰੇਕ ਤਰ੍ਹਾਂ ਦੀ, ਜਿਸਮਾਨੀ ਵੀ, ਮਾਨਸਿਕ ਵੀ, ਤੇ ਲੰਬੀ, ਇਹ ਨਹੀਂ ਕਿ ਕੋਈ 10 ਦਿਨ ਦੀ, 20 ਦਿਨ ਦੀ, ਮਹੀਨੇ ਦੀ, ਮਤਲਬ ਮੇਰਾ ਖਿਆਲ ਹੈ ਕਿ 6 ਮਹੀਨੇ ਸਾਡੀ ਇੰਟੈਰੋਗੇਸ਼ਨ ਚੱਲਦੀ ਰਹੀ। ਤੇ ਚੱਕੀ 'ਚ ਬਾਹਰ ਕੱਢਦੇ ਸੀ ਤੇ ਅੱਖਾਂ ਬੰਨ੍ਹ ਲੈਂਦੇ ਸੀਗੇ, ਤੇ ਨਾ ਸਾਨੂੰ ਪਤਾ ਲੱਗਦਾ ਵੀ ਸੂਰਜ ਕਿੱਧਰੋਂ ਚੜ੍ਹਦਾ ਕਿੱਧਰੋਂ ਨਹੀਂ ਚੜ੍ਹਦਾ, ਤੇ ਕੋਈ ਮੁਲਾਕਾਤ ਨਹੀਂ, ਤੇ ਕੋਈ ਖਬਰ ਨਹੀਂ, ਤੇ ਕੋਈ ਅਖਬਾਰ ਨਹੀਂ ਕਿਸੇ ਤਰ੍ਹਾਂ ਦੀ ਵੀ। ਇੱਥੋਂ ਤੱਕ ਕਿ ਮੈਂ ਇੱਕ ਦਿਨ, ਜਿਹੜਾ ਸਾਡਾ ਰੋਜ਼ ਆਫੀਸਰ ਆਉਂਦਾ ਹੁੰਦਾ ਸੀ, ਮੈਨੂੰ ਤੋਂ ਬਾਅਦ 'ਚ ਉਹਦਾ ਨਾਂ ਦਾ ਵੀ ਅੱਜ ਵੀ ਚੇਤੇ ਹੈ, ਕਿਸ਼ਨ ਸਿੰਘ ਤੰਵਰ, ਐਗਜ਼ੀਕਿਊਟਿਵ ਜੇਲਰ ਸੀਗਾ। ਉਹ ਬਾਅਦ 'ਚ ਪਤਾ ਲੱਗਾ, ਪਹਿਲਾਂ ਤਾਂ ਦੱਸਦੇ ਕੱਖ ਨਹੀਂ ਸੀਗੇ। ਤੇ ਮੈਂ ਉਹਨੂੰ ਸਵਾਲ ਕੀਤਾ, ਉਹਨੇ ਰੋਜ਼ ਆਉਣਾ। ਅੱਛਾ, ਹੋਇਆ ਕੀ ਕਿ ਜਦੋਂ ਇਹਨੇ ਸਾਨੂੰ ਬੇੜੀ ਲਾ ਕੇ ਰਾਤ ਬੰਦ ਕਰਤਾ, ਮੈਂ ਸ਼ੁਰੂਆਤੀ ਗੱਲ 'ਤੇ ਆਉਣਾ ਜੀ, ਤੇ ਸਵੇਰੇ ਪਾਣੀ ਆ ਗਿਆ ਟੂਟੀ 'ਚ, ਚੱਕੀ ਦੀ ਟੂਟੀ 'ਚ ਪਾਣੀ ਆ ਗਿਆ। ਤੇ ਮੈਨੂੰ ਇੰਨਾ ਸੀਗਾ ਵੀ ਸ਼ਹਿਰਾਂ 'ਚ ਪਾਣੀ ਪੂਣੀ ਨਾ ਥੋੜ੍ਹਾ ਸਿਰ ਹੀ ਆਉਂਦਾ ਤੇ ਬਾਅਦ 'ਚ ਬੰਦ ਹੋ ਜਾਂਦਾ। ਤੇ ਮੈਂ ਕਿਹਾ ਨਹਾ ਲਈਏ, ਗਰਮੀ ਬੜੀ ਸੀਗੀ, ਜੂਨ ਦਾ ਮਹੀਨਾ ਸੀ, ਉਹ ਕੱਪ ਜਿਹਾ ਸੀਗਾ ਨਾਲ ਘੜਾ ਜਿਹਾ ਸੀਗਾ। ਤੇ ਮੈਂ ਇੱਕ ਸ਼ਹਿਰਾ ਸੀ ਮੇਰੇ ਤੇੜ, ਜਿਹੜਾ ਪਹਿਲੋਂ ਪਾਇਆ ਹੈ, ਪਜਾਮਾ ਪਜੂਮਾ ਸਾਡਾ ਉਹਨਾਂ ਲਵਾ ਲਿਆ ਬਾਹਰ, ਸਾਰਾ ਕੁਝ, ਇਕੱਲਾ ਕਸ਼ਹਿਰਾ ਰਹਿ ਗਿਆ, ਕਸ਼ਹਿਰੇ 'ਚੋਂ ਨਾਲਾ ਵੀ ਕੱਢ ਲਿਆ। ਮੈਂ ਉਹ ਲਾਵਾਂ, ਇੱਕ ਪਾਸਿਓਂ ਲਾਵਾਂ ਤੇ ਦੂਜੇ ਬਣੇ ਅੜ ਜੇ, ਕਿਉਂਕਿ ਬੇੜੀ ਸੀ ਤੇ ਪਤਾ ਹੈ ਨਹੀਂ ਸੀ ਵੀ ਲਾਉਣਾ ਕਿਵੇਂ। ਤੇ ਮੈਂ ਕਿਹਾ ਸ਼ਾਇਦ ਪਾੜ ਕੇ ਲਾਉਣਾ ਪੈਣਾ। ਮੈਂ ਸਾਰਾ ਦੇੜਤਾ ਤੇ ਨਹਾ ਨੂੰ ਕੇ ਮੈਂ, ਜਿਹਨੂੰ ਆਪਾਂ ਕਹਿੰਦੇ ਕਿ ਘੁੰਮਾਉਂਦੀ ਇਸ਼ਨਾਨ ਕਰਕੇ, ਤੇ ਮੈਂ ਉਹੀ ਫਿਰ ਬਾਲਿਆ ਜਿਸ ਤਰ੍ਹਾਂ ਸਾਫਾ ਜਿਹਾ ਬਾਲੀ ਦਾ। ਤੇ ਮੈਂ ਰੋਜ਼ ਨਹਾ ਨੂੰ ਕੇ ਜੇ ਉਹੀ ਵਲ ਕੇ ਬਹਿ ਜਾ ਕਰਨਾ, ਤੇ ਜਿਹੜਾ ਕੰਬਲ ਜਿਹਾ ਮੈਨੂੰ ਦਿੱਤਾ ਸੀਗਾ ਉਹਦੀ ਮੈਂ ਗੱਦੀ ਜੀ ਬਣਾ ਲਿਆ ਕਰਨੀ, ਉਹਦੇ ਉੱਤੇ ਬਹਿ ਜਾ ਕਰਨਾ। ਉਹ ਜਿਲ 2-4 दिन तो वेंदा रहता, सरदार जी हम सुबह सुबह पूजा करके आते हैं, तुम हमें और ही दर्शन करा देते हो। हाँ जी, तो ਉਹਨੇ ਫਿਰ ਨਾ ਮੈਨੂੰ ਕਿਤੇ ਕਸ਼ਹਿਰਾ ਲਿਆਣ ਕੇ ਦਿੱਤਾ, ਜੇਲ੍ਹ ਦਾ ਹੀ ਕਸ਼ਹਿਰਾ ਸੀਗਾ। ਉਹ ਤਾਂ ਕਿਤੇ ਸਿੱਖ ਸਰਦਾਰਾਂ ਨੂੰ ਦਿੰਦੇ ਹੋਣਗੇ ਕਸ਼ਹਿਰਾ, ਆਇਆ ਉਹ ਖੱਦਰ ਜੇ ਦਾ ਮੋਟਾ ਜਿਹਾ। ਤੇ ਫਿਰ ਉਹਨਾਂ ਮੈਨੂੰ ਦੱਸਿਆ ਵੀ ਲਾਉਣਾ ਕਿਵੇਂ ਤੇ ਪਾਉਣਾ ਕਿਵੇਂ। ਚਲੋ ਮੈਨੂੰ ਦੇ ਕੇ ਮੈਂ ਉਹਨਾਂ ਦਾ ਧੰਨਵਾਦ। ਨਾਲ ਹੀ ਜਿਹੜਾ ਉੱਥੇ ਸੁਪਰਡੈਂਟ ਸੀ ਨਾ ਜੇਲ੍ਹ ਦਾ, ਮੈਨੂੰ ਅੱਜ ਵੀ ਯਾਦ ਹੈ, ਜਿੰਨਾ ਉਹਦਾ ਧੰਨਵਾਦ ਕਰੀਏ ਉਹਨਾਂ ਥੋੜ੍ਹਾ। ਦੇਵਤਾ ਬੰਦਾ ਸੀਗਾ, ਭਾਵੇਂ ਕਿ ਉਹਨਾਂ ਸਖਤੀ ਸਾਡੇ 'ਤੇ ਬੜੀ ਕੀਤੀ। JK ਸ਼ਰਮਾ, ਜੁਗਲ ਕਿਸ਼ੋਰ ਸ਼ਰਮਾ, ਮੈਂ ਬਾਅਦ 'ਚ ਸਾਡੇ ਕੋਲ ਇੱਥੇ ਆਇਆ ਵੀ ਸੀਗਾ, ਮੈਂ ਉਦੋਂ ਸਰਕਾਰ ਸੀਗਾ, ਬੜਾ ਉਹਨਾਂ ਦਾ ਵੈਲਕਮ ਵੀ ਕੀਤਾ, ਬੜਾ ਉਹਨਾਂ ਦਾ ਮਾਣ ਵੀ ਕੀਤਾ ਕਰਕੇ। ਇਹੋ ਜਿਹੇ ਬੰਦੇ ਦਾ ਖੁਸ਼ੀ ਵੀ ਹੁੰਦੀ ਹੈ। ਉਹਨੇ ਕੀ ਕੀਤਾ, ਸਪੈਸ਼ਲ ਬੰਦਾ ਦਿੱਲੀ ਭੇਜਿਆ, ਉੱਥੋਂ ਉਹ ਗੁਟਕਾ ਸਾਹਿਬ ਲੈ ਕੇ ਆਇਆ। ਅੱਛਾ, ਸੁੰਦਰ ਗੁਟਕਾ। ਹਾਂਜੀ, ਤੇ ਬੜੇ ਪਿਆਰ ਦੇ ਨਾਲ ਪਰੇਡ ਦੇ ਰੂਪ 'ਚ ਲਿਆਂਦਾ, ਥਾਲੀ 'ਚ ਰੱਖਿਆ, ਸਾਰਿਆਂ ਨੇ ਸਿਰ ਢੱਕਿਆ ਰੁਮਾਲਿਆਂ 'ਚ ਪਾ ਕੇ। ਤੇ ਉਹਨੇ ਸ਼ੋਅ ਐਵੇਂ ਕੀਤਾ ਵੀ ਤੂੰ ਇਕੱਲਾ ਹੀ ਹੈ, ਤੇ ਤੈਨੂੰ ਇਕੱਲੇ ਨੂੰ ਮੈਂ ਗੁਟਕਾ ਸਾਹਿਬ ਦੇ ਕੇ ਜਾ ਰਿਹਾ। ਤੇ ਮੈਨੂੰ ਇੰਨਾ ਕਹਿੰਦਾ ਵੀ सरदार साहब ये मैंने स्पेशल आपके लिए मंगाया है, तो मुझे और तो मालूम नहीं है, पर सुखमनी साहब का पाठ जरूर करना। मैं जी मैं ਕਿਹਾ ਮੇਰੇ ਕੋਲ ਸ਼ਬਦ ਹੀ ਨਹੀਂ ਜਿਹਦੇ ਨਾਲ ਮੈਂ ਸੁਖਮਨੀ ਸਾਹਿਬ ਤੁਹਾਡਾ ਧੰਨਵਾਦ ਕਰਾਂ। ਫਿਰ ਉਹ ਮੇਰਾ ਖਿਆਲ ਹੈ ਕਿ ਜਿਹੜੀ ਉਹ ਤਪੱਸਿਆ ਹੋਈ ਹੈ, ਤੇ ਜਿਹੜਾ ਉਹ ਗੁਰਬਾਣੀ ਦਾ ਗੁਟਕਾ ਸਾਹਿਬ ਨੇ ਜਿਹੜਾ ਸਰੂਰ ਦਿੱਤਾ, ਜਿਹੜਾ ਰਸ ਦਿੱਤਾ, ਤੇ ਫਿਰ ਜਿਹੜੀ ਸਤਿਗੁਰੂ ਨੇ ਜਾਪ ਕਰਵਾਇਆ। ਤੇ ਮੈਂ ਕਹਿੰਦਾ ਕਿ ਜਾਪ ਭਾਵੇਂ ਅਸੀਂ ਕੀਤਾ, ਪਰ ਉਸ ਬੰਦੇ ਨੂੰ ਜ਼ਰੂਰ ਉਹਦਾ ਪੁੰਨ ਲੱਗਾ ਹੋਊਗਾ। ਤੇ ਉਹ ਕੀ ਅੱਗੇ ਉਹ ਜਿਹੜਾ ਐਗਜ਼ੀਕਿਊਟਿਵ ਜੇਲਰ ਰੋਜ਼ ਆਉਂਦਾ ਹੁੰਦਾ ਸੀ ਨਾ, ਉਹਨੇ ਇੱਕ ਤਾਂ ਆਹ ਗੱਲ ਕੀਤੀ ਕਿ ਅਸੀਂ ਯਾਰ ਸਵੇਰੇ ਸਵੇਰੇ ਪੂਜਾ ਕਰਕੇ ਆਤੇ हैं, तुम और ही हमें दर्शन करा देते हो। ਉਹਨੇ ਕਸ਼ਹਿਰਾ ਲਿਆਣ ਕੇ ਦਿੱਤਾ, ਮੈਂ ਪਾਲਿਆ। ਉਹਨੇ ਦੱਸ ਵੀ ਦਿੱਤਾ ਕਿ ਆਪਦੇ ਵਾਰਡਨ ਦੀ ਡਿਊਟੀ ਲਾ ਕੇ ਵੀ ਪਾਉਣਾ ਕਿਵੇਂ ਆ, ਲਾਉਣਾ ਕਿਵੇਂ, ਇੱਕ ਕੁੰਡੇ ਵੀ ਦੀ ਪਾ ਕੇ ਦੂਜੇ ਵੀ ਦੀ ਠਾਹ ਨੂੰ ਕੱਢ ਕੇ ਫਿਰ ਦਾਣ ਪਾਉਣਾ, ਉਹ ਸਾਰਾ ਉਹਨੇ ਸਮਝਾਤਾ। ਮੈਂ ਸਮਝ ਗਿਆ ਤੇ ਮੈਂ ਵੀ ਖੁਸ਼ ਹੋ ਗਿਆ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਜਨਾਬ ਇਹ ਜੇਲ੍ਹ ਕਿਹੜੀ ਹੈ? ਇਹ ਤਾਂ ਮੈਨੂੰ ਪਤਾ ਲੱਗਾ ਵੀ ਜੇਲ੍ਹ ਹੈ। आपने पूछ कर क्या लेना है, क्यों पूछना चाहते हो? मैं कहा मैं वैसे पूछना चाहता हूँ, मालूम तो चाहिए ना भी ये कौन सी जेल है। बाहर चला गया। ਜਿਹੜੀ ਜੇਲ੍ਹ ਦੀ ਚੱਕੀ ਹੁੰਦੀ ਹੈ ਨਾ, ਉਹਦੇ 2 ਘਿਰਲੇ ਹੁੰਦੇ ਆ, ਇੱਕ ਅੰਦਰ ਹੁੰਦਾ ਹੈ ਜਿਸ 'ਚ ਤੁਸੀਂ ਬੰਦ ਹੁੰਦੇ ਜੇ, ਇੱਕ ਉਹਦੇ ਬਾਹਰ ਹੁੰਦਾ ਹੈ। ਤੇ ਉਸ ਤੋਂ ਬਾਹਰ ਫਿਰ ਦਰਵਾਜ਼ਾ ਹੁੰਦਾ, 2 ਦਰਵਾਜ਼ੇ ਹੁੰਦੇ ਜੀ। ਉਹ ਬਾਹਰਲੇ ਦਰਵਾਜ਼ੇ ਤੋਂ ਬਾਹਰ ਚਲਾ ਗਿਆ, फिर मुड़ के आया। अरे सरदार, तुम पूछ रहे थे ना कि ये कौन सी जेल है? ये सेंट्रल जेल भोपाल है,
मध्य प्रदेश सुना है? सुना है। ये वहाँ की सेंट्रल जेल भोपाल है। ਤੇ ਨਾਲ ਜਿਹੜਾ ਉਹਦੇ ਹੈੱਡ ਵਾਰਡਨ ਖੜੋਤਾ ਹੈ ਨਾ, ਉਹਦੀ ਬੈਲਟ ਤੇ ਲਿਖਿਆ ਸੀਗਾ ਰਾਜਸਥਾਨ ਕਾਰਾਗ੍ਰਹਿ। ਤੇ ਮੈਂ ਵੀ ਸ਼ਰਾਰਤੀ ਜਿਹਾ ਆਸਾ ਜਿਹਾ ਹੱਸ ਕੇ ਤੇ ਮੈਂ ਉਹਦੀ ਬੈਲਟ ਵੱਲ ਵੇਖਿਆ। ये मत देखो, ये हमने डेपुटेशन पे मंगाए हैं, ये डेपुटेशन पे मंगाए हैं। चलो साडी इंटरोगेशन चलती रही, तो मैं ਚੱਕੀ 'ਚ ਹੀ ਬੰਦ ਸੀਗਾ। ਤੇ ਦਸੰਬਰ ਦਾ ਮਹੀਨਾ ਸੀ, ਤੇ ਦਸੰਬਰ ਚੜ੍ਹ ਗਿਆ ਤੇ ਰੋਜ਼ ਹੀ ਆਵਾਜ਼ ਆਇਆ ਕਰਨੀ ਬਾਹਰੋਂ, ਜੇਲ੍ਹ ਦੀ ਚਾਰ ਦੀਵਾਰੀ ਤੋਂ ਬਾਹਰੋਂ ਕਿਤੇ ਲਾਗੇ ਕਿਤੇ ਆਵਾਜ਼ ਆਉਂਦੀ ਸੀ ਸਪੀਕਰ ਦੀ ਕਿ ਜਬ ਤੱਕ ਸੂਰਜ ਚਾਂਦ ਰਹੇਗਾ ਇੰਦਰਾ ਮਾਂ ਤੇਰਾ ਨਾਮ ਰਹੇਗਾ। ਵੋਟ ਦੇ ਇੱਕ ਗਾਣੇ ਦੇ ਆਧਾਰ ਤੇ ਬਣਾਈ ਸੀ ਵੀ ਵੋਟ ਦੇ ਕਾਂਗਰਸਾਈ ਕੋ ਵੋਟ ਦੇ, ਇਸ ਤਰ੍ਹਾਂ ਦੇ ਨਾਰੇ ਨੂਰੇ 'ਚ ਲੱਗਣੇ। ਤੇ ਮੈਂ ਕਹਿਣਾ ਯਾਰ ਚੋਣਾਂ ਆ ਗਈਆਂ। ਇੱਕ ਵਾਰਡਨ ਜਿਹੜਾ ਸੀ ਨਾ ਜੀ, ਮੁੰਡਾ ਸੀਗਾ ਰਾਜਪੂਤ, ਨੇਸ ਸਿੰਘ ਜਿਹੜਾ ਬੰਦਾ ਤੁਹਾਡੇ ਤੇ ਜ਼ਿਆਦਾ ਡਿਊਟੀ ਦਊਗਾ ਨਾ, ਭਾਵੇਂ ਉਦੋਂ ਨਫ਼ਰਤ ਬਹੁਤ ਜ਼ਿਆਦਾ ਸੀ, ਵਖਰੇਵੇਂ ਬਹੁਤ ਵਧੇ ਸੀਗੇ ਕਮਿਊਨਿਟੀਜ਼ ਦੇ ਵਿੱਚ, ਪਰ ਫਿਰ ਵੀ ਹਮਦਰਦੀ ਹੋ ਜਾਂਦੀ ਹੈ। ਉਹ ਬੰਦਾ ਵੇਂਦਾ ਸੀ ਵੀ ਸਾਡੇ ਨਾਲ ਵਾਪਰ ਕੀ ਰਿਹਾ, ਇਹਨਾਂ ਨੂੰ ਛਿੱਤਰ ਵੀ ਬੜਾ ਵਰਨ ਡਿਆ ਤੇ ਚੜ੍ਹਦੀ ਕਲਾ ਜੀ ਬੜੇ ਆ। ਹਾਂਜੀ, ਉਹ ਬੰਦਾ ਹਮਦਰਦੀ ਜੀ ਕਰਦਾ ਸੀ। ਤੇ ਉਹ ਸਵੇਰੇ ਮੇਰੇ ਕੋਲ ਆਇਆ ਚਾਹ ਲੈ ਕੇ, ਸਵੇਰ ਦੀ ਚਾਹ ਉਹ ਦੇਣ ਆਇਆ। ਮੈਂ ਕਿਹਾ ਯਾਰ ਨੇਸ ਸਿੰਘ ਇਲੈਕਸ਼ਨ ਆ ਗਈ? ਕਹਿੰਦਾ ਹਾਂ ਇਲੈਕਸ਼ਨ तो आनी थी ना। तो मैं क्या क्यों यार, आपके सरदारों ने इंदिरा जी को मार तो दिया था, तो चोण तो आनी थी। जदों उन्हें क्या आना सुखनैब कि आपके सरदारों ने, तो मैंने तो झरनाहट जी हुई। फिर मैं वेरवे ना पूछा, मैनू उद तक कुछ नहीं पता। 31 अक्तूबर की गल है, तो ये 6 दसंबर की गल है, सवा महीने बाद की। मैनू नहीं पता इंदिरा गांधी का कतल हो गया बाहर। 6 दसंबर की गल है, सवा महीने बाद मैं हिंदुस्तान की जेल 'ਚ बैठा। मैनू नहीं पता भी देश की प्रधान मंत्री जी साडी सब तो वड्डी दुश्मन है, जिहदे बारे असीं रोज़ अरदासां करते हैं कि सतगुरु सज़ा दे इहो जी नूं, ते उहनूं सज़ा मिल चुकी सी, तो सानूं पता नहीं सीगा। मैं फिर उहनूं वेरवे नाल क्रेद के ना बड़े तरीके नाल, उन्हें फिर मैनूं सारी सुनाई कि उसके साथ बॉडीगार्ड थे, उन्होंने उसको। मैं पंजाब की विधान सभा, पता नहीं तुसीं वो अटेंड करते रहे कि नहीं करते रहे, मैं पंजाब की विधान सभा 'ਚ जिक्र किया इस गल, किसी इशू ते बोलदे होए मैं कहा सी कि किसी व्यक्ति नूं पुछ लो कि तेरी जिंदगी की सब तो बड़ी खुशी किहड़ी है, कुछ ना कुछ तो दसूगा ही। ਜਾਂ दसूगी जिस दिन मैनूं कोई नौकरी मिली सी, ਜਾਂ मेरा काम होया सी, ਜਾਂ मेरा विआह होया सी, ਜਾਂ मेरे घरे बच्चा होया सीगा। किसी तरीके नाल एक पुछो भी तेरी जिंदगी की सब तो बड़ी खुशी है, तो कुछ ना कुछ तो बंदा दसूगा ही ना। तो मैं क्या जे मैनू कोई पुछे भी तेरी जिंदगी की सब तो बड़ी खुशी किहड़ी है, मैं क्या मेरा विआह भी होया, तो मैनू रब ने धर्म पत्नी भी, मतलब मेरी रूह की खुराक जी जो सी, मतलब जो एक मनुख चाहता होंदा, मैं मैनू वो दित्ती। सतगुरु ने मैनू बच्चा भी दिता आ, उन्होंने कुदरती संस्कार भी इहो जिहे है, तो मेरी रूह खुश है कि सतगुरु ने मैनू जे बेटा दिता, तो ਉਹਦੇ 'ਚ ਸਿੱਖੀ ਦੀ ਭਾਵਨਾ ਹੈ, ਤੇ ਜੋ ਮੈਂ ਚਾਹਣਾ ਉਹਦੇ 'ਚ ਉਹ ਹੈ ਜੀ। ਤੇ ਮੈਂ ਕਿਹਾ ਮੇਰੇ ਹੱਥ ਬੜੀ ਮਾਣ ਦੀ ਗੱਲ ਹੈ ਕਿ ਮੈਂ ਪੰਜਾਬ ਦੇ 117 ਲੋਕਾਂ 'ਚ ਬੈਠਾ, ਛੋਟਾ ਮਾਣ ਨਹੀਂ ਗਾ, ਸਹੀ ਖੁਸ਼ੀ ਵਾਲੀ ਗੱਲ। ਪਰ ਜੇ ਮੈਨੂੰ ਪੁੱਛੇ ਕਿ ਤੇਰੀ ਜ਼ਿੰਦਗੀ ਦਾ ਉਹ ਛਣ ਕਿਹੜਾ ਸੀ ਜਦੋਂ ਤੂੰ ਸਭ ਤੋਂ ਵੱਧ ਖੁਸ਼ੀ ਮਹਿਸੂਸ ਕੀਤੀ, ਮੈਂ ਜਦੋਂ ਮੈਨੂੰ ਇੰਦਰਾ ਗਾਂਧੀ ਦੇ ਕਤਲ ਦਾ ਪਤਾ ਲੱਗਾ ਸੀ, ਭਾਵੇਂ ਮੈਨੂੰ ਸਵਾ ਮਹੀਨੇ ਬਾਅਦ ਪਤਾ ਲੱਗਾ। ਇੰਦਰਾ ਗਾਂਧੀ ਦੇ ਕਤਲ ਦਾ ਪਤਾ ਮੈਂ ਜਦੋਂ ਲੱਗਾ, मेरी जिंदगी का सब तो वड्डा खुशी का पल हो सीगा। फिर सामने पास जोड़े कांग्रेसी से बुड़क के पे, ये देश की प्रधानमंत्री की तोहीन है, शब्द वापस होने, माफ़ी मंगे। मैं माफ़ी मूवी तक भी नहीं मंगता। हाँ जी, वो चलो ना रौला रप्पा पा के वो एक्सपंज कराते, हाँ जी, वो उन्होंने अधिकार है, उस स्पीकर की मर्जी है, वो मैं तो कुछ कर नहीं सकता। पर ठोक के कहे बाबे जरनैल सोरां दी, सिख संघर्ष की, भाई जिंदे की, भाई सुखे की, हाँ जी, पंजाब के हकों की, हितों की, जिहदे वास्ते संघर्ष करते रहे हैं। जे पंजाब के लोगों ने, मेरे इलाके के लोगों ने मैंने मौका दिता, तो उत्थे ठोक के गल की। जेल चों कदों रिहा होए फिर? मैं असल च मेरे उत्ते 2 दर्जन तो वध केस सीगे। एक तो सीगा वेजिंग वार,
ਦੇਸ਼ ਦੇ ਵਿਰੁੱਧ ਹਥਿਆਰਬੰਦ ਬਗਾਵਤ ਜਿਹੜਾ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਨੂੰ ਲੈ ਕੇ ਕੇਸ ਸੀਗਾ, ਜੀ ਉਹ ਸਾਡਾ ਮਤਲਬ ਉਹ ਦੁਨੀਆ ਦਾ ਲੋਕਾਰ ਕੇਸ ਸੀਗਾ ਕਿ ਉਹਦੇ ਵਿੱਚ ਗਵਾਹ ਵੀ ਆਉਣਗੇ ਪਰ ਗਵਾਹ ਸਾਹਮਣੇ ਨਹੀਂ ਆਉਣਗੇ, ਉਹ ਉਹਲੇ ਰਹਿ ਕੇ ਗਵਾਹੀ ਦੇਣਗੇ ਤੇ ਉਹ ਗਵਾਹੀ ਮੰਨੀ ਜਾਊਗੀ। ਉਹ ਫਿਰ ਸਟੇਜ 2 ਹੋਇਆ ਰਿਹਾ, ਉਹ ਪ੍ਰੋਸੀਡਿੰਗ ਸਟੇ ਹੋਈਆਂ ਰਹੀਆਂ ਤੇ ਇੱਥੋਂ ਤੱਕ ਸੀ ਕੇਸੀ ਸ਼ਰਮਾ ਸੀਗਾ, ਪੰਜਾਬੀ ਸੀ ਜੱਜ ਵੈਸੇ ਰਾਜਸਥਾਨ ਦਾ, ਉੱਥੇ ਅੰਦਰ ਹੀ ਸਪੈਸ਼ਲ ਕੋਰਟ ਲੱਗਦੀ ਹੁੰਦੀ ਸੀ, ਅੰਦਰ ਹੀ ਬਣੀ ਹੋਈ ਸੀ ਕੋਰਟ ਜੀ। ਤੇ ਉਹਨੇ ਸਾਡੇ ਕੋਲੇ ਸੁਨੇਹਾ ਭੇਜਿਆ ਵੀ ਜੇ ਕੇਸ ਚੱਲਿਆ ਤੇ ਉਹਨੇ ਚੰਦ ਬੰਦੇ ਉਂਗਲਾਂ ਤੇ ਗਿਣੇ ਸੀਗੇ, ਫਲਾਣਾ 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 ਫਲਾਣਾ, ਜਿਨ੍ਹਾਂ 'ਚ ਮੈਂ ਵੀ ਸੀਗਾ, ਇਹ ਬੰਦੇ ਫਾਂਸੀ ਲੱਗਣੇ ਜੀ। ਉਹਨੇ ਸਿੱਧਾ ਕਹਦਾ, ਉਹਨੇ ਕਿਹਾ ਮੈਂ ਫਾਈਲ ਫੂਲ ਪੜ੍ਹ ਲਈ ਹੈ, ਸਾਰਾ ਕੁਝ ਮੇਰੇ ਕੋਲੇ ਆ ਗਿਆ, ਭਾਵੇਂ ਅੱਜ ਚੱਲ ਜੇ ਕੱਲ੍ਹ ਚੱਲ ਜੇ, ਜੇ ਇਹਦਾ ਕੋਈ ਹੱਲ ਹੋਰ ਹੋ ਸਕਦਾ ਤੇ ਕਰ ਲਓ, ਸਾਡੇ ਬਸ ਕੀ ਸੀ ਹੱਲ। ਤੇ ਉਹਨੇ ਕਿਹਾ ਜੇ ਕੇਸ ਚੱਲਿਆ ਤੇ ਇਹ ਬੰਦੇ ਫਾਈਲ ਲੱਗਣੇ। ਉਦੋਂ ਬਾਅਦ ਕੀ ਹੁੰਦਾ ਕਿ ਉਹ ਮਾਰਚ 1999 'ਚ ਹਿੰਦੁਸਤਾਨ ਦੀ ਸਰਕਾਰ ਜਿਹੜੀ ਹੈ ਕੇਸ ਵਾਪਸ ਲੈ ਲੈਂਦੀ ਹੈ। ਮੇਰੇ ਉੱਤੇ ਕੇਸ ਸੀਗਾ ਦਿੱਲੀ ਦਾ, ਹਰਬੰਸ ਮਨਚੰਦੇ ਦਾ, ਇੰਦਰਾ ਗਾਂਧੀ ਦਾ ਖਾਸਮ ਖਾਸ ਸੀਗਾ, ਉਹਦਾ ਮਰਡਰ ਹੋਇਆ ਸੀਗਾ ਮਾਰਚ 28 1984 ਨੂੰ। ਉਹ CBI ਦਾ ਕੇਸ ਸੀਗਾ। CBI ਮੈਨੂੰ ਦਿੱਲੀ ਲੈ ਜਾਂਦੀ ਹੈ, ਮੇਰੇ ਨਾਲ ਹੀ ਅਮਰਜੀਤ ਸਿੰਘ ਚਾਵਲਾ ਸੀ, ਸਾਨੂੰ ਦੋਨਾਂ ਨੂੰ ਦਿੱਲੀ ਲੈ ਜਾਂਦੇ ਆ ਤਿਹਾੜ ਜੇਲ੍ਹ 'ਚ। ਤੇ ਤਿਹਾੜ ਜੇਲ੍ਹ 'ਚ ਸਾਨੂੰ ਉੱਥੇ ਰਾਤ ਨੂੰ ਕਿਸੇ ਮੈਜਿਸਟਰੇਟ ਦੇ ਘਰੇ ਪੇਸ਼ ਕਰਕੇ ਤੇ ਤਿਹਾੜ ਜੇਲ੍ਹ 'ਚ ਛੱਡਣ ਜਾਂਦੀ ਹੈ CBI। ਤੇ ਉੱਥੇ ਮੇਰਾ ਪੰਗਾ ਪੈ ਜਾਂਦਾ ਡਿਪਟੀ ਸੁਪਰਡੈਂਟ ਨਾਲ, ਪਹਿਲੇ ਦਿਨ ਰਾਤ ਹੀ ਡਿਊਟੀ 'ਚ ਸਾਡਾ ਉਹ ਚੱਕ ਚੁੱਕ ਕਰਦੇ ਆ, ਤਲਾਸ਼ੀ ਤਲੂਸ਼ੀ ਲੈਂਦੇ ਆ ਸਾਰਾ ਹੀ। ਤੇ ਅਸੀਂ ਵੀ ਆਪਦੇ ਵਿਉਂ ਸੀਗੇ ਵੀ ਗਲਤ ਕੰਮ ਅਸੀਂ ਕਰਦੇ ਨਹੀਂ ਗੇ, ਤੇ ਮਤਲਬ ਇਹ ਢਿੱਲ ਵਿਖਾਉਣੀ ਨਹੀਂ ਗੀ, ਧੌਣ ਤਾਂ ਰੱਖਣੀ ਹੈ। ਤੇ ਉਹਨਾਂ ਨੂੰ ਸੀਗਾ ਵੀ ਇਹਨਾਂ ਦੀ ਧੌਣ ਤਾਂ ਕਰਨੀ ਹੈ। ਉਹ ਪੰਜਾਬੀ ਸੀਗਾ, ਮੈਨੂੰ ਯਾਦ ਉਹਦਾ ਸ਼ਰਮਾ ਸੀਗਾ ਉਹ ਵੀ, ਤੇ ਜਿਹੜਾ ਡਿਪਟੀ ਸੁਪਰਡੈਂਟ ਸੀ ਉਹਦਾ ਅਰਦਲੀ ਸੀ ਨੰਬਰਦਾਰ, ਜਿਹੜਾ ਕੈਦੀ ਹੁੰਦੇ ਉਹ ਵੀ ਪੰਜਾਬੀ ਸੀ। ਮੈਨੂੰ ਕਹਿੰਦਾ ਸਰਦਾਰਾ ਡਿਪਟੀ ਸਾਹਿਬ ਸਾਦੇ ਹੀ। ਮੈਂ ਕਿਹਾ ਚੱਲ, ਡਿਪਟੀ ਦਾ ਦਫ਼ਤਰ ਸੀਗਾ ਤੇ ਡਿਪਟੀ ਦੇ ਦਫ਼ਤਰ ਦੇ ਬੂਹੇ ਦੇ ਅੱਗੇ ਨਾ ਮੈਨੂੰ ਕਹਿੰਦਾ ਵੀ ਜੁੱਤੀ ਲਾ ਦੇ। ਮੈਂ ਕਿਉਂ? ਅਸੀਂ ਕਿਹਾ ਜੁੱਤੀ ਲਾ ਦੇ, ਅੰਦਰ ਡਿਪਟੀ ਸਾਹਿਬ ਆ। ਮੈਂ ਕਿਹਾ ਡਿਪਟੀ ਸਾਹਿਬ ਆ, ਅੰਦਰ ਕੋਈ ਮੰਦਰ ਆ, ਅੰਦਰ ਕੋਈ ਪਾਠ ਚੱਲਦਾ, ਤੈਨੂੰ ਸਮਝ ਨਹੀਂ ਲੱਗੀ? ਡਿਪਟੀ ਸਾਹਿਬ ਦੇ ਸਾਹਮਣੇ ਪੇਸ਼ ਹੋ ਜਾਣਾ। ਮੈਂ ਕਿਹਾ ਗੱਲ ਸੁਣ ਮੇਰੀ, ਜੇ ਤੇ ਡਿਪਟੀ ਸਾਹਿਬ ਲਾ ਕੇ ਜਾਂਦੇ ਆ ਤਾਂ ਮੈਂ ਵੀ ਲਾ ਕੇ ਜਾਵਾਂ, ਤੇ ਜੇ ਡਿਪਟੀ ਸਾਹਿਬ ਅੰਦਰ ਪਾ ਕੇ ਗਏ ਤਾਂ ਮੈਂ ਵੀ ਜੁੱਤੀ ਪਾ ਕੇ ਜਾਊਂ, ਤੇ ਜੇ ਨਹੀਂ ਤੇ ਡਿਪਟੀ ਸਾਹਿਬ ਨੂੰ ਕਹਿੰਦੇ ਮੈਨੂੰ ਬਾਹਰ ਆਣ ਕੇ ਮਿਲੋ। ਤਾਂ ਸਾਨੂੰ ਪਤਾ ਵੀ ਜੇਲ੍ਹਾਂ 'ਚ ਵੱਧ ਤੋਂ ਵੱਧ ਕੀ ਆ ਵੀ ਗਾਲੀ ਪੈਣਗੇ। ਤੇ ਜੇ ਪਹਿਲੇ ਦਿਨ ਹੀ ਇਹਨਾਂ ਥੱਲੇ ਲਾ ਲਿਆ ਤੇ ਫਿਰ ਜੇ ਹੁਣ ਤੋਂ ਜੁੱਤੀਆਂ ਲਾਉਣ ਲੱਗ ਪਏ ਤੇ ਫਿਰ ਜੁੱਤੀਆਂ ਸਿਰ 'ਚ ਮਾਰਨਗੇ। ਮੈਂ ਕਿਹਾ ਮੈਂ ਤਾਂ ਨਹੀਂ ਜਾਂਦਾ, ਜੇ ਜਦ ਗੱਲ ਡਿਪਟੀ ਨੇ ਮਿਲਣਾ ਨਾ ਤਾਂ ਡਿਪਟੀ ਨੂੰ ਕਿਹਾ ਬਾਹਰ ਆ ਜੇ, ਤੇ ਜੇ ਜਾਊਂਗਾ ਤਾਂ ਜੁੱਤੀ ਪਾ ਕੇ ਜਾਊਂ। ਉਹਨੇ ਡਿਪਟੀ ਨੇ ਵੇਖ ਲਿਆ ਵੀ ਇਹ ਤਾਂ ਪੁੱਠੀ ਖੋਪਰੀ ਗੱਲ ਆ, ਉਹਨੇ ਕਿਤੇ ਨੂੰ ਕਹਿੰਦਾ ਵੀ ਆਉਣ ਦੇ। ਮੈਂ ਸਿੱਧਾ ਹੀ ਡਿਪਟੀ ਨੂੰ ਨਾ ਸੱਤ ਨਾ ਕਸੱਤ 5 ਸਾਲ ਜੇਲ੍ਹ ਕੱਟ ਕੇ ਆਏ। ਤੇ ਜੇਲ੍ਹ ਦੇ ਸਿਸਟਮ ਦਾ ਪਤਾ, ਜੇਲ੍ਹ ਦੇ ਨਿਯਮਾਂ ਦਾ ਪਤਾ, ਜੇਲ੍ਹ ਦੇ ਮੈਨੂਅਲ ਦਾ ਪਤਾ ਹੈ। ਨਿਯਮ ਤੋੜਦੇ ਨਹੀਂ ਤੇ ਸਾਡਾ ਹੱਕ ਤੁਸੀਂ ਨਾ ਰੱਖਿਆ ਜੇ। ਜੋ ਸਾਡਾ ਹੱਕ ਆ ਹਵਾਲਾਤੀਆਂ ਦਾ, ਉਹ ਤੁਸੀਂ ਨਾ ਰੱਖਿਆ ਜੇ। ਤੁਹਾਨੂੰ ਸ਼ਿਕਾਇਤ ਸਾਡੇ ਕੋਲੋਂ ਆਉਂਦੀ ਕੋਈ ਨਹੀਂ। ਹੋਰ ਦੱਸੋ ਕੀ ਕਹਿਣਾ ਜੀ? ਮੈਂ ਹੋਰ ਕੀ ਕਹਿਣਾ ਜੀ? ਨਹੀਂ, ਬਸ ਇਹੀ ਕਹਿਣਾ ਸੀਗਾ ਵੀ ਇਹ ਜੇਲ੍ਹ ਆ। ਤੇ ਮੈਂ ਜੇਲ੍ਹ ਦਾ ਪਤਾ ਹੈ, ਤੇ ਮੈਂ ਆਹ ਗੱਲਾਂ ਗੁੱਲਾਂ ਨਹੀਂ ਚੱਲਣੀ। ਚਲੋ ਜੀ, ਉਹਦੇ ਨਾਲ ਨਹੀਂ ਸਾਡੀ ਬਣੀ, ਉਹਦੇ ਨਾਲ ਸਾਡੀ ਉਸ ਡਿਪਟੀ ਸੁਪਰਡੈਂਟ ਸਾਡੀ ਨਹੀਂ ਬਣੀ ਸ਼ੁਰੂ, ਮਤਲਬ ਪਹਿਲੇ ਦਿਨ ਖਿਲਾਰਾ ਪੈ ਗਿਆ। ਪਰ ਉੱਥੇ ਜਿਹੜਾ ਸਟੂਡੈਂਟ ਸੀ ਨਾ, ਉਹ ਸੀਗਾ ਉੜੀਸਾ ਦਾ ਆਕਾਸ਼ ਮਹਾਪਾਤਰੇ ਜੀ। ਉਹਦੀ ਡਿਪਟੀ ਸੁਪਰਡੈਂਟ ਨਹੀਂ ਬਣਦੀ। ਉਹਨੇ ਜਦੋਂ ਵੇਖਿਆ ਵੀ ਇਹਨਾਂ ਸਰਦਾਰਾਂ ਨੇ ਆਣ ਕੇ ਆਉਂਦੇ ਹੀ ਪੰਗਾ ਲੈ ਲਿਆ ਤੇ ਪਹਿਲੇ ਦਿਨ ਇਹਦੀ ਬੇਇੱਜ਼ਤੀ ਕਰਤੀ ਹੈ, ਉਹਨੇ ਸਾਡਾ ਸੂਤਰ ਕਰ ਲਿਆ। ਉਹ ਸਾਡੀ ਆਣ ਕੇ ਅਸੀਂ ਉਹਦੀ ਹਾਜ਼ਰੀ ਭਰਨੀ, ਉਹ ਸਾਡੀ ਹਾਜ਼ਰੀ ਭਰਨ ਲੱਗ ਪਿਆ। ਉਹਨੇ ਆ ਜਾ ਕਰਨਾ, ਸਰਦਾਰ ਜੀ ਕੁਝ ਚਾਹੀਏ ਜੋ ਮੈਂ ਕਰ ਸਕਦਾ ਹੂੰ। ਮੇਰਾ ਖਿਆਲ ਹੈ ਜੇਲ੍ਹ ਦੇ ਵਿੱਚ ਸਭ ਤੋਂ ਪਹਿਲਾਂ TV ਸਾਡਾ ਹੀ ਆਇਆ, ਕਿ ਇਹਦੀਆਂ ਰਜਾਈਆਂ ਨਹੀਂ ਲੰਘਣ ਦਿੰਦੇ ਹੁੰਦੇ, ਸਾਡੀਆਂ ਰਜਾਈਆਂ ਲੰਘੀਆਂ। ਹਾਂਜੀ, ਇਸ ਕਰਕੇ ਜੇਲ੍ਹਾਂ ਕੱਟੀਆਂ ਨੇ ਬੜੀ ਚੜ੍ਹਦੀ ਕਲਾ ਨਾਲ, ਸਤਿਗੁਰੂ ਨੇ ਕਟਵਾਈਆਂ। ਬੰਦਾ ਕੁਝ ਨਹੀਂ ਹੁੰਦਾ, ਉਹੀ ਹੌਸਲਾ ਦਿੰਦਾ, ਉਹੀ ਜੁਰਤ ਦਿੰਦਾ, ਜਜ਼ਬਾ ਦਿੰਦਾ। ਔਰ ਮੈਂ ਫਿਰ ਮੇਰੇ 2 ਦਰਜਨ ਦੇ ਲਗਭਗ ਕੇਸ ਸੀਗੇ ਜਿਹ 'ਚ
ਕਤਲਾਂ ਦੇ, ਇਰਾਦਾ ਕਤਲਾਂ ਦੇ, ਬੰਬ ਧਮਾਕਿਆਂ ਦੇ, ਬੈਂਕ ਕਤਲ ਕਿੰਨੇ ਕੁ ਕੀਤੇ ਸੀ ਤੁਸੀਂ? ਲੈਣੇ ਹੋਏ ਤੇ ਮੈਨੂੰ ਤਾਂ ਪਤਾ ਨਹੀਂ ਕਿ ਰਿਕਾਰਡ ਜਾਂ ਮੇਰੇ ਕੋਲ ਹੈਗਾ, ਜੇ ਥੋੜੇ ਬਹੁਤੇ ਵੰਡਣੇ ਹੋਏ ਤੁਸੀਂ ਵੀ ਲੈ ਲਿਆ ਜੀ। ਤੁਸੀਂ ਕੀਤੇ ਕੋਈ? ਮੈਂ ਤੁਸੀਂ ਲੈ ਲਿਆ ਜੇ, ਦੱਸਿਆ ਤੁਹਾਨੂੰ ਦੇ ਦਿੰਦੇ, ਕਿਤੇ ਕਿਰਾਏ ਦੇ ਦਿੰਦੇ ਆ ਹਾਂਜੀ। ਅੱਛਾ, ਹੁਣ ਗੱਲ ਕੀ ਹੈ ਕਿ ਉਦੋਂ ਬਾਅਦ ਕੀ ਹੁੰਦਾ ਕਿ ਮੈਨੂੰ ਜਿਹੜਾ ਦਿੱਲੀ ਵਾਲਾ ਕੇਸ ਸੀਗਾ ਉਹ CBI ਦਾ ਕੇਸ ਸੀਗਾ, ਤੇ CBI ਦਾ ਕੇਸ, ਤੇ ਮੈਨੂੰ ਇੱਥੇ ਕਿਸੇ ਕੇਸ 'ਚ ਅੰਮ੍ਰਿਤਸਰ ਕੇਸ 'ਚ ਭੁਗਤਾਉਣ ਵਾਸਤੇ ਲੈ ਆਉਂਦੇ ਆ ਸੰਨ 90 'ਚ 90 'ਚ ਲੈ ਕੇ ਆਉਂਦੇ ਆ, ਤੇ ਉਦੋਂ ਹੀ ਥੋੜ੍ਹੇ ਦਿਨ ਪਹਿਲਾਂ ਹੀ ਸਰਦਾਰ ਹਰਮਿੰਦਰ ਸਿੰਘ ਸੰਧੂ ਦਾ ਕਤਲ ਹੋਇਆ ਹੁੰਦਾ। ਓਕੇ, ਤੁਹਾਨੂੰ ਸ਼ਾਇਦ ਪਤਾ ਕਿ ਨਹੀਂ ਕੌਣ ਸੀ ਹਰਮਿੰਦਰ ਸਿੰਘ? ਨਹੀਂ ਪਤਾ ਮੈਨੂੰ ਜੀ। ਬੜਾ ਵੱਡਾ ਨੁਕਸਾਨ ਕੀਤਾ ਜਿਨ੍ਹਾਂ ਨੇ ਵੀ ਭਾਈ ਹਰਮਿੰਦਰ ਸਿੰਘ ਸੰਧੂ ਨੂੰ ਸ਼ਹੀਦ ਕੀਤਾ, ਕੌਮ ਦਾ ਨੁਕਸਾਨ ਕੀਤਾ, ਔਰ ਉਸ ਤੋਂ ਬਾਅਦ ਸੰਘਰਸ਼ ਜਿਹੜਾ ਠਾਣ ਹੋ ਗਿਆ, ਤੇ ਕਈ ਲੋਕ ਉੱਤੇ ਖੁਸ਼ ਹੋਏ। ਜਿਹੜੇ ਖੁਸ਼ ਹੋਣ ਵਾਲੇ ਲੋਕ ਸੀ, ਜਿਹੜੇ ਉਸ ਸ਼ਹਾਦਤ ਨੂੰ ਜਾਂ ਉਸ ਕਤਲ ਨੂੰ ਜਿਹਨਾਂ ਜਸਟੀਫਾਈ ਕੀਤਾ ਸੀਗਾ, ਜਦੋਂ ਮੈਨੂੰ ਉੱਥੇ ਅਦਾਲਤ 'ਚ ਲਿਆਣ ਕੇ ਪੇਸ਼ ਕੀਤਾ ਅੰਮ੍ਰਿਤਸਰ, ਨਾਨਕ ਚੰਦ ਖਿੱਚੀ ਦੀ ਅਦਾਲਤ ਸੀਗੀ, ਸੈਸ਼ਨ ਐਡੀਸ਼ਨਲ ਸੈਸ਼ਨ ਜੱਜ ਸੀਗੇ, ਤੇ ਉੱਥੇ ਉਹ ਬੰਦਾ ਸੀਗਾ, ਤੇ ਮੈਂ ਵੇਖ ਲਿਆ ਵੀ ਇਹ ਬੰਦਾ ਬਚਣਾ ਨਹੀਂ ਚਾਹੀਦਾ। ਤੇ ਮੈਨੂੰ ਦਿੱਲੀ ਪੁਲਿਸ ਨੇ ਘੇਰਿਆ ਹੋਇਆ ਸੀ, ਚਾਰ ਚੁਫੇਰਿਓਂ ਹੱਥ ਘੜੀਆਂ ਲੱਗੀਆਂ ਸੀ, 50 ਬੰਦੇ ਸੀ ਦਿੱਲੀ ਪੁਲਿਸ ਦੇ ਮੇਰੇ ਦੁਆਲੇ ਦੁਆਲੇ। ਮੈਂ ਫਿਰ ਜੱਜ ਦੇ ਸਾਹਮਣੇ ਢਾਲਿਆ, ਹੱਥ ਘੜੀਆਂ ਲੱਗੀਆਂ ਤੋਂ, ਹੱਥ ਘੜੀਆਂ ਲੱਗੀਆਂ, ਤੇ ਉਹ ਬੰਦਾ ਬਾਹਰੋਂ ਸੀਗਾ, ਉਹ ਜੇਲ੍ਹ 'ਚੋਂ ਨਹੀਂ ਸੀਗਾ, ਬਾਹਰੋਂ ਸੀਗਾ, ਪਰ ਮੈਂ ਉਹ ਜੱਜ ਦੇ ਸਾਹਮਣੇ ਉੱਥੇ ਫਿਰ ਢਾਇਆ, ਤੇ ਉਹਨੂੰ ਕਿਹਾ ਵੀ ਇਹ ਤੈਨੂੰ ਸਭ ਕੀ, ਜਿਹੜਾ ਤੂੰ ਹਰਮਿੰਦਰ ਸੰਧੂ ਦੇ ਜਿਹੜੀ ਸ਼ਹਾਦਤ ਹੋਈ ਹੈ, ਜਿਹੜਾ ਕਤਲ ਉਹਨੂੰ ਜਸਟੀਫਾਈ ਕੀਤਾ ਸੀ ਉਹਦੇ ਕਰਕੇ। ਚਲੋ ਉਹ ਕਿਉਂ ਸੀ ਮੇਰੇ ਨਾਲ ਕਿਸੇ ਕੇਸ 'ਚ, ਤੇ ਬਾਅਦ 'ਚ ਮੈਂ ਜੇ ਪੇਸ਼ ਹੋਣਾ ਤੇ ਨਾਨਕ ਚੰਦ ਖਿੱਚੀ ਨੇ ਕਹਿ ਦੇਣਾ ਵੇਖਿਆ ਜੇ ਕਿ ਤੂੰ ਦੂਜਾ ਤਾਂ ਨਹੀਂ ਲੱਗੇ ਦੇਗਾ। ਮਤਲਬ ਅਸੀਂ ਇਸ ਤਰ੍ਹਾਂ ਦੇ ਬੰਦੇ ਰਹੇ, ਜਜ਼ਬਾ, ਸਿਧਾਂਤ, ਸੋਚ, ਵਫਾਦਾਰੀ, ਇਹ ਸਭ ਤੋਂ ਪਹਿਲਾਂ ਰੱਖੀ। ਫਿਰ ਕੀ ਹੋਇਆ ਕਿ ਮੈਨੂੰ ਹਾਲਾਤ ਇਹੋ ਜਿਹੇ ਬਣ ਗਏ ਕਿ ਮੈਨੂੰ ਅੰਮ੍ਰਿਤਸਰ ਜੇਲ੍ਹ 'ਚ ਹੀ ਤਬਦੀਲ ਕਰ ਦਿੱਤਾ ਗਿਆ। ਤਬਦੀਲ ਤਾਂ ਨਹੀਂ ਕੀਤਾ, ਮਤਲਬ ਮੈਂ ਕੀ ਕਰਨਾ ਕਿ ਜਿੱਦਣ ਮੇਰੀ ਉੱਥੇ ਤਰੀਕ ਹੋਣੀ ਦਿੱਲੀ ਵਾਲੀ, ਮੈਂ ਉਦਣ ਹੀ ਇੱਥੇ ਪਵਾ ਲੈਣੀ, ਤੇ ਇੱਥੋਂ ਵਾਲੇ ਜਿਹੜੇ ਸਟੂਡੈਂਟ ਸੀ ਦੂਜੇ ਨੂੰ ਕਹਿ ਦੇਣਾ, ਉਹਨਾਂ ਜੇ ਕੋਈ ਗਾਰਦ ਗੁਰਦ ਆਉਣੀ ਜਾਂ ਉਹਨਾਂ ਨੂੰ ਕੋਈ ਇੰਟੀਮੇਸ਼ਨ ਆਉਣੀ, ਉਹਨਾਂ ਕਹਿਣਾ ਜੀ ਇਸ ਦਿਨ ਅੱਜ ਇੱਥੇ ਤਰੀਕ ਹੈ। ਉਹ ਅਖੀਰ ਉੱਥੋਂ ਵਾਲਾ ਕੰਮ ਰੁਲ ਖੁਲ ਗਿਆ। ਇੱਥੇ ਫਿਰ ਕੀ ਹੋਇਆ ਕਿ ਪੰਜਾਬ ਸਰਕਾਰ ਨੇ ਮੇਰੇ ਤੇ 268 CRPC ਲਾਤੀ। 268 CRPC ਹੁੰਦੀ ਹੈ ਕਿ ਇਹ ਬੰਦਾ ਅਤ ਖਤਰਨਾਕ ਹੈ, ਇਸ ਬੰਦੇ ਨੂੰ ਅੰਮ੍ਰਿਤਸਰ ਜੇਲ੍ਹ ਦੀ ਚਾਰ ਦੀਵਾਰੀ ਤੋਂ ਬਾਹਰ ਨਹੀਂ ਕੱਢਿਆ ਜਾ ਸਕਦਾ, ਨਾ ਇਹਨੂੰ ਅਦਾਲਤਾਂ 'ਚ ਪੇਸ਼ ਕੀਤਾ ਜਾ ਸਕਦਾ, ਤੇ ਇਹਨੂੰ ਜੇਲ੍ਹ ਦੇ ਅੰਦਰ ਹੀ ਇਹਦੀ ਜਿਹੜੀ ਹੈ ਸੁਣਵਾਈ ਹੋਵੇ। ਫਿਰ ਮੇਰੇ ਉੱਥੇ ਅੰਦਰ ਹੀ ਤਰੀਕਾ ਤੁਰਕਾਂ ਪੈਣ ਲੱਗ ਪਈਆਂ। ਉਹ 268 CRPC ਲੱਗਣ ਕਰਕੇ ਮੇਰੀ ਉਹ ਏਡੀ ਸੂਤਰ ਬੈਠੀ, ਮੇਰੀ ਉਹਦੇ ਆਧਾਰ ਤੇ ਦਿੱਲੀ ਵਾਲੇ ਕੇਸ 'ਚੋਂ, ਜਿਸ 'ਚ ਮੇਰੀ ਹਾਈ ਕੋਰਟ 'ਚੋਂ ਜ਼ਮਾਨਤ ਰਿਜੈਕਟ ਹੋ ਗਈ ਸੀ, ਉਹ ਸੁਪਰੀਮ ਕੋਰਟ 'ਚ ਜਾਣ ਦੇ ਨਾਲ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦੇ ਦਿੱਤੀ ਵੀ ਇਹ ਤੇ 268 CRPC ਲੱਗੀ, ਇਹਦਾ ਕੀ ਕਰੋਗੇ, ਇੰਨੇ ਚਿਰ ਤੋਂ ਬੰਦ ਆ, ਇਹਨੂੰ ਮੁੜ ਵਿਚਾਰਿਆ ਜਾਵੇ। ਤਾਂ ਮੈਨੂੰ ਦਿੱਲੀ ਹਾਈ ਕੋਰਟ ਨੇ ਜ਼ਮਾਨਤ ਦਿੱਤੀ। ਮੈਂ ਫਿਰ ਕੀ ਹੁੰਦਾ ਕਿ ਮੈਂ ਜੁਲਾਈ 1991, ਜੂਨ 1984 'ਚ ਮੈਂ ਗ੍ਰਿਫਤਾਰ ਹੁੰਦਾ, ਤੇ 19 ਜੁਲਾਈ 1991 ਨੂੰ ਮੈਂ ਰਿਹਾ ਹੁੰਦਾ। ਮੈਂ ਰਿਹਾ ਹੁੰਦਾ ਆ 7 ਸਾਲ 1.25 ਮਹੀਨੇ ਬਾਅਦ, ਮਤਲਬ ਲਗਾਤਾਰ ਜਿਹੜਾ ਮੈਂ ਜੇਲ੍ਹ ਦੇ ਵਿੱਚ ਵੱਖ-ਵੱਖ ਜੇਲ੍ਹਾਂ 'ਚ, ਜਿਨ੍ਹਾਂ 'ਚ ਜੋਧਪੁਰ ਜੇਲ੍ਹ, ਤਿਹਾੜ ਜੇਲ੍ਹ, ਨਾਭਾ ਜੇਲ੍ਹ, ਅੰਮ੍ਰਿਤਸਰ ਜੇਲ੍ਹ, ਇਹਨਾਂ ਜੇਲ੍ਹਾਂ 'ਚ ਮੈਂ ਰਿਹਾ ਸੀਗਾ। ਰਿਹਾਈ ਹੁੰਦੀ ਹੈ, ਤੇ ਮੈਨੂੰ ਕੋਈ ਵਿਅਕਤੀ ਲੈਣ ਜਾਂਦਾ VIP ਟਾਈਪ ਜਿਹੜਾ ਹੁੰਦਾ, ਤੇ ਉਹਨੂੰ ਜਦੋਂ ਪਤਾ ਲੱਗਦਾ ਕਿ ਬਾਹਰ ਤੇ ਪੁਲਿਸ ਆ ਗਈ, ਤੇ ਪੁਲਿਸ ਜਿਹੜੀ ਹੈ ਵਿਰਸਾ ਨੂੰ ਚੁੱਕਣ ਵਾਸਤੇ ਆਈ ਹੈ ਬਾਹਰ ਗੇਟ ਤੋਂ ਹੀ, ਦੁਬਾਰਾ ਚੱਕ ਕੇ, ਹਾਂ ਦੁਬਾਰਾ ਚੱਕ, ਉਦੋਂ ਕੀ ਹੁੰਦਾ ਸੀ ਪੁਲਿਸ ਚੱਕ ਕੇ ਲੈ ਜਾਂਦੀ ਹੁੰਦੀ ਸੀ, ਤੇ 5-7 ਦਿਨ ਉਹਨਾਂ ਨੂੰ ਤੁਹਾਨੂੰ ਇਲੀਗਲ ਕਸਟਡੀ 'ਚ ਰੱਖਣਾ, ਤੇ ਫਿਰ ਕੇਸ ਕੂਸ ਪਾ ਕੇ ਤੇ ਫਿਰ ਜੇਲੇ ਭੇਜ ਦਿੰਦੇ ਹੁੰਦੇ। ਤੇ ਉਹ ਮੈਨੂੰ ਕਹਿੰਦਾ ਯਾਰ ਆਪ ਧੋਖਾ ਹੋ ਗਿਆ, ਬਾਹਰ ਤੇ ਪੁਲਿਸ ਆ ਗਈ ਹੈ, ਤੇ ਤੂੰ ਇਸ ਤਰ੍ਹਾਂ ਕਰ ਵੀ ਆਪਦੀ, ਉਦੋਂ ਤੱਕ ਦਸਤਖਤ ਸਾਰੇ ਹੋ ਗਏ ਵੀ ਰਿਹਾਈ ਹੋ ਗਈ ਸੀਗੀ, ਮਤਲਬ ਮੈਂ ਡਿਊਟੀ ਤੋਂ ਬਾਹਰ ਪੈਰ ਪਾਉਣ ਵਾਲਾ ਸੀਗਾ, ਤੇ ਤੂੰ ਅੰਦਰ ਚੱਲ ਜਾ। ਮੈਂ ਕਿਹਾ ਹੁਣ ਨਹੀਂ ਮੈਂ ਅੰਦਰ ਜਾਂਦਾ, ਮੈਂ ਜਿਹੜੀ ਹੋਊਗੀ ਵੇਖੀ ਜਾਊਗੀ।
ਮੈਂ ਹੁਣ ਅੰਦਰ ਅੰਦਰ ਇਹ ਤਾਂ ਕੰਮ ਹੋ ਗਿਆ ਗਿੱਦੜਾਂ ਵਾਲਾ ਵੀ ਡਰਦਾ ਫਿਰ ਪੁਲਿਸ ਜੇਲ੍ਹ ਵਾਲਿਆਂ ਦੇ ਤਰਲੇ ਮਾਰਦਾ ਫਿਰ ਨਹੀਂ ਮੈਨੂੰ ਬਾਹਰੋਂ ਚੁੱਕ ਲੈਣਾ ਤੇ ਮੈਨੂੰ ਹੁਣ ਤੁਸੀਂ ਅੰਦਰ ਕਰ ਦਿਓ। ਮੈਂ ਜਿਹੜੀ ਹੋਊਗੀ ਵੇਖੀ ਜਾਊਗੀ। ਉਹਨਾਂ ਜਦੋਂ ਅਸੀਂ ਬਾਹਰ ਨਿਕਲੇ ਤੇ ਪੁਲਿਸ ਨੇ ਘੇਰਾ ਪਾਲਿਆ ਗੱਡੀ ਨੂੰ, ਬੜੀ ਪੁਲਿਸ, ਤੇ ਮੈਂ ਆਪ ਹੀ ਬਾਰੀ ਖੋਲ੍ਹ ਕੇ ਬਾਹਰ ਆ ਗਿਆ। ਮੈਂ ਚਲੋ ਕਿੱਧਰ ਨੂੰ ਚੱਲਣਾ। ਉਹਨਾਂ ਮੈਨੂੰ ਫੜ ਕੇ ਗੱਡੀਆਂ ਜਿਹੀਆਂ ਹੁੰਦੀਆਂ ਸੀ ਜਿਹੜੀਆਂ ਜਿਪਸੀਆਂ ਸਕੂਲ ਵੈਨਾਂ ਟਾਈਪ ਜਿਹੀਆਂ ਜਿਹੜੀਆਂ ਸੀ ਇਹਨਾਂ ਦੇ ਵਿੱਚ ਬਿਠਾ ਲਿਆ। ਹਾਂਜੀ, ਤੇ ਅੱਖਾਂ ਉੱਖਾਂ ਬੰਨ੍ਹ ਲਈਆਂ, ਲੈ ਗਏ। ਘਰ ਦੇ ਵੀ ਸਾਰੇ ਉੱਥੇ ਸੀ, ਵਹਿੰਦੇ ਸੀਗੇ। ਮੀਡੀਆ ਵੀ ਸੀਗਾ, ਮੀਡੀਆ ਦੇ ਕੈਮਰੇ ਕੂਮਰੇ ਉਹਨਾਂ ਖੋਲ੍ਹੇ, ਲੈ ਕੇ। ਤੇ ਚਲੋ ਨਾ ਜੀ ਮੈਨੂੰ ਵੀ ਸੀਗਾ ਵੀ ਉਹ ਜੋ ਵੇਖੀ ਜਾਊਗੀ। ਮੈਂ ਜਾ ਕੇ ਰਹਿਰਾਸ ਸਾਹਿਬ ਦਾ ਪਾਠ ਕੀਤਾ ਤੇ ਮੈਂ ਚੌਪੀ ਸਾਹਿਬ ਦਾ ਜਿਉਂ ਲੱਗਾ ਪਾਠ ਕਰਨ ਲੱਗੇ। ਮੇਰੇ ਇੰਟਰੋਗੇਸ਼ਨ ਸੀਗੀ। ਬਾਅਦ 'ਚ ਮੈਨੂੰ ਪਤਾ ਲੱਗਾ ਵੀ ਇਹ BR ਮਾਡਰਨ ਸਕੂਲ ਹੈ, ਜਿਹੜਾ ਇੰਟਰੋਗੇਸ਼ਨ ਸੈਂਟਰ ਸੀਗਾ। ਉੱਥੇ ਇੰਟਰੋਗੇਸ਼ਨ ਹੋ ਰਹੀ ਸੀ ਮੁੰਡਿਆਂ ਦੀ। ਮੈਨੂੰ ਉਹਨਾਂ ਇੱਕ ਛੋਟੇ ਜਿਹੇ ਸੈੱਲ ਜਿਹੇ 'ਚ ਬੰਦ ਕੀਤਾ ਸੀਗਾ। ਮੈਂ ਆਪਦਾ ਵਾਹਿਗੁਰੂ ਵਾਹਿਗੁਰੂ ਕਰੀ ਗਿਆ। ਅਤੇ ਰਾਤ ਨੂੰ ਮੈਨੂੰ ਲੇਟ ਨਾਈਟ ਮਤਲਬ ਮੈਨੂੰ ਕਹਿੰਦੇ ਜੀ ਤੁਹਾਡੇ ਬਾਰੇ ਫੈਸਲਾ ਹੋਇਆ ਵੀ ਛੱਡ ਦੇਣਾ, ਤੁਹਾਡਾ ਕੋਈ ਹੈਗਾ? ਮੈਨੂੰ 7-8 ਸਾਲ ਹੋ ਗਏ ਜੇਲ੍ਹ 'ਚ ਬੈਠੇ ਨੂੰ, ਨਾ ਮੈਨੂੰ ਕਿਹਦਾ ਫੋਨ ਨੰਬਰ ਚੇਤੇ ਆ ਤੇ ਨਾ ਮੈਨੂੰ ਕਿਸੇ ਦੇ ਘਰ ਦਾ ਐਡਰੈਸ ਚੇਤੇ। ਮੈਂ ਹੁਣ ਤੁਹਾਨੂੰ ਕਹਦਾ ਮੈਨੂੰ ਕੁਦਰਤੀ ਆਪਦੇ ਵਕੀਲ ਦਾ ਨੰਬਰ ਚੇਤੇ ਸੀਗੇ। ਅਤੇ ਮੈਂ ਵਕੀਲ ਦਾ ਨੰਬਰ ਦਿੱਤਾ। ਮੈਂ ਹਾਂ ਮੇਰਾ ਵਕੀਲ ਆ, ਤੁਸੀਂ ਉਹਨੂੰ ਸੱਦ ਲਓ। ਉਹਨੂੰ ਵਿਚਾਰੇ ਨੂੰ ਫੋਨ ਕੀਤਾ। ਉਹਨੇ ਵੇਖਿਆ ਇਹ ਤਮਾਸ਼ਾ ਵੀ ਇਹਨੂੰ ਚੱਕ ਕੇ ਬੜੇ ਕਸੂਤੇ ਤਰੀਕੇ ਨਾਲ ਖੜਿਆ। ਜਦੋਂ ਉਹਨੂੰ ਫੋਨ ਕੀਤਾ ਵੀ ਤੁਸੀਂ ਆਣ ਕੇ ਵਿਰਸਾ ਹੋਰਾਂ ਨੂੰ ਲੈ ਜਾਓ, ਤੂੰ ਆਉਂਦਾ। ਮੈਂ ਆਖਿਆ ਵੀ ਕਿਤੇ ਮੈਨੂੰ ਫੜਨਾ ਉਹਨੂੰ ਫਿਰਦੇ ਆ। ਉਹ ਘਰ ਚੜ ਗਿਆ। ਉਹ ਚਾਲੂ ਹੋ ਗਿਆ। ਅਤੇ ਫਿਰ ਉਹਨੇ ਸੋਚਿਆ ਯਾਰ ਮੈਂ ਨਾ ਜਾਵਾਂ ਤਾਂ ਮੈਂ ਕੋਈ ਬੰਦਾ ਹੋਰ ਪੁਲਿਸ ਦਾ ਕੋਈ ਜਿਹੜਾ ਟੌਪ ਟਾਈਪ ਜਿਹਾ ਉਹ ਭੇਜਦਾ। ਮੈਂ ਜਿਹੜਾ ਪੁਲਿਸ ਨਾਲ ਲਿਹਾਜ਼ ਲਈ ਰੱਖਣ ਵਾਲਾ, ਉਹਨੂੰ ਭੇਜ ਦੇਣਾ ਵੀ ਮੈਂ ਆਇਆ ਜੀ ਵਿਰਸਾ ਹੋਰਾਂ ਨੂੰ ਲੈਣ। ਉਹਨੇ ਉਹ ਬੰਦਾ ਭੇਜਿਆ ਜਿਹਦੀ ਪੁਲਿਸ ਨਾਲ ਲਿਹਾਜ਼ ਸੀਗੀ। ਉਹ ਜਦੋਂ ਆ ਗਿਆ, ਮੈਨੂੰ ਨਹੀਂ ਪਤਾ ਵੀ ਕੌਣ ਹੈ ਕੌਣ ਨਹੀਂ। ਅਤੇ ਮੈਨੂੰ ਪੁਲਿਸ ਵਾਲਾ ਕਹਿੰਦੇ ਜੀ ਵੀ ਤੁਹਾਨੂੰ ਲੈਣ ਆ ਗਏ, ਲੈ ਕੇ ਚੱਲੇ। ਉਹ ਮੈਨੂੰ ਚਲੋ ਵਕੀਲ ਦੇ ਘਰੇ ਛੱਡ ਗਿਆ। ਰਾਤ ਮੈਂ ਉੱਥੇ ਕੱਟੀ। ਅਗਲੇ ਦਿਨ ਮੇਰੇ ਰਿਸ਼ਤੇਦਾਰ ਸੀ ਅਤੇ ਮੈਂ ਉਹਨਾਂ ਕੋਲ ਚਲਾ ਗਿਆ। ਅਤੇ 20 ਜੁਲਾਈ ਨੂੰ ਅਤੇ 31 ਜੁਲਾਈ ਨੂੰ ਮੇਰਾ ਵਿਆਹ ਰਾਤ। ਓਕੇ। ਹਾਂਜੀ, 19 ਨੂੰ ਰਿਹਾਈ ਹੁੰਦੀ ਆ। ਰਾਤ ਜਾ ਪੁਲਿਸ ਚੱਕ ਲੈਂਦੀ ਆ, ਰਾਤ ਛੱਡਦੇ ਆ। 20 ਨੂੰ ਮੈਂ ਘਰੇ ਪਹੁੰਚਦਾ ਹਾਂ। ਅਤੇ ਘਰੇ ਵੀ ਕਹਦਾ ਅਜੇ ਮੇਰਾ ਵਿਆਹ ਨਹੀਂ ਹੋਇਆ ਤਾਂ ਮੈਂ ਆਪਦੇ ਸਾਢੂ ਦੇ ਘਰੇ ਹੀ ਜਾਂਦਾ। ਆਪਦੀ ਮਤਲਬ ਸਿਸਟਰ ਇਨ ਲਾ ਦੇ ਘਰੇ ਹੀ। ਉੱਥੇ ਮੈਂ ਉਹ ਮੈਨੂੰ ਉੱਥੇ ਲੈ ਜਾਂਦੇ। ਉਹ ਰਿਸ਼ਤਾ ਪਹਿਲਾਂ ਹੋ ਗਿਆ ਸੀ? ਰਿਸ਼ਤਾ ਮੇਰਾ ਭਾਈ ਅਮਰੀਕ ਸੋਰੀ ਵਿਚੋਲੇ ਸੀਗੇ। ਸ਼ਹੀਦ ਭਾਈ ਅਮਰੀਕ ਸੋਰੀ ਮੇਰੇ ਵਿਚੋਲੇ ਸੀਗੇ। ਇਹ ਦਰਬਾਰ ਸਾਹਿਬ ਦੇ ਹਮਲੇ ਤੋਂ ਪਹਿਲਾਂ ਹੀ ਤੈਅ ਹੋ ਗਿਆ ਸੀਗਾ। ਉਹਨਾਂ ਨੇ ਮਤਲਬ ਜਿਹਨੂੰ ਆਪਾਂ ਕਹਿੰਦੀ ਠਾਕਾ ਕਹਿ ਲਓ ਜਾਂ ਪਾਕਾ ਕਹਿ ਲਓ, ਜਾਂ ਕਹਿ ਲਓ ਵੀ ਅੰਡਰਸਟੈਂਡਿੰਗ ਜਿਹੜੀ ਹੈ ਵੀ ਭਾਈ ਅਮਰੀਕ ਸੋਰਾਂ ਨੇ ਕਿਹਾ ਸੀਗਾ ਵੀ ਮੈਂ ਵਿੱਚ ਵਿਚੋਲਾ ਜੇ ਅਤੇ ਮੈਂ ਬੱਚੀ ਦਾ ਰਿਸ਼ਤਾ ਜਿਹੜਾ ਆਪਦੇ ਭਰਾ ਵਾਸਤੇ ਮੰਗ ਰਿਹਾ। ਅਤੇ ਪਲਵਿੰਦਰ ਕੌਰ ਕਿੱਥੋਂ ਦੇ ਨੇ? ਹਾਂਜੀ, ਤੁਹਾਡੀ ਪਤਨੀ ਕਿੱਥੋਂ ਦੇ? ਇਹ ਪਿੰਡ ਠੱਟਾ ਜੀ ਝਵਾਲ ਦੇ ਲਾਗੇ। ਸਾਡਾ ਇਲਾਕਾ ਹੀ ਮਤਲਬ ਇਕੱਠਾ ਹੀ ਕਹਿ ਲਓ, ਸਾਡਾ ਤਾਂ ਪੂਰਾ ਬਾਰਡਰ 'ਤੇ ਪੈ ਜਾਂਦਾ, ਉੱਥੋਂ ਸੀਗਾ। ਅਤੇ ਉਹ ਫਿਰ 31 ਜੁਲਾਈ ਨੂੰ ਮੇਰਾ ਵਿਆਹ ਸੀਗਾ। ਸਾਉਣ 'ਚ ਕਹਿੰਦੇ ਵਿਆਹ ਨਹੀਂ ਕਰਦੇ, ਸਾਡਾ ਸਾਉਣ ਦੇ ਵਿੱਚ ਹੀ ਵਿਆਹ ਹੋਇਆ। ਹਾਂਜੀ, ਅਤੇ ਗਰਮੀ ਅੰਤਾਂ ਦੀ, ਚਲੋ ਗਰਮੀ ਤੇ ਨਾ ਜ਼ਿੰਦਗੀ ਦੀ ਪਰਵਾਹ ਕੀਤੀ ਸੀ। ਅਤੇ ਇੱਕੇ ਘਰੋਂ ਅਸੀਂ ਤਿਆਰ ਹੋ ਕੇ ਗਏ। ਮੇਰੀ ਪਤਨੀ ਵੀ ਉਸੇ ਘਰ 'ਚ ਤਿਆਰ ਹੋਈ ਅਤੇ ਮੈਂ ਵੀ ਉਸੇ ਘਰੇ ਤਿਆਰ ਹੋ। ਤਿਆਰ ਕਰਦਾ ਮੈਂ ਇਸ਼ਨਾਨ ਕੀਤਾ ਅਤੇ ਮੈਂ ਪੱਗ ਬੰਨੀ ਜਿਸ ਤਰ੍ਹਾਂ ਅੱਗੇ ਬੰਨ੍ਹਦੇ ਹਾਂ। ਉਹ ਵਿਚਾਰੀ ਤਿਆਰ ਹੋਈ, ਸੂਟ ਪਾਇਆ ਅਤੇ ਉਹ ਚਲੇ ਗਈ। ਨਾ ਕੋਈ ਮੇਕਅਪ, ਜੋ ਸਿੱਖੀ ਰਵਾਇਤਾਂ ਕਹਿੰਦੀਆਂ ਨੇ, ਜੋ ਸਿੱਖੀ ਪਰੰਪਰਾਵਾਂ ਕਹਿੰਦੀਆਂ ਨੇ, ਉਹਨਾਂ ਦੇ ਮੁਤਾਬਕ ਸਿੱਖੀ ਦੇ ਵਿੱਚ ਸਿਹਰਾ ਨਹੀਂ ਲਾ ਸਕਦਾ। ਨੋ ਸਿਹਰਾ, ਨਾ ਘੋੜੀ। ਹਾਂਜੀ, ਅਤੇ ਨਾ ਜਿਹੜਾ ਸਿੰਘਣੀ ਨੇ ਕਿਸੇ ਤਰ੍ਹਾਂ ਦਾ ਕੋਈ ਹਾਰ ਸ਼ਿੰਗਾਰ ਜਾਂ ਕਿਸੇ ਤਰ੍ਹਾਂ ਦਾ ਕੋਈ ਗਹਿਣਾ ਗੱਟਾ, ਨਥਿੰਗ। ਅਤੇ ਸਤਿਗੁਰਾਂ ਦੇ ਹੁਕਮ ਦੇ ਮੁਤਾਬਕ ਫਿਰ ਜਿਹੜਾ ਆਨੰਦ ਕਾਰਜ ਹੋਇਆ। ਅਤੇ ਉੱਥੇ ਹੀ ਫਿਰ ਅਸੀਂ ਜਿਹੜੀ ਮੇਰੀ ਸਿਸਟਰ ਦਾ ਘਰ ਸੀਗਾ, ਉੱਥੇ ਹੀ ਅਸੀਂ ਕੁਛ ਦਿਨ ਰਹਿੰਦੇ ਰਹੇ। ਫਿਰ ਬਾਅਦ 'ਚ ਅਸੀਂ ਆਪਦਾ ਵੱਖਰਾ ਕਿਰਾਏ 'ਤੇ ਲਿਆ ਰਹਿੰਦੇ 1991 ਤੋਂ ਅਸੀਂ ਇੱਥੇ ਰਹਿੰਦੇ। ਫਿਰ ਅਸੀਂ ਆਪਦਾ ਬਣਾਉਂਦੇ ਫਿਰ ਅਖੀਰ ਅੱਜ ਜਿੱਥੇ ਤੁਸੀਂ ਬੈਠੇ ਜੇ। ਖਾੜਕੂ ਸੰਘਰਸ਼ ਉਦੋਂ ਬਾਅਦ ਵੀ ਚੱਲਦਾ ਰਿਹਾ, ਉਹਦੇ 'ਚ ਸਰਗਰਮੀਆਂ ਰਹੀਆਂ? ਖਾੜਕੂ ਸੰਘਰਸ਼ 'ਚ ਜਿਸ ਤੱਕ ਜਦੋਂ ਮੈਂ ਜੇਲ੍ਹ ਤੋਂ ਰਿਹਾ ਹੋ ਕੇ ਆਉਣਾ ਆ, ਇਹ 'ਚ ਕੋਈ ਦਰਾਵਣੀ ਹਮਦਰਦੀ ਰਹੀ ਹੈ। ਮੇਰਾ ਜਿਹੜਾ ਬੱਬਰ ਸਿੱਖ ਵਿਦਿਆਰਥੀ ਜਥੇਬੰਦੀ ਵੀ ਜਿਹੜੀ ਹੈ ਉਸ ਸਮੇਂ ਬਣਾਈ ਸੀਗੀ 1991 'ਚ, ਜਿਹੜੀ ਕਿ ਬੱਬਰ ਖਾਲਸਾ ਨਾਲ ਸੰਬੰਧਿਤ ਸੀਗੀ। ਬੱਬਰ ਅਕਾਲੀ ਦਲ ਵੀ ਬਣਿਆ ਸੀ, ਤੁਹਾਨੂੰ ਸ਼ਾਇਦ ਯਾਦ ਹੋਣਾ। ਫਿਰ ਉਹਦੀ ਜਿਹੜੀ ਸਟੂਡੈਂਟ ਵਿੰਗ ਸੀਗੇ ਜਿਹੜਾ, ਉਹ ਬੱਬਰ ਸਿੱਖ ਵਿਦਿਆਰਥੀ ਬਣੀ ਸੀਗੀ। ਅਤੇ ਸੰਬੰਧ ਜਿਹੜੇ ਆ ਉਹ ਆਪਦੀਆਂ ਧਿਰਾਂ ਦੇ ਨਾਲ, ਆਪਦੀ ਸੋਚ ਵਾਲਿਆਂ ਦੇ ਨਾਲ
ਉਹ ਹਮੇਸ਼ਾ ਰਹੀ ਹੈ। ਅਸੀਂ ਤੇ ਉਹ ਲੋਕ ਸੀਗੇ। ਨਹੀਂ, ਬਾਅਦ ਵਿੱਚ ਸਰਗਰਮੀ ਕਿੱਥੋਂ ਤੱਕ ਰਹੀ? ਨਹੀਂ, ਸਰਗਰਮੀ ਕੋਈ ਜਿਹੜੀ ਆਪਾਂ ਕਹਿ ਦਈਏ ਕਿ ਮਿਲੀਟੈਂਸੀ ਵਾਲੀ ਨਹੀਂ ਰਹੀ, ਠੀਕ ਹੈ ਨਾ। ਮਿਲੀਟੈਂਸੀ ਦਾ ਤੁਸੀਂ ਕਹਿ ਦਿਓ ਕਿ ਉਹਦੇ 'ਚ ਸਰਗਰਮ ਕੋਈ ਇਹੋ ਜਿਹੀ ਗੱਲ ਕੋਈ ਨਹੀਂ ਗੀ। ਰਾਜਨੀਤਿਕ ਤੌਰ 'ਤੇ ਜਾਂ ਜਿਹੜਾ ਇਹ ਸਿੱਖ ਸੰਘਰਸ਼ ਦੇ ਮਦਈ ਜਾਂ ਹਮਦਰਦ ਜਿਹੜੇ ਆ ਉਹ ਰਹੇ। ਡਾਕਟਰ ਤ੍ਰੇਹਨ ਦੇ ਕਤਲ ਦਾ ਮਾਮਲਾ ਕੀ ਹੈ? ਡਾਕਟਰ ਤ੍ਰੇਹਨ, ਦੇਖੋ ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਕਿੱਡੀ ਵੱਡੀ ਬੇਇਨਸਾਫੀ ਹੈ ਕਿ ਉਸ ਇਲਾਕੇ 'ਚ ਜਿਹੜਾ ਬੈਕਵਰਡ ਏਰੀਆ ਸੀਗਾ, ਚਲੋ ਅੱਜ ਤੇ ਉਹ ਇਲਾਕਾ ਹੁਣ ਸਾਰੇ ਹੀ ਮਹਾਰਾਜ ਦੀ ਕਿਰਪਾ ਆ। ਉਸ ਸਮੇਂ 'ਚ ਉੱਥੇ ਜਿਹੜੀਆਂ ਸਿਹਤ ਸਹੂਲਤਾਂ ਸੀਗੀਆਂ ਬੜੀਆਂ ਬਹੁਤ ਘੱਟ ਸੀ, ਤੇ ਡਾਕਟਰ ਤ੍ਰੇਹਨ ਵਰਗੇ ਸੀਗੇ ਲੋਕ ਜਿਹੜੇ ਵਿਚਾਰੇ ਦਿੰਦੇ ਸੀ ਤੇ ਜਿਨ੍ਹਾਂ ਦੀ ਲੋਕੀ ਸਿਫਤ ਕਰਦੇ ਸੀਗੇ। ਭਾਵੇਂ ਅਸੀਂ ਉਦੋਂ ਛੋਟੇ ਸੀਗੇ, ਪਰ ਕਈ ਨਾਂ ਜ਼ਬਾਨ 'ਤੇ ਚੜ੍ਹੇ ਹੁੰਦੇ ਆ ਵੀ ਯਾਰ ਫਲਾਣਾ ਡਾਕਟਰ ਹੈ ਜੀ, ਵਧੀਆ ਡਾਕਟਰ ਹੈ ਜੀ, ਹਾਂਜੀ। ਅਤੇ ਉਹਨੂੰ ਇਨਸਾਫ ਦੇਣ ਦੀ ਥਾਂ 'ਤੇ, ਉਹਦੀ ਜਾਂਚ ਕਰਨ ਦੀ ਥਾਂ 'ਤੇ, ਤਹਿ ਤੱਕ ਪਹੁੰਚਣ ਦੀ ਥਾਂ 'ਤੇ ਵੀ ਉਹਨੂੰ ਕਿਹਨੇ ਮਾਰਿਆ, ਕਿਉਂ ਮਾਰਿਆ, ਮਾਰਨ ਦਾ ਮੰਤਵ ਕੀ ਸੀਗਾ, ਸਿਰਫ ਇਹ ਆ ਵੀ ਕੇਸ ਪੈਂਡਿੰਗ ਪਿਆ ਆ ਅਤੇ ਚੱਕ ਕੇ ਫਿੱਟ ਕਰ ਦਿਓ। ਅਸੀਂ ਉਦੋਂ ਕਿਉਂਕਿ ਜੇਲ੍ਹਾਂ ਦੇ ਵਿੱਚ ਸੀਗੇ, ਅਤੇ ਜਿਹੜੇ ਜਿੰਨੇ ਵੀ ਪੈਂਡਿੰਗ ਪਏ ਸੀ ਕੇਸ ਜਿਹੜੇ ਆ ਸਾਡੇ ਵਰਗਿਆਂ ਦੇ ਉੱਤੇ ਫਿੱਟ ਕਰਤੇ। ਫਿੱਟ ਕਿਵੇਂ ਕੀਤੇ? ਜਿਹੜਾ ਤ੍ਰੇਹਨ ਵਾਲਾ ਕੇਸ ਹੀ ਲਾ ਲਓ ਜਾਂ ਇਸ ਤਰ੍ਹਾਂ ਦੇ ਕਈ ਹੋਰ ਵੀ ਕੇਸ ਜੀ। ਪੁਲਿਸ ਕੋਲ ਇੱਕ ਸ਼ਕਤੀ ਹੁੰਦੀ ਆ ਜਿਹਨੂੰ ਐਕਸਟਰਾ ਜੁਡੀਸ਼ੀਅਲ ਕਨਫੈਸ਼ਨ ਸਟੇਟਮੈਂਟ ਕਹਿੰਦੇ। ਉਹ ਕੀ ਹੁੰਦਾ ਕਿ ਕੋਈ ਵੀ ਵਿਅਕਤੀ ਆਣ ਕੇ ਪੁਲਿਸ ਕੋਲੇ ਬਿਆਨ ਦਿੰਦਾ ਆ ਕਿ ਮੈਨੂੰ ਫਲਾਣਾ ਵਿਅਕਤੀ ਮਿਲਿਆ ਸੀਗਾ, ਉਹਨੇ ਮੇਰੇ ਕੋਲੇ ਇਨਕਸਾਫ ਕੀਤਾ ਕਿ ਫਲਾਣਾ ਜਿਹੜਾ ਜੁਰਮ ਆ ਜਾਂ ਫਲਾਣਾ ਜਿਹੜਾ ਕ੍ਰਾਈਮ ਆ ਉਹ ਮੈਂ ਕੀਤਾ ਹੈ। ਅਤੇ ਜਾਂ ਉਹ ਨਾਲ ਅੱਗੇ ਕਹਿੰਦਾ ਕਿ ਉਹ ਕਹਿੰਦਾ ਸੀ ਕਿ ਮੈਨੂੰ ਯਾਰ ਤੂੰ ਪੁਲਿਸ ਕੋਲੇ ਪੇਸ਼ ਕਰਵਾ ਦੇ, ਮੇਰੇ ਮਨ 'ਤੇ ਬੋਝ ਆ ਅਤੇ ਮੈਂ ਮਤਲਬ ਜਿਹੜਾ ਪੇਸ਼ ਹੋ ਕੇ ਆਪਦਾ ਸੁਰਖਰੂ ਹੋਣਾ ਚਾਹੁੰਦਾ। ਅਤੇ ਜਾਂ ਜਿਸ ਤਰ੍ਹਾਂ ਸਾਡੇ ਕੇਸ 'ਚ ਉਹਨੇ ਲਿਖਿਆ ਕਿ ਮੇਰੇ ਕੋਲੇ 2 ਟਾਊਟਾਂ ਦੀ ਬਣਾਈ ਸੀਗੀ, ਪੁਲਿਸ ਦੇ ਪੁਰਾਣੇ ਟਾਊਟ ਹੀ ਸੀਗੇ, ਉਹ ਰਿਕਾਰਡ ਆ, ਮਤਲਬ ਟਾਊਟ ਸੀਗੇ ਪੁਲਿਸ ਦੇ। ਅਤੇ ਵੀ ਮੇਰੇ ਕੋਲੇ ਹਰਦੇਵ ਸਿੰਘ, ਬਲਦੇਵ ਸਿੰਘ ਅਤੇ ਵਿਰਸਾ ਸਿੰਘ ਆਏ, ਉਹਨਾਂ ਨੇ ਕਿਹਾ ਕਿ ਡਾਕਟਰ ਤ੍ਰੇਹਨ ਨੂੰ ਅਸੀਂ ਮਾਰਿਆ, ਹੁਣ ਜਿਹੜਾ ਖਾਲਸਾ ਰਾਜ ਬਣ ਜਾਣਾ ਆ, ਕੋਈ ਪੁੱਛਣ ਵਾਲਾ ਨਹੀਂ ਗਾ ਇੱਥੇ, ਹਾਂਜੀ। ਸੰਤ ਜਰਨੈਲ ਸੋਰਾਂ ਦੀ ਬੱਲੇ ਬੱਲੇ ਆ। ਅਤੇ ਇਹ ਮੇਰੇ ਕੋਲ ਇਹਨਾਂ ਨੇ ਮੰਨਿਆ। 83 ਦਾ ਸੀ ਮਰਡਰ? ਇਹ ਸਤੰਬਰ 83 ਦਾ। ਇਹ ਜਿਹੜੀ ਕਨਫੈਸ਼ਨ ਸਟੇਟਮੈਂਟ ਹੈ ਇਹ ਦਰਬਾਰ ਸਾਹਿਬ ਹਮਲੇ ਤੋਂ ਬਾਅਦ ਦੀ ਹੈ। ਓਕੇ। ਮਤਲਬ ਲਗਭਗ ਸਾਲ ਬਾਅਦ ਦੀ ਹੈ। 85 84 ਮਤਲਬ ਬਹੁਤ ਸਾਲ ਬਾਅਦ। 84 ਦੇ ਵਿੱਚ ਉਹ ਹੋ ਜਾਂਦਾ। ਅੱਛਾ, 83 ਅਤੇ 84 ਹੈ। ਅਤੇ ਉਹਦੀ ਕਨਫੈਸ਼ਨ ਸਟੇਟਮੈਂਟ ਦੇ ਵਿੱਚ ਸਾਨੂੰ ਜਿਹੜਾ ਨਾਮਜ਼ਦ ਕਰ ਦਿੱਤਾ ਜਾਂਦਾ। ਚਲੋ ਉਹ ਵਾਰੰਟ ਨਾਲ ਲੱਗ ਜਾਂਦਾ ਸਾਡੇ, ਉਹ ਵਾਰੰਟ ਸਾਡੇ ਨਾਲ ਲੱਗਾ ਹੈ। ਅਤੇ ਵਾਰੰਟ ਦਾ ਮਤਲਬ ਇਹ ਹੁੰਦਾ ਆ ਜਦੋਂ ਤੁਹਾਡੇ ਜੇਲ੍ਹ ਦੇ ਵਿੱਚ ਤੁਸੀਂ ਬੰਦ ਜੇ ਅਤੇ ਤੁਹਾਡਾ ਵਾਰੰਟ ਨਾਲ ਲੱਗ ਗਿਆ, ਜਾਂ ਤੁਸੀਂ ਉਸ ਕੇਸ 'ਚੋਂ ਡਿਸਚਾਰਜ ਹੋਵੋ, ਜਾਂ ਤੁਸੀਂ ਬਰੀ ਹੋਵੋ, ਅਤੇ ਜਾਂ ਘੱਟੋ ਘੱਟ ਜ਼ਮਾਨਤ 'ਤੇ ਬਾਹਰ ਹੋਵੋ। ਇਹ ਤਿੰਨ ਗੱਲਾਂ ਹੋਣ ਤੋਂ ਬਾਅਦ ਹੀ ਤੁਸੀਂ ਉਸ ਕੇਸ 'ਚੋਂ ਬਾਹਰ ਆ ਸਕਦੇ। ਸਹੀ। ਪੁਲਿਸ ਇਹ ਵੀ ਮੰਨਦੀ ਹੈ ਕਿ ਵਾਰੰਟ ਲੱਗਾ ਸੀਗਾ, ਹਾਂਜੀ। ਹੋਇਆ ਕਿ ਉਹ ਕੇਸ ਜਿਹੜਾ ਮੇਰਾ ਜਿਹੜੇ ਮੇਰੇ ਨਾਲ 2 ਹੋਰ ਸੀਗੇ, ਉਹਨਾਂ ਦਾ ਕੇਸ ਚੱਲਦਾ ਸੀਗਾ। ਅਤੇ ਮੈਂ ਜਦੋਂ ਅੰਮ੍ਰਿਤਸਰ ਜੇਲ੍ਹ 'ਚ ਆ ਜਾਂਦਾ ਆ ਅਤੇ ਮੈਨੂੰ ਵੀ ਉਸ ਕੇਸ 'ਚ ਪੇਸ਼ ਕੀਤਾ ਜਾਂਦਾ ਹੈ। ਮੇਰੀ ਗ੍ਰਿਫਤਾਰੀ ਪੈ ਜਾਂਦੀ ਉਸ ਕੇਸ 'ਚ, ਭੌਂ ਕੇ ਮੈਨੂੰ ਫਿਰ ਤਿਹਾੜ ਜੇਲ੍ਹ 'ਚ ਲੈ ਜਾਂਦੇ ਆ। ਉਹ ਜਿਹੜੇ 2 ਮੇਰੇ ਨਾਲ ਦੇ ਜੋ ਦੋਸ਼ੀ ਬਣਾਏ ਹੁੰਦੇ ਆ, ਉਹ ਪਰੇਸ਼ਾਨ ਹੁੰਦੇ ਆ ਕਿ ਮੈਨੂੰ ਦੁਬਾਰਾ ਪੇਸ਼ ਨਹੀਂ ਕੀਤਾ ਜਾਂਦਾ। ਉਹ ਤਰੀਕ 'ਤੇ ਆਉਂਦੇ ਆ, ਅਗਲੀ ਤਰੀਕ ਪੈ ਜਾਂਦੀ ਵੀ ਵਿਰਸਾ ਹੋਲਟੋਆ ਨਹੀਂ ਆਇਆ। ਅਖੀਰ ਉਹ ਦਰਖਾਸਤ ਦਿੰਦੇ ਆ ਕਿ ਸਾਡਾ ਕੇਸ ਜਿਹੜਾ ਵੱਖਰਾ ਕਰ ਦਿੱਤਾ ਜਾਵੇ, ਕਿਉਂਕਿ ਉਹਨੂੰ ਪੇਸ਼ ਨਹੀਂ ਕੀਤਾ ਜਾਂਦਾ ਅਤੇ ਸਾਡੀ ਵੱਖਰੀ ਸੁਣਵਾਈ ਕੀਤੀ ਜਾਵੇ। ਉਹ ਜੱਜ ਸਾਹਿਬ ਫੈਸਲਾ ਲੈ ਕੇ ਮੇਰਾ ਕੇਸ ਸੈਪਰੇਟ ਕਰ ਦਿੰਦੇ ਜੀ। ਜਦੋਂ ਵਿਰਸਾ ਹੋਲਟੋਆ ਆਊਗਾ ਉਹਦਾ ਕੇਸ ਜਿਹੜਾ ਉਸ ਸਮੇਂ ਚੱਲੂਗਾ ਅਤੇ ਇਹਨਾਂ ਦਾ ਕੇਸ ਸਟਾਰਟ ਕਰ ਦਿੰਦੇ। ਉਹਨਾਂ ਦੀਆਂ ਗਵਾਹੀਆਂ ਹੁੰਦੀਆਂ ਨੇ, ਗਵਾਹ ਕੋਈ ਗਵਾਹੀ ਦਿੰਦਾ ਨਹੀਂ ਗਾ, ਕੁਛ ਹੁੰਦਾ ਨਹੀਂ ਗਾ, ਉਹ ਕੇਸ ਚੱਲ ਰਿਹਾ ਹੁੰਦਾ ਹੈ। ਅਤੇ ਇਹਦੇ ਦਰਮਿਆਨ ਹੀ ਮੈਂ ਵਾਪਸ ਅੰਮ੍ਰਿਤਸਰ ਜੇਲ੍ਹ 'ਚ ਆ ਜਾਂਦਾ। ਅੰਮ੍ਰਿਤਸਰ ਜੇਲ੍ਹ ਜਦੋਂ ਮੈਂ ਆਉਣਾ ਤਾਂ ਮੈਂ ਜੱਜ ਸਾਹਿਬ ਨੂੰ ਚਿੱਠੀ ਲਿਖਦਾ ਹਾਂ ਕਿ ਮੈਂ ਅੰਮ੍ਰਿਤਸਰ ਜੇਲ੍ਹ 'ਚ ਬੰਦ ਹਾਂ, ਮੈਨੂੰ ਇੱਥੇ ਲੈ ਜਾਂਦਾ ਗਿਆ ਹੈ ਅਤੇ
ਤੁਹਾਡੇ ਅਦਾਲਤ 'ਚ ਆਹ FIR ਨੰਬਰ ਜਿਹੜਾ ਕੇਸ ਹੈ ਚੱਲਦਾ ਤੇ ਇਹਦੀ ਅਗਲੀ ਤਰੀਕ ਆਹ ਆ, ਤੇ ਮੈਨੂੰ ਜਿਹੜੇ ਫਰੈਸ਼ ਜਿਹੜੇ ਸੰਮਣ ਹੈ ਉਹ ਭੇਜੇ ਜਾਣ ਤਾਂ ਕਿ ਮੈਂ ਜਿਹੜਾ ਆ ਆਪਦੀ ਕੇਸ ਦੀ ਸੁਣਵਾਈ ਦਾ ਹਿੱਸਾ ਬਣ ਸਕਾਂ। ਜੱਜ ਸਾਹਿਬ ਉਹ ਪੈਂਡਿੰਗ ਕਰ ਲੈਂਦੇ ਆ, ਤੇ ਜੱਜ ਸਾਹਿਬ ਫੈਸਲਾ ਕਰਦੇ ਆ ਕਿ ਹੁਣ ਜਿਸ ਸਟੇਜ ਤੇ ਕੇਸ ਚਲਾ ਗਿਆ ਹੁਣ ਤੁਹਾਡਾ ਇਕੱਠਿਆਂ ਨਹੀਂ ਚੱਲ ਸਕਦਾ। ਉਹਨਾਂ ਦਾ ਫੈਸਲਾ ਹੋ ਜਾਂਦਾ, ਉਹ ਬਰੀ ਹੋ ਜਾਂਦੇ। ਮੈਂ ਜ਼ਮਾਨਤ ਤੇ ਰਿਹਾ ਹੋ ਜਾਂਦਾ। ਮੇਰਾ ਜਦੋਂ ਫਿਰ, ਕਿਉਂਕਿ ਮੇਰਾ ਚਾਰਜ ਫਰੇਮ ਹੋਣਾ ਹੁੰਦਾ, ਉਹ 'ਚ ਕੀ ਹੁੰਦਾ ਕਿ ਨਵੇਂ ਸਿਰੇ ਫਿਰ ਮੇਰੇ ਦੋਸ਼ ਤੈਅ ਹੋਣੇ ਸੀ। ਜਦੋਂ ਦੋਸ਼ ਤੈਅ ਹੋਣੇ ਹੁੰਦੇ ਆ ਤੇ ਉਦੋਂ ਫਿਰ ਦੋਨੋਂ ਪਾਸੇ ਦੇ ਵਕੀਲ ਜਿਹੜੇ ਸਰਕਾਰੀ ਵਕੀਲ ਤੇ ਮੇਰੇ ਵਕੀਲ ਨੇ ਬਹਿਸ ਕੀਤੀ। ਉਹਨਾਂ ਕਿਹਾ ਕੇਸ ਦੇ ਵਿੱਚ ਹੈ ਕੀ ਹੈ, ਟੋਕਟਾਂ ਨੇ ਬਿਆਨ ਦਿੱਤਾ, ਬਾਅਦ 'ਚ ਕੇਸ ਚੱਲਿਆ। ਆਹ ਦੋ ਬੰਦੇ ਜਿਹੜੇ ਆ ਜਿਨ੍ਹਾਂ ਦੇ ਉੱਤੇ ਕੇਸ ਚੱਲਿਆ ਲਗਾਤਾਰ, ਸਾਰੀਆਂ ਗਵਾਹੀਆਂ ਆਈਆਂ, ਗਵਾਹ ਕੋਈ ਖੜੋਤਾ ਨਹੀਂ ਗਾ। ਹਾਂਜੀ, ਤੇ ਗਵਾਹ ਨੇ ਕੋਈ ਗਵਾਹੀ ਦਿੱਤੀ ਨਹੀਂ ਕਿ ਕੇਸ ਦੇ ਵਿੱਚ ਕੁਝ ਨਹੀਂ ਹੈਗਾ, ਇਸ ਕਰਕੇ ਜਿਹੜਾ ਡਿਸਚਾਰਜ ਕੀਤਾ ਜਾਏ। ਉਦੋਂ ਜੱਜ ਕੋਲੇ ਪਾਵਰ ਹੁੰਦੀ ਸੀ ਡਿਸਚਾਰਜ ਕਰਨ ਦੀਆਂ। ਉਹ ਜੱਜ ਨੇ ਮੇਰਾ ਕੇਸ ਡਿਸਚਾਰਜ ਕਰਤਾ। ਉਹ ਡਿਸਚਾਰਜ ਦਾ ਜਿਹੜਾ ਆਰਡਰ ਹੁੰਦਾ ਹੈ ਉਹ 5-7 ਲਾਈਨਾਂ ਦਾ ਹੁੰਦਾ ਹੈ। ਪਹਿਲੋਂ ਇਹ ਸ਼ਰਾਰਤ ਕੀਤੀ ਗਈ ਕਿ ਵਿਰਸਾ ਸਿੰਘ ਬਲਟੋਹਾ ਦੇ ਵਿਰੁੱਧ ਜਿਹੜਾ ਕੇਸ ਹੈ ਜਿਹੜਾ ਆ ਪੈਂਡਿੰਗ ਪਿਆ ਹੈ। ਠੀਕ ਹੈ, ਪੈਂਡਿੰਗ ਕਿਸ ਤਰ੍ਹਾਂ ਪਿਆ ਕਿ ਉਦੋਂ ਜਦੋਂ ਮਿਲੀਟੈਂਸੀ ਸੀ ਨਾ, ਉਦੋਂ ਕੇਸ ਥਾਣਿਆਂ ਦੇ ਹਰੇਕ ਥਾਣੇ ਦੇ 10-10 15-15 ਕੇਸ ਰੋਜ਼ ਦੇ ਚੱਲ ਜਾਂਦੇ ਸੀ, ਤੇ ਪੁਲਿਸ ਰਿਕਾਰਡ ਹੀ ਨਹੀਂ ਮੇਨਟੇਨ ਕਰਦੀ ਜੀ। ਨਾ ਪੁਲਿਸ ਨੂੰ ਇਹ ਪਤਾ ਲੱਗਦਾ ਹੁੰਦਾ ਵੀ ਕਿ ਕਿਹੜਾ ਗਵਾਹ ਹੋ ਗਿਆ, ਕਿਹੜਾ ਨਹੀਂ ਹੋਇਆ, ਕਿਹੜਾ ਬੰਦਾ ਰਿਹਾ ਹੋ ਗਿਆ, ਕਿਹਦੀ ਜ਼ਮਾਨਤ ਹੋ ਗਈ ਆ। ਉਹ ਆਪਦਾ ਰਿਕਾਰਡ ਹੀ ਮੇਨਟੇਨ ਨਹੀਂ ਸੀ ਕਰਦੇ। ਤੇ ਰਿਕਾਰਡ ਦੇ ਵਿੱਚ ਕੀ ਬੋਲੀ ਜਾਂਦਾ ਸੀ ਕਿ ਵਿਰਸਾ ਸਿੰਘ ਬਲਟੋਹਾ ਭਗੌੜਾ ਹੈ, ਵਿਰਸਾ ਸਿੰਘ ਬਲਟੋਹਾ ਭਗੌੜਾ 63 ਕੇਸ 'ਚ ਭਗੌੜਾ ਹੈ। ਹੁਣ ਉਹ ਰਿਕਾਰਡ ਤੇ ਮੇਨਟੇਨ ਕਰਨਾ ਹੈ ਪੁਲਿਸ ਨੇ ਕੀਤਾ ਨਹੀਂ। ਤੇ ਉਹ ਗਿਣੀ ਮਿਥੀ ਚਾਲ ਦੇ ਤਹਿਤ ਸਰਕਾਰ ਨੂੰ ਚਿੱਠੀ ਲਿਖੀ ਗਈ। ਸਰਕਾਰ ਇੰਟਰਸਟਿਡ ਸੀਗੀ ਕਿ ਵਿਰਸਾ ਸਿੰਘ ਬਲਟੋਹਾ ਨੂੰ ਘੇਰਿਆ ਜਾਵੇ। ਸਰਕਾਰ ਤਰਨਤਾਰਨ ਪੁਲਿਸ ਨੂੰ, ਕੈਪਟਨ ਅਮਰਿੰਦਰ ਸਿੰਘ ਗ੍ਰਹਿ ਮੰਤਰੀ ਸੀਗੇ, ਉਹਨਾਂ ਦੇ ਗ੍ਰਹਿ ਮੰਤਰਾਲੇ ਵੱਲੋਂ ਚਿੱਠੀ ਕੱਢੀ ਜਾਂਦੀ ਹੈ ਕਿ ਆਹ ਜਿਹੜੀ ਆਈ ਹੈ, ਆਹ ਵਿਰਸਾ ਸਿੰਘ ਬਲਟੋਹਾ ਦੇ ਵਿਰੁੱਧ ਜਿਹੜਾ 36 ਸਾਲ ਪੁਰਾਣਾ ਕੇਸ ਆ 346/83 ਪੱਟੀ ਥਾਣੇ ਦਾ, 302 ਦਾ, ਡਾਕਟਰ 63 ਦਾ, ਇਹ ਪੈਂਡਿੰਗ ਹੈ ਤੇ ਇਹਦੇ ਵਿਰੁੱਧ ਜਿਹੜੀ ਆ ਕਾਰਵਾਈ ਕੀਤੀ ਜਾਵੇ ਜੀ। ਪੁਲਿਸ ਜਿਹੜੀ ਆ ਜਦੋਂ ਉਹਨਾਂ ਨੂੰ ਆਉਂਦੀ ਹੈ ਤੇ ਪੁਲਿਸ ਮੇਰੇ ਨਾਲ ਸੰਪਰਕ ਕਰਦੀ ਹੈ। ਤੇ ਪੁਲਿਸ ਜਦੋਂ ਸੰਪਰਕ ਕਰਦੀ ਹੈ ਤੇ ਮੈਂ ਕਿਹਾ ਯਾਰ ਗੁਰੂ ਮੈਂ ਕਿੱਥੋਂ, ਕਹਿੰਦੇ ਰਿਕਾਰਡ ਲਿਆਓ ਜੀ, ਆਰਡਰ ਲਿਆਓ। ਆਰਡਰ ਹੁਣ ਕਿੱਥੇ, ਨਾ ਹੀ ਸਾਨੂੰ ਉਦੋਂ ਪਤਾ ਹੁੰਦਾ ਵੀ ਆਰਡਰ ਲੈਣੇ ਚਾਹੀਦੇ ਆ, ਨਾ ਸਾਨੂੰ ਪਤਾ ਸੀ, ਨਾ ਸਾਨੂੰ ਵਕੀਲਾਂ ਦੱਸਿਆ ਸੀ, ਨਾ ਕਿਸੇ ਨੇ ਪੁੱਛਿਆ ਸੀ। ਤੇ ਆਰਡਰ ਕਿੱਥੋਂ ਲੱਭਣੇ ਸੀ, ਪੈ ਗਈ ਪਸੂੜੀ। ਉਹ ਕੀ ਹੋਇਆ ਕੁਦਰਤੀ, ਮੈਂ ਨਾ ਹੱਥ ਮਾਰਦਿਆਂ ਮੇਰੇ ਹੱਥ ਜਿਹੜੇ ਡਾਕਟਰ 63 ਦੇ ਕੇਸ ਦੀ ਜ਼ਮਾਨਤ ਦੇ ਆਰਡਰ ਸੀ ਨਾ, ਉਹ ਲੱਗ ਗਏ। ਓਕੇ, ਉਹ ਕਿਵੇਂ ਲੱਗ ਗਏ? ਉਹ ਵੀ ਕੁਦਰਤੀ ਘਰੇ ਪਏ ਸੀਗੇ ਕਿ ਜਦੋਂ ਮੇਰੀ ਦਿੱਲੀ ਵਾਲੇ ਕੇਸ ਦੇ ਜਿਹੜੇ CBI ਦਾ ਕੇਸ ਸੀ 302 ਦਾ, ਹਰਬੰਸ ਮਰਚੰਦੇ ਦਾ, ਇੰਦਰਾ ਗਾਂਧੀ ਦਾ ਜਿਹੜਾ ਬੜਾ ਖਾਸ ਸੀਗਾ ਉਹਦੇ ਕਤਲ ਦਾ, ਤੇ ਉਹ ਹਾਈ ਕੋਰਟ ਦਿੱਲੀ ਨੇ ਕਿਹਾ ਸੀਗਾ ਵੀ ਵਿਰਸਾ ਸਿੰਘ ਬਲਟੋਹਾ ਦੇ ਵਿਰੁੱਧ ਤੇ ਪੰਜਾਬ 'ਚ ਦਰਜਨਾ ਕੇਸ ਆ ਤੇ ਤੁਸੀਂ ਇਹ 'ਚੋਂ ਜ਼ਮਾਨਤ ਮੰਗੀ ਜਾਂਦੇ ਸਾਡੇ ਕੋਲੋਂ। ਫਿਰ ਸਾਡੇ ਵਕੀਲ ਨੇ ਕਿਹਾ ਜੀ ਉੱਥੇ ਸਾਰਿਆਂ 'ਚੋਂ ਜ਼ਮਾਨਤਾਂ ਹੋ ਚੁੱਕੀਆਂ ਨੇ, ਇਹ ਇਕੱਲਾ ਦਿੱਲੀ ਵਾਲਾ ਰਹਿ ਗਿਆ। ਉਧਰ ਤੋਂ ਸੁਰਖਰੂ ਆ, ਜਾਂ ਬਰੀ ਹੋ ਗਿਆ, ਜਾਂ ਡਿਸਚਾਰਜ ਹੋ ਗਿਆ, ਜਾਂ ਜ਼ਮਾਨਤਾਂ ਹੋ ਗਈਆਂ ਨੇ। ਉਹ ਕਹਿੰਦੇ ਸਾਡੇ ਕੋਲ ਰਿਕਾਰਡ ਪੇਸ਼ ਕਰੋ। ਫਿਰ ਸਾਰੇ ਕੇਸਾਂ ਦਾ ਰਿਕਾਰਡ ਪੇਸ਼ ਕੀਤਾ ਵੀ ਆਹ ਡਿਸਚਾਰਜ ਹੋ ਚੁੱਕਾ ਜੀ, ਆਹ ਬਰੀ ਹੋ ਚੁੱਕਾ ਜੀ, ਤੇ ਆਹ 'ਚ ਜ਼ਮਾਨਤ ਹੋ ਚੁੱਕੀ। ਜ਼ਮਾਨਤ ਦੇ ਆਰਡਰ ਜਿਹੜੇ ਆ ਉਹ ਕੁਦਰਤੀ ਕਾਪੀ ਲੈ ਕੇ ਜਿਹੜੀ ਆ ਉਹ ਹਾਈ ਕੋਰਟ 'ਚ ਦਿੱਤੀ ਸੀ, ਤੇ ਉਹਦੀ ਇੱਕ ਕਾਪੀ ਮੇਰੇ ਕੋਲੇ ਪਈ ਸੀ। ਉਹ ਮੈਂ ਪੁਲਿਸ ਵਾਲਿਆਂ ਨੂੰ ਦਿੱਤੀ। ਮੈਂ ਯਾਰ ਆਹ ਵੇਖ ਲਓ, ਦੂਰੇ ਆਰਡਰ ਤੇ ਜਿਹੜੇ ਹੈਗੇ ਆ ਡਿਸਚਾਰਜ ਵਾਲੇ ਤੇ ਲੱਭੇ ਨੇਗੇ, ਤੇ ਉਹ ਨਾ ਹੀ ਲਏ। ਆ ਜ਼ਮਾਨਤ ਵਾਲੇ ਮੇਰੇ ਕੋਲ ਇਸ ਕਰਕੇ ਪਏ ਸੀ ਵੀ ਹਾਈ ਕੋਰਟ 'ਚ ਪੇਸ਼ ਕਰਨੇ ਸੀਗੇ। ਆਹ ਮੇਰੇ ਕੋਲ ਕਾਪੀ ਪਈ ਆ ਤੇ ਤੁਸੀਂ ਲੜ। ਉਹਨਾਂ ਜਦੋਂ ਵੇਖਿਆ ਉਹ ਕਹਿੰਦੇ ਭਾਈ ਇਹ ਗੱਲ ਤੇ ਤੁਸੀਂ ਸੱਚੇ ਜੀ, ਇਹਦੇ 'ਚ ਹੈ ਹੀ ਕੱਖ ਨਹੀਂ, ਇਹ ਤਾਂ ਸਾਰਾ ਨਿਪਟਾਰਾ ਹੋ ਚੁੱਕਾ। ਜੇ ਸਾਡੇ ਕੋਲੇ ਸਾਡੇ ਰਿਕਾਰਡ 'ਚ ਤੁਸੀਂ ਭਗੌੜੇ ਬੋਲਦੇ ਜੇ ਤਾਂ ਮਤਲਬ ਤੁਹਾਡੀ ਗ੍ਰਿਫਤਾਰੀ ਵੀ ਪਈ ਹੈ। ਹਾਂਜੀ, ਗ੍ਰਿਫਤਾਰੀ ਪੈਣ ਤੋਂ ਬਾਅਦ ਹੀ ਜ਼ਮਾਨਤ ਹੋਈ ਹੋਊਗੀ। ਹਾਂਜੀ, ਤੇ ਫਿਰ ਤੁਸੀਂ ਭਗੌੜੇ ਰਹੇ ਨੇ ਗਏ। ਤੇ ਜੇ ਤੁਹਾਡੀ ਜ਼ਮਾਨਤ ਹੋਈ ਹੈ ਤਾਂ ਕੇਸ ਕਿਸੇ ਨਾ ਕਿਸੇ ਪਾਸੇ ਲੱਗਾ ਹੀ ਹੋਊਗਾ। ਉਹਨਾਂ ਨੇ ਰਿਪੋਰਟ ਬਣਾ ਕੇ ਭੇਜਤੀ ਜੀ ਵੀ ਵਿਰਸਾ ਸਿੰਘ ਬਲਟੋਹਾ ਦਾ ਇਸ ਕੇਸ ਦੇ ਨਾਲ ਹੁਣ ਕੋਈ ਸੰਬੰਧ ਨਹੀਂ, ਇਹ ਕੇਸ ਜਿਹੜਾ ਆ ਖਤਮ ਹੋ ਚੁੱਕਾ। ਹੁਣ ਜਦੋਂ ਸਰਕਾਰ ਦੂਜੇ ਬੰਨੇ ਬਦਨੀਅਤ ਹੋਵੇ ਤਾਂ ਸਰਕਾਰ ਨੇ ਭੌਂ ਕੇ ਲਿਖਿਆ ਨਹੀਂ, ਡੰਗਿਆਈ ਨਾ ਕੀਤੀ ਜਾਵੇ। ਡੰਗਿਆਈ ਦਾ ਮਤਲਬ ਇਹ ਸੀਗਾ ਵੀ ਟੰਗੋ। ਫਿਰ ਮੈਨੂੰ ਪੁਲਿਸ ਵਾਲੇ ਕਹਿੰਦੇ ਸਾਡੀ ਬੇਵਸੀ, ਸਾਨੂੰ ਦੁਬਾਰਾ ਚਲਾਨ ਦੇਣਾ ਪੈਣਾ। ਮੈਂ ਯਾਰ ਫਿਰ ਵਹਿੰਦੇ ਕੀ ਜੀ, ਮੈਂ ਕਰੋ। ਇੱਕ ਦਿਨ ਤੁਸੀਂ ਮੇਰੇ ਮੱਥੇ ਤੇ ਸ਼ਿਕਨ ਨਹੀਂ ਦੇਖੀ ਹੋਊਗੀ ਕਿ 36 ਸਾਲਾਂ ਬਾਅਦ 302 ਦਾ 302 ਕਿਸੇ ਰੁੱਖ ਤੇ ਲਿਖਦੇ ਹੋ ਨਾ, ਸਹੀ ਸੁੱਕ ਜਾਂਦਾ।
ਉਹ ਸੁੱਕ ਜਾਂਦਾ। ਤੇ 302 ਦਾ 36 ਸਾਲਾਂ ਬਾਅਦ ਵਿਰਸਾ ਸਿੰਘ ਬਲਟੋਹਾ ਤੇ ਜਿਹੜਾ ਸੀਗਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕੇਸ ਕੱਢ ਕੇ ਲਿਆਣ ਕੇ ਚਲਾਇਆ। ਤੇ ਅਪ੍ਰੈਲ ਦੇ ਵਿੱਚ 15 ਅਪ੍ਰੈਲ ਨੂੰ ਉਹ 'ਚ ਮੈਂ ਬਰੀ ਵੀ ਹੋ ਗਿਆ। ਪਰ ਉਸ ਬੰਦੇ ਨੂੰ ਇਨਸਾਫ ਦੇਣ ਦੀ ਥਾਂ ਤੇ ਵੀ ਕਿਸੇ ਨੇ ਰਿਵੈਲਰੀ ਕਰਕੇ ਮਾਰਿਆ, ਕਿਸੇ ਨੇ ਪ੍ਰੋਫੈਸ਼ਨ ਕਰਕੇ ਮਾਰਿਆ, ਕਿੰਨੇ ਮਰਵਾਇਆ, ਕਿਉਂ ਮਾਰਿਆ ਗਿਆ, ਉਹ ਤੈਅ ਕਰਨ ਦੀ, ਉਹਨੂੰ ਇਨਸਾਫ ਦੇਣ ਦੀ ਥਾਂ ਤੇ ਬਸ ਸਿਆਸਤ ਦੀ ਭੇਟ ਵਿਚਾਰਾ ਜਿਹੜਾ ਕਤਲ ਹੈ ਉਹ ਚਾੜ ਦਿੱਤਾ। ਬੰਦਾ ਬਹੁਤ ਜੈਨੂਇਨ ਸੀਗਾ। ਰਾਜਨੀਤੀ 'ਚ ਕਦੋਂ ਸਰਗਰਮ ਹੋ ਗਏ ਫਿਰ? ਅਸਲ 'ਚ ਦੇਖੋ, ਰਾਜਨੀਤੀ ਨਾਲ ਮੇਰਾ ਜਾਂ ਮੇਰੇ ਪਰਿਵਾਰ ਦਾ ਕੋਈ ਕਦੇ ਵੀ ਸੰਬੰਧ ਨਹੀਂ ਰਿਹਾ, ਨਾ ਮੇਰੇ ਨਾਨਕਿਆਂ 'ਚ, ਨਾ ਮੇਰੇ ਦਾਦਕਿਆਂ 'ਚ। ਹੁਣ ਤਾਂ ਹੈਗਾ ਨਾ, ਬੜਾ ਮੈਨੂੰ ਪਤਾ ਕਿ ਸ਼ਾਇਦ ਕੋਈ ਪੰਚਾਇਤ ਮੈਂਬਰ ਵੀ ਨਹੀਂ ਬਣਿਆ। ਹੋਇਆ ਕਿ ਜਦੋਂ ਮੈਂ, ਕਿਉਂਕਿ ਪਹਿਲਾਂ ਸਿੱਖਣ ਫੈਡਰੇਸ਼ਨ ਸੀਗੇ, ਮਾੜਾ ਮੋਟਾ ਨਾਂ ਸੀਗਾ, ਪੰਥਕ ਸਭਾ 'ਚ ਨਾਂ ਸੀਗਾ, ਰਿਹਾ ਹੋ ਕੇ ਆਉਣੇ ਆ, ਤੇ ਮੀਡੀਆ ਦੇ ਵਿੱਚ ਮਾੜਾ ਮੋਟਾ ਨਾਂ ਸੀਗਾ ਵੀ ਵਿਰਸਾ ਸਿੰਘ ਬਲਟੋਹਾ ਵੀ ਕੋਈ ਹੈਗਾ, ਮਤਲਬ ਸਿੱਖ ਪੋਲਿਟਿਕਸ ਦੇ ਵਿੱਚ ਜਿਹੜਾ ਸੀਗਾ। ਤੇ ਮੈਨੂੰ 94 'ਚ ਮੈਂ ਜਦੋਂ ਆਉਣਾ ਨਾ, ਜਦੋਂ ਤੋਂ ਸਾਡੀ ਅਸਲ 'ਚ ਜਿਹੜੀ ਹੈ ਨਾ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਬਿਫੋਰ ਬਲਿਸਟਰ ਆਪਰੇਸ਼ਨ ਵੀ ਜਿਹੜੀ ਸਾਡੀ ਫੈਡਰੇਸ਼ਨ ਦੀ ਇਕੁਏਸ਼ਨ ਸੀ ਨਾ, ਕਈ ਤਾਂ ਕਹਿੰਦੇ ਆ ਨਾ ਕਿ ਸੰਤਾਂ ਦੀ ਤੇ ਬਾਦਲ ਸਾਹਿਬ ਦੀ ਇਹ ਹੀ ਉਹ ਹੀ, ਸਭ ਗਲਤ ਹੈ। ਇਵੇਂ ਮਾੜਾ ਆਈਆਂ ਗੱਲਾਂ, ਮਤਲਬ ਉਹ ਇੱਕ ਵੀ ਜਿਵੇਂ ਬਾਦਲ ਸਾਹਿਬ ਵੱਖਰੇ ਧੁਰੇ ਤੇ ਖੜੋਤੇ ਸੀਗੇ ਤੇ ਨਹੀਂ, ਪਰ ਉਹ ਜਿਹੜੀਆਂ ਚਿੱਠੀਆਂ ਦਾ ਜ਼ਿਕਰ ਆਉਂਦਾ ਕਿ ਆਪਰੇਸ਼ਨ ਬਲੂ ਸਟਾਰ ਕਰਨ ਦੇ ਵਾਸਤੇ ਜਾਂ ਕੁਝ ਹੋਰ, ਕਾਫੀ ਕੁਝ ਹੈ ਜਿਹੜਾ ਬਾਦਲ ਸਾਹਿਬ ਦੇ ਖਿਲਾਫ। ਉੱਤੇ ਵੀ ਆਉਣਾ ਪਰ ਚਿੱਠੀਆਂ ਵਾਲੀ ਅੱਜ ਗੱਲ ਪੂਰੀ ਖੁੱਲ੍ਹ ਕੇ ਕਰਾਂਗੇ। ਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਫੈਡਰੇਸ਼ਨ ਦੀ ਇਕੁਏਸ਼ਨ ਰਹੀ ਸੀ, ਮਤਲਬ ਕਿਸੇ ਨਾ ਕਿਸੇ ਰੂਪ 'ਚ ਸਾਂਝ ਰਹੀ ਸੀ। ਤੇ ਮੈਂ ਜਦੋਂ ਰਿਹਾ ਹੋ ਕੇ ਆਉਣਾ ਆ, ਤੇ ਮੇਰਾ ਖਿਆਲ ਹੈ ਕਿ ਸ਼ਾਇਦ 92 ਦੀ ਗੱਲ ਹੈ, ਮੇਰੇ ਬ੍ਰਦਰ ਲਾ ਦੀ ਛੋਟੇ ਦੀ ਮੈਰਿਜ ਸੀਗੀ, ਚੰਡੀਗੜ੍ਹ ਸੀਗੇ ਉਹਦੀ ਜਿਹੜੇ ਇਨਲਾਜ ਸੀਗੇ। ਤੇ ਅਸੀਂ ਬਰਾਤ ਜਾਂਦੇ, ਰਾਤ ਦੇ ਟਾਈਮ ਰਾਤ ਜਾਂਦੇ ਹਾਂ, ਅਗਲੇ ਦਿਨਾਂ ਤੋਂ ਸੀ। ਤੇ ਅਸੀਂ ਸਾਰੇ ਇਕੱਠੇ ਹੋ ਕੇ ਜਿੰਨੇ ਸੀ ਰਿਸ਼ਤੇਦਾਰ, ਮੇਨ 10-15 ਜਣੇ ਅਸੀਂ ਬਾਦਲ ਸਾਹਿਬ ਨੂੰ ਮਿਲਣ ਜਾਂਦੇ। ਬਾਦਲ ਸਾਹਿਬ ਸਾਨੂੰ ਕੋਠੀ 'ਚ ਮਿਲਦੇ ਆ, ਬੜੇ ਪਿਆਰ ਨਾਲ ਮਿਲਦੇ। ਮੈਨੂੰ ਕਹਿੰਦੇ ਕਾਕਾ ਮੈਂ ਤਾਂ ਤੈਨੂੰ ਲੱਭਦਾ ਫਿਰਦਾ ਸੀਗਾ, ਚੱਲ ਤੂੰ ਕਿਤੇ ਮੈਨੂੰ ਮਿਲੀ। ਚਲੋ ਮਿਲਣਾ ਮੁਲਣਾ, ਫਿਰ ਕੁਦਰਤੀ ਉਹਨਾਂ ਗੱਲ ਕੀਤੀ ਤੇ ਉਹ ਗੱਲ ਜਿਹੜੀ ਹੈ ਸਾਲ 2 ਸਾਲ ਵੈਸੇ ਲੰਘ ਗਏ। ਫਿਰ ਮੈਨੂੰ 94 'ਚ ਆਮੋ ਸਾਹਮਣੇ ਫਿਰ ਅਸੀਂ ਹੁੰਨੇ। ਤੇ ਮੈਨੂੰ ਕਹਿੰਦੇ ਕਾਕਾ ਮੈਂ ਤੈਨੂੰ ਚੇਤਾ ਹੋਵੇ ਨਾ, ਮੈਂ ਤੈਨੂੰ ਅੱਗੇ ਵੀ ਕਿਹਾ ਸੀਗਾ ਕਿ ਤੂੰ ਮੈਨੂੰ ਮਿਲੀ। ਅਸਲ 'ਚ ਮੈਂ ਤੁਹਾਡੇ ਵਰਗਿਆਂ ਦੀ ਕਦਰ ਕਰਦਾ, ਕਦਰ ਇਸ ਕਰਕੇ ਕਰਦਾ ਕਿ ਤੁਹਾਡੇ 'ਚ ਜਜ਼ਬਾ ਹੈ, ਤੁਹਾਡੇ 'ਚ ਕੌਮ ਦੀ ਸੇਵਾ ਦੀ ਭਾਵਨਾ ਹੈ। ਭਾਵੇਂ ਕਿ ਮੇਰੀ ਸੋਚ ਵੀ ਤੁਹਾਡੇ ਜਿੰਨੀ ਤਾਂ ਨਹੀਂ, ਪਰ ਭਾਵਨਾ ਮੇਰੀ ਉਹੀ ਹੈ। ਤੇ ਮੈਂ ਜਿਸ ਥਾਂ ਤੇ ਪਹੁੰਚਿਆ, ਮੈਂ ਮੂੰਹ ਨਹੀਂ ਕੱਢ ਸਕਦਾ। ਤੇ ਮੈਂ ਚਾਹੁੰਦਾ ਕਿ ਤੁਹਾਡੇ ਵਰਗੇ ਜਿਹੜੀ ਸੋਚ ਵਾਲੇ ਲੋਕ ਨੇ ਉਹ ਅਕਾਲੀ ਦਲ 'ਚ ਆਉਣ। ਲਓ ਜੀ, ਬਾਦਲ ਸਾਹਿਬ ਨੇ ਮੋਢੇ ਤੇ ਹੱਥ ਰੱਖ ਕੇ ਤੇ ਬਾਂਹ ਫੜ ਕੇ ਤੋਰ ਲਿਆ। ਨਹੀਂ ਤਾਂ ਸਾਡਾ ਤਾਂ ਕੋਈ ਹੈ ਹੀ ਨਹੀਂ ਸੀਗਾ। ਹੁਣ ਦੇਖੋ, ਕਹਿੰਦੇ ਆ ਨਾ ਵੀ ਅਕਾਲੀ ਦਲ 'ਚ ਵੱਡੇ ਘਰਾਂ ਦੇ ਕਾਕੇ ਇਹ ਉਹ, ਇੱਕ ਆਮ ਸਧਾਰਨ ਕਿਤੇ ਸਾਡੇ ਪਿੰਡੋਂ ਜਾ ਕੇ ਪੁੱਛ ਲਿਆ ਜੀ ਵਿਰਸਾ ਬਲਟੋਹਾ ਕੀ ਹੈ, ਹਾਂਜੀ, ਜਾਂ ਇਹਦਾ ਪਰਿਵਾਰ ਕਿਸ ਤਰ੍ਹਾਂ ਦਾ ਸੀਗਾ। ਤੇ ਮੈਨੂੰ ਬਾਦਲ ਸਾਹਿਬ ਨੇ ਅਕਾਲੀ ਪੋਲੀਟਿਕਸ 'ਚ ਲਿਆਂਦਾ। ਤੇ ਫਿਰ ਆਸਤਾ ਆਸਤਾ ਸਰਗਰਮੀ ਵਰਕਿੰਗ ਕਮੇਟੀ ਦੇ ਮੈਂਬਰ ਬਣੇ। ਫਿਰ 97 ਵਾਲੀ ਸਰਕਾਰ ਬਣ ਗਈ। ਮੈਨੂੰ ਬਲਟੋਹਾ ਤੋਂ ਨਹੀਂ, ਵਰਕਿੰਗ ਕਮੇਟੀ ਮੈਂਬਰ ਜਿਹੜੀ ਹੁੰਦੀ ਹੈ, ਜਿਹਨੂੰ ਐਗਜ਼ੈਕਟਿਵ ਨਹੀਂ, ਉਹ ਤਾਂ ਸੀਗੇ ਨਾ, ਮੈਂ ਬਲਟੋਹਾ ਤੋਂ ਜਿੱਤਿਆ ਇੱਕ ਵਾਰ ਤੁਸੀਂ। ਨਹੀਂ, ਮੈਂ ਉਹ ਦੱਸਦਾ। ਫਿਰ 1997 'ਚ ਅਕਾਲੀ ਸਰਕਾਰ ਬਣ ਗਈ। ਜਦੋਂ ਮੈਨੂੰ ਬਾਦਲ ਸਾਹਿਬ ਕਹਿੰਦੇ ਕਾਕਾ ਤਗੜੇ ਹੋ ਕੇ ਲੱਗੋ, ਸਰਕਾਰ ਬਣਾਓ, ਸਰਕਾਰਾਂ ਕੋਲ ਬਹੁਤ ਕੁਛ ਹੁੰਦਾ। ਤੇ ਮੈਨੂੰ ਬਾਦਲ ਸਾਹਿਬ ਨੇ SS ਬੋਰਡ ਦਾ ਮੈਂਬਰ ਬਣਾਇਆ ਆਪ। ਮੈਨੂੰ ਕਹਿੰਦੇ ਕਾਕਾ ਮੈਨੂੰ ਕਹਿਣਾ ਨਹੀਂ ਗਾ, ਬਸ ਤੇਰੇ ਆਰਡਰ ਤੇਰੇ ਘਰੇ ਆਉਣਗੇ। ਬਣਾਇਆ 97 ਤੋਂ ਲੈ ਕੇ 2002 ਤੱਕ 5 ਸਾਲ ਮੈਂ SS ਬੋਰਡ ਦਾ ਮੈਂਬਰ ਹਾਂ। ਫਿਰ 2007 ਦੇ ਵਿੱਚ ਮੈਨੂੰ ਵਿਧਾਨ ਸਭਾ ਦੀ ਟਿਕਟ ਦਿੱਤੀ, ਜਿੱਤ ਪ੍ਰਾਪਤ ਕੀਤੀ। ਫਿਰ 12 'ਚ ਦਿੱਤੀ, ਜਿੱਤ ਪ੍ਰਾਪਤ ਕੀਤੀ। CPS ਬਣਾਇਆ, ਪਿਆਰ ਦਿੱਤਾ। ਔਰ ਮੈਂ ਮਤਲਬ ਆਪ ਦੀ ਸੋਚ ਜੋ ਇੱਕ ਹੋਣੀ ਚਾਹੀਦੀ ਹੈ, ਜੋ ਅਕੀਦਾ ਸੀ 84 ਤੋਂ ਪਹਿਲੋਂ, ਉਸ ਸੋਚ ਦਾ ਪ੍ਰਗਟਾਵਾ ਹਮੇਸ਼ਾ ਅਕਾਲੀ ਦਲ ਦੇ ਵਿੱਚ ਬਹਿ ਕੇ ਡੰਕੇ ਦੀ ਚੋਟ ਤੇ ਕਰਦੇ ਰਹੇ। ਜੇ ਪੰਜਾਬ ਦੀ ਵਿਧਾਨ ਸਭਾ 'ਚ ਮੈਂ ਇੰਦਰਾ ਗਾਂਧੀ ਦੇ ਕਤਲ ਦੇ ਉੱਤੇ ਖੁਸ਼ੀ ਦੇ ਪ੍ਰਗਟਾਵੇ ਕਰ ਸਕਦਾ ਹਾਂ। ਅੱਤਵਾਦੀ ਹੋਣ ਦਾ ਦਾਅਵਾ ਵੀ ਕੀਤਾ, ਖੜਕੂ ਕੀ ਸ਼ਬਦ ਵਰਤਿਆ ਸੀ? ਮੈਂ ਉਹ ਦੇਖੋ, ਅੱਤਵਾਦੀ ਸ਼ਬਦ ਕੋਈ ਚੰਗਾ ਨਹੀਂ ਗਾ।
ਕੋਈ ਇਹਦੇ ਨਾਲ ਕੋਈ ਮਤਲਬ ਆਪਾਂ ਕਹਿ ਦਈਏ ਕਿ ਕੋਈ ਵਡਿਆਈ ਵਾਲੀ ਗੱਲ ਹੈ। ਅਸਲ 'ਚ ਹੁੰਦਾ ਕੀ ਸੀਗਾ ਕਿ ਮੈਂ ਜਦੋਂ ਕੋਈ ਪੰਥਕ ਗੱਲ ਕਰਨੀ ਜਾਂ ਕਾਂਗਰਸ ਦੇ ਸਿੱਖ ਵਿਰੋਧੀ ਹੋਣ ਦੀ ਗੱਲ ਕਰਨੀ ਜਾਂ ਪੰਜਾਬ ਦੇ ਮਸਲੇ ਦੀ ਗੱਲ ਕਰਨੀ, ਤੇ ਮੈਨੂੰ ਕਈ ਕਾਂਗਰਸੀ ਨੇ ਕਹਿ ਦੇਣਾ ਬਹਿ ਜਾ ਤੂੰ ਤੇ ਅੱਤਵਾਦੀ ਹੈ, ਅੱਤਵਾਦੀ ਨੂੰ ਕੋਈ ਅਧਿਕਾਰ ਨਹੀਂ। ਇਹ ਕਦੀ ਵਿੱਚੋਂ ਉਹਨਾਂ ਨੇ ਕਹਿ ਦੇਣਾ। ਇਸੇ ਤਰ੍ਹਾਂ ਹੀ ਮੇਰਾ ਖਿਆਲ ਕਿ ਰਾਜੇ ਵੜਿੰਗ ਨੇ ਕਿ ਪਤਾ ਨਹੀਂ ਕਿਹਨੇ ਪੰਗਾ ਲਿਆ, ਉਹਨਾਂ ਨੇ ਮੈਨੂੰ ਕਿਹਾ, 2-4 ਜਣੇ ਹੋਰ ਲੱਗ ਪਏ। ਮੈਂ ਕਿਹਾ ਜੇ ਪੰਜਾਬ ਦੇ ਹੱਕਾਂ ਦੀ ਗੱਲ ਕਰਨਾ, ਪੰਜਾਬ ਦੇ ਹੱਕਾਂ ਲਈ ਲੜਨਾ, ਵਿਦਿਆਰਥੀ ਹੱਕਾਂ ਲਈ ਲੜਨਾ, ਆਪਦੀ ਕੌਮ ਲਈ ਲੜਨਾ, ਆਪਦੇ ਧਰਮ ਲਈ ਲੜਨਾ ਅੱਤਵਾਦੀ ਹੈ, ਤਾਂ ਮੈਂ ਕੱਲ੍ਹ ਵੀ ਸੀ, ਅੱਜ ਵੀ ਹਾਂ, ਤੇ ਆਉਣ ਵਾਲੇ ਸਮੇਂ 'ਚ ਵੀ ਰਹੂੰਗਾ। ਕਿਉਂਕਿ ਬਾਬਾ ਜਰਨੈਲ ਸਿੰਘ ਇਹੀ ਕਹਿੰਦਾ ਹੁੰਦਾ ਸੀਗਾ। ਬਾਬਾ ਜਰਨੈਲ ਸਿੰਘ ਦੇ ਸ਼ਬਦ ਹੁੰਦੇ ਸੀਗੇ ਕਿ ਉਹਨਾਂ ਨੂੰ ਅੱਤਵਾਦੀ ਕਹਿੰਦੇ ਸੀ। ਉਹ ਕਹਿੰਦੇ ਸੀ ਵੀ ਜੇ ਸਿੱਖੀ ਵਾਸਤੇ ਲੜਨਾ, ਧਰਮ ਵਾਸਤੇ ਲੜਨਾ, ਕੌਮ ਵਾਸਤੇ ਲੜਨਾ, ਪੰਜਾਬ ਦੇ ਹੱਕਾਂ ਲਈ ਲੜਨਾ, ਸੱਚ ਦੀ ਗੱਲ ਕਰਨਾ ਅੱਤਵਾਦੀ ਹੈ, ਤਾਂ ਮੈਂ ਵੱਡਾ ਅੱਤਵਾਦੀ ਹਾਂ। ਮੈਂ ਉਹ ਗੱਲ ਕੀਤੀ ਸੀਗੀ। ਅਤੇ ਮੈਨੂੰ ਤਾਂ ਕਦੀ ਮੇਰੀ ਪਾਰਟੀ ਨੇ ਕਦੀ ਇਹਨਾਂ ਗੱਲਾਂ 'ਤੇ ਇਤਰਾਜ਼ ਨਹੀਂ ਸੀ ਕੀਤਾ ਵੀ ਵਰਸਾਂ ਤੂੰ ਕਿਉਂ ਇਹੋ ਜਿਹੀਆਂ ਗੱਲਾਂ ਕਰਦਾ ਹੈ, ਕਿਉਂਕਿ ਇਹ ਸਿੱਖੀ ਸੋਚ ਦਾ ਪ੍ਰਗਟਾਵਾ ਸੀ। ਕੈਰੋਂ ਸਾਹਿਬ ਦੀ ਸੀਟ ਛਡਵਾਉਣ ਦਾ ਕੀ ਕਾਰਨ ਸੀਗਾ? ਲੜਨਾ ਆਪਦੀ, ਕਰਨਾ ਆਪਦੀ। ਉਹ ਲੜਨਾ ਚਾਹੁੰਦੇ ਸੀ ਨਾ, ਇਸ ਸੀਟ ਦੇ ਉੱਤੇ ਆਉਣਾ ਚਾਹੁੰਦੇ ਨਹੀਂ, ਉਹ ਤੇ ਮੈਂ ਕੈਰੋਂ ਸਾਹਿਬ ਦੇਖੋ ਸਤਿਕਾਰਯੋਗ ਨੇ। ਕੀ ਕਹਿੰਦੇ ਹੁੰਦੇ ਆ ਵੀ ਆਪਣਾ ਆਪ ਸਾਂਭਿਆ ਨਹੀਂ ਜਾਂਦਾ, ਤੇ ਐਵੇਂ ਆਪਾਂ ਦੂਜੇ ਘਰ ਜਾ ਕੇ ਦਰਵਾਜ਼ੇ ਖੜਕਾਈ ਜੀ, ਇਹ ਗੱਲ ਬਣਦੀ ਨਹੀਂ ਗੀ। ਚਲੋ ਉਸ ਪਾਸੇ ਮੈਂ ਪੈਣਾ ਨਹੀਂ ਚਾਹੁੰਦਾ। ਅਤੇ ਕੈਰੋਂ ਸਾਹਿਬ ਪੱਟੀ ਸਾਂਭਣ, ਹਾਂਜੀ, ਪੱਟੀ ਪਹਿਲਾਂ ਸਾਂਭ ਕੇ ਵਿਖਾਉਣ, ਫਿਰ ਜੇ ਲੋੜ ਹੋ ਗਈ ਤਾਂ ਅਸੀਂ ਆਪਦੀ ਸੀਟ ਵੀ ਛੱਡ ਦਾਂਗੇ। ਪਰ ਸਾਂਭੇ ਤਾਂ ਆਪਣਾ ਆਪ ਜਾਂਦਾ ਨਹੀਂ ਗਾ, ਐਕਟੀਵਿਟੀ ਕੋਈ ਹੈ ਨਹੀਂ ਗੀ, ਸਰਗਰਮੀ ਕੋਈ ਹੈ ਨਹੀਂ ਗੀ। ਚਲੋ ਵੱਡਾ ਪਰਿਵਾਰ ਆ ਸਾਡੇ, ਸਤਿਕਾਰਤ ਪਰਿਵਾਰ ਦੇ ਨਾਲ ਉਹਨਾਂ ਦੀ ਰਿਸ਼ਤੇਦਾਰੀ ਆ, ਸਾਰੇ ਸਤਿਕਾਰ ਕਰਦੇ ਆ। ਪਰ ਅਕਾਲੀ ਦਲ ਅਕਾਲੀ ਦਲ ਹੈ, ਅਕਾਲੀ ਦਲ ਕਿਸੇ ਦੀ ਜਗੀਰ ਨਹੀਂ ਗਾ। ਅਕਾਲੀ ਦਲ ਬਿਲਕੁਲ ਪੱਕੀ ਗੱਲ, ਅਕਾਲੀ ਦਲ ਕਿਸੇ ਦੀ ਜਗੀਰ ਨਹੀਂ ਗਾ। ਅਕਾਲੀ ਦਲ 'ਚ ਸਰਦਾਰ ਸਰਮੁਖ ਸਿੰਘ ਪ੍ਰਧਾਨ ਸੀਗੇ, ਮਾਸਟਰ ਤਾਰਾ ਸਿੰਘ ਵਰਗੇ, ਬਾਬਾ ਖੜਕ ਸਿੰਘ ਵਰਗੇ, ਜਹਦਰ ਮੋਹਨ ਸਿੰਘ ਤੁੱਡ ਵਰਗੇ ਵੱਡੇ ਜਿਹੜੇ ਜਥੇਦਾਰ ਨੇ, ਪ੍ਰਧਾਨ ਰਹੇ ਨੇ। ਸਾਹਿਬ ਪ੍ਰਕਾਸ਼ ਸਿੰਘ ਬਾਦਲ ਦਾ ਜੇ ਇਤਿਹਾਸ ਪੜ੍ਹੋ ਨਾ, ਤੇ ਜੇ ਉਹਨਾਂ ਦਾ ਸੰਘਰਸ਼ ਪੜ੍ਹੋ, ਸੰਘਰਸ਼ ਸੁਣੋ, ਤੇ ਫਿਰ ਗੱਲਾਂ ਕਰਨ ਵਾਲੇ ਆਪੇ ਹਟ ਜਾਣਗੇ ਵੀ ਇਹ ਬੰਦਾ ਹੈ ਯਾਰ, ਅਸੀਂ ਕੀ ਸੋਚਦੇ ਤੇ ਹੈ ਕੀ ਸੀਗਾ, ਇਹਦੀ ਕੀ ਦੇਣ ਆ, ਇਹਦੀ ਕੀ ਕੁਰਬਾਨੀ ਆ, ਕੀ ਜਜ਼ਬਾ ਇਹਦਾ। ਹਰੇਕ ਥਾਂ 'ਤੇ ਡਟ ਕੇ ਜੇ ਮੋਰਚਾ ਲੱਗਦਾ ਰਿਹਾ ਅਕਾਲੀ ਦਲ ਦਾ, ਤਾਂ ਸਭ ਤੋਂ ਪਹਿਲਾਂ ਜਥਾ ਸਾਹਿਬ ਪ੍ਰਕਾਸ਼ ਸਿੰਘ ਬਾਦਲ ਲੈ ਕੇ ਜਾਂਦਾ ਰਿਹਾ। ਹਾਂਜੀ, ਜੇ ਜੇਲ੍ਹਾਂ ਕੱਟੀਆਂ ਨੇ, ਮੇਰੇ ਖਿਆਲ ਹਿੰਦੁਸਤਾਨ ਦੀ ਕੋਈ ਜੇਲ੍ਹ ਨਹੀਂ ਗੀ ਜਿਹੜੀ ਦੂਰ ਦਰਾੜ ਦੀਆਂ ਜਿਹੜੀਆਂ ਜੇਲ੍ਹਾਂ ਨੇ, ਉਹ ਸਭ ਪ੍ਰਕਾਸ਼ ਸਿੰਘ ਬਾਦਲ ਨੇ ਕੱਟੀਆਂ ਨੇ। ਬੀਬੀ ਜੀ ਹੋਰੀ ਦੱਸਦੇ ਹੁੰਦੇ ਸੀਗੇ ਵਿਚਾਰੇ, ਉਹਦੇ ਜਦੋਂ 84 ਦੇ ਵਿੱਚ ਇਹਨਾਂ ਨੂੰ ਉੱਥੇ ਬੰਦ ਕਰਤਾ, ਅਤੇ ਲੋਕਾਂ ਨੇ ਅਸੀਂ ਉੱਥੇ ਮੁਲਾਕਾਤਾਂ 'ਤੇ ਜਾਣਾ, ਅਤੇ ਸਾਨੂੰ ਕੋਈ ਬੁਲਾ ਕੇ ਰਾਜੀ ਨਹੀਂ ਹੁੰਦਾ। ਲੋਕ ਸਾਡੇ ਕੋਲ ਡਰਦੇ ਹੁੰਦੇ ਵੀ ਇਹ ਸਰਦਾਰ ਕਿੱਥੋਂ ਆ ਗਿਆ, ਅਤੇ ਅਸੀਂ ਡਰਦੇ ਹੁੰਦੇ ਹਾਂ ਵੀ ਇੱਥੇ ਸਾਨੂੰ ਕੋਈ ਸਾਡੇ 'ਤੇ ਹਮਲਾ ਨਾ ਕਰ ਦੇਵੇ। ਅਤੇ ਉਹਨਾਂ ਰਾਤਾਂ 'ਚ ਲੰਘੇ। ਔਰ ਬਾਦਲ ਸਾਹਿਬ ਦੇ ਨਾਲ ਤਾਂ ਉੱਥੇ ਜਿਹੜੇ ਕੋਈ ਉੱਥੇ ਵਾਰਡਨ ਹੁੰਦੇ ਸੀ, ਹਵਾਲਾਤੀ ਹੁੰਦੇ ਸੀ, ਜੇਲ੍ਹ ਦੇ ਵਿੱਚ ਬੰਦ ਹੁੰਦੇ, ਉਹਨਾਂ ਨੂੰ ਤਾਂ ਹਿੰਦੀ ਵੀ ਨਹੀਂ ਆਉਂਦੀ ਹੁੰਦੀ। ਇਕੱਲੇ ਹੀ ਉੱਥੇ ਗੂੰਗੇ ਬਣ ਕੇ ਰਹਿਣਾ ਪੈਂਦਾ ਸੀਗਾ। ਕਿ ਇਹਨੂੰ ਉੱਧਰ ਦੇ ਲੋਕਾਂ ਨੂੰ ਜਿਹੜੀਆਂ ਤਾਮਿਲਨਾਡੂ ਜਾਂ ਜਿਹੜੀਆਂ, ਵੈਸੇ ਬਾਦਲ ਸਾਹਿਬ ਕੋਲੇ ਚੁੱਪ ਰਹਿਣ ਵਾਲਾ ਤਾਂ ਗੁਣ ਵੀ ਵੱਡਾ ਨਾ। ਨਹੀਂ ਦੇਖੋ, ਇੰਨੇ ਉਹਨਾਂ ਕੋਲ ਜਿਹੜਾ ਗੁਣ ਆ ਨਾ, ਜਿਹੜੀ ਉਹਨਾਂ 'ਚ ਕੁਆਲਿਟੀਜ਼ ਹੈ, ਹੋਣੀਆਂ ਚਾਹੀਦੀਆਂ ਨੇ। ਜੋ ਉਹਨਾਂ ਤੋਂ ਅਸੀਂ ਸਿੱਖਿਆ ਨਾ, ਭਾਵੇਂ ਕਿ ਸਾਡੇ ਜੋ ਅਸੀਂ ਚਾਹੁੰਦੇ ਸਾਡੇ 'ਚ ਹੋਵੇ, ਉਹ ਕਾਬਲੀਅਤ ਜਾਂ ਉਹ ਗੁਣ ਜਿਹੜੇ ਆ ਸਾਡੇ 'ਚ ਹੋਣ, ਪਰ ਕਿਉਂਕਿ ਆਪੋ ਆਪਣਾ ਸੁਭਾਅ ਹੁੰਦਾ। ਉਹਨਾਂ ਗੁਣਾਂ ਕਰਕੇ, ਉਹਨਾਂ ਦੀ ਕਾਬਲੀਅਤ ਕਰਕੇ ਪੰਜਾਬ ਦੇ 5 ਵਾਰ ਮੁੱਖ ਮੰਤਰੀ ਬਣ ਜਾਣਾ। 5 ਵਾਰ ਤਾਂ ਕੋਈ ਪਿੰਡ ਦਾ ਪੰਚਾਇਤ ਮੈਂਬਰ ਦੂਜੀ ਵਾਰ ਨਹੀਂ ਬਣਾਉਂਦਾ। ਸਹੀ, ਹਾਂਜੀ, ਮੁੱਖ ਮੰਤਰੀ ਬਣ ਜਾਣਾ। ਅੱਜ ਵੀ ਲੋਕੀ ਬਾਦਲ ਕਰਦੇ ਆ, ਅੱਜ ਵੀ ਲੋਕੀ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦੇ ਆ। ਗੱਲਾਂ ਵੱਖਰੀ ਕਰੀ ਜਾਣ, ਠੀਕ ਹੈ ਕਿ ਜੇ 100 ਬੰਦਾ ਆ, ਆਪਾਂ 100% ਦੀ ਗੱਲ ਕਰਦੇ ਹੁੰਦੇ ਨਾ, ਜੇ 100 ਬੰਦਾ ਤਾਂ 100 ਚੋਂ ਤੁਹਾਡੇ 40 ਵਿਰੋਧੀ ਵੀ ਹੋਣਗੇ। ਸਹੀ, ਤੇ ਵਿਰੋਧੀ ਨੇ ਤੁਹਾਡੀ ਕੱਲ੍ਹ ਵੀ ਮਾੜੀ ਕਰਦੇ, ਅੱਜ ਵੀ ਮਾੜੀ ਕਰਨੀ। ਅੱਜ ਸੋਸ਼ਲ ਮੀਡੀਆ 'ਤੇ ਜ਼ਮਾਨਾ ਆ, ਉਹਨਾਂ ਕਰੀ ਜਾਣੀ ਹੈ। ਪਰ ਪਿੰਡਾਂ ਜਾ ਕੇ ਪੁੱਛੋ ਪ੍ਰਕਾਸ਼ ਸਿੰਘ ਬਾਦਲ ਕੀ ਚੀਜ਼ ਸੀਗਾ ਜੀ। ਨਹੀਂ, ਤੁਸੀਂ ਗੱਲ ਕਰਦੇ ਸੀ ਚਿੱਠੀਆਂ ਵਾਲੀ, ਉਹ ਵੀ ਗੱਲ ਚਿੱਠੀਆਂ ਲਈ। ਸਹੀ ਸਹੀ। ਅਸਲ 'ਚ ਕੀ ਆ ਕਿ ਇਹ ਸ਼ਰਾਰਤ ਹੈ। ਸ਼ਰਾਰਤ ਕਿਹਦੀ ਹੈ ਕਿ ਕਾਂਗਰਸ ਨੂੰ, ਗਾਂਧੀ ਪਰਿਵਾਰ ਨੂੰ, ਸਿੱਖ ਵਿਰੋਧੀ ਤਾਕਤਾਂ ਨੂੰ, ਸਿੱਖ ਦੁਸ਼ਮਣਾਂ ਨੂੰ ਬਰੀ ਕਰਨ ਲਈ ਤੇ ਪੰਥਕ ਸੋਚ ਨੂੰ ਕਟਹਿਰੇ 'ਚ ਖੜਾ ਕਰਨ ਲਈ। ਪੰਥਕ ਸੋਚ ਕੀ ਹੈ? ਅਕਾਲੀ ਦਲ। ਉਹਨਾਂ ਨੂੰ ਦੋਸ਼ੀ ਬਣਾਉਣ ਲਈ ਇੱਕ ਸਾਜ਼ਿਸ਼ ਦੇ ਤਹਿਤ ਇਹ ਸਾਰਾ ਕੁਝ ਕਰਿਆ ਗਿਆ। ਹੁਣ ਹੈ ਕੀ ਹੈ? ਉਹ ਚਿੱਠੀਆਂ ਜਦੋਂ ਮੈਂ ਵੀ ਦੇਖੀਆਂ ਨਾ,
ਤੇ ਮੈਂ ਹਰੇਕ ਚੀਜ਼ ਦੀ ਬਰੀਕੀ 'ਚ ਜਾਣਾ। ਤੇ ਕਈਆਂ ਨੇ ਮੇਰੇ ਨਾਲ ਡਿਬੇਟ ਦੇ ਵਿੱਚ ਗੱਲ ਕਰਦੇ ਨੇ ਜੀ ਚਿੱਠੀਆਂ ਤੇ ਕੱਲ ਹੀ ਲਿਖਦੇ ਰਹੇ ਆ ਨਾ, ਡਿਬੇਟਾਂ 'ਚ ਮੈਂ ਜਾਣਾ ਆਮ ਕਰਕੇ। ਮੈਂ ਫਿਰ ਉਹਦੀ ਤਹਿ ਤੱਕ ਗਿਆ। ਉਹ ਜਿਹੜਾ ਪੈਡ ਆ ਜਿੱਤੇ ਚਿੱਠੀ ਲਿਖੀ ਹੈ, ਉਹ ਜਦੋਂ ਮਾਨ ਸਾਹਿਬ ਪ੍ਰਧਾਨ ਬਣਦੇ ਆ ਜਿਸ ਅਕਾਲੀ ਦਲ ਦੇ, ਉਦੋਂ ਸ਼੍ਰੋਮਣੀ ਅਕਾਲੀ ਦਲ ਸੀਗਾ, ਹੁਣ ਉਹ ਅੰਮ੍ਰਿਤਸਰ ਲਾਉਂਦੇ ਨਾਲ, ਉਦੋਂ ਨਹੀਂ ਸੀ। ਉਦੋਂ ਸਰਵੇ ਸਰਵਾ ਅਕਾਲੀ ਦਲ ਦੇ ਪ੍ਰਧਾਨ ਸੀ ਮਾਨ ਸਾਹਿਬ। ਤੇ ਜਿਹੜਾ ਉਹਦੇ ਤੇ ਫੋਨ ਨੰਬਰ ਹੈ, ਜਿਹੜਾ ਉਦੋਂ ਲੈਂਡਲਾਈਨ ਨੰਬਰ ਹੁੰਦਾ ਸੀ, ਉਹ ਮਾਨ ਸਾਹਿਬ ਦੇ ਦਫ਼ਤਰ ਦਾ ਹੈ। ਲੈਟਰ ਪੈਡ ਮਾਨ ਸਾਹਿਬ ਦਾ ਹੋ ਗਿਆ। ਤੇ ਮਾਨ ਸਾਹਿਬ ਦਾ ਅਕਾਲੀ ਦਲ ਕਦੋਂ ਬਣਦਾ ਹੈ? 84 ਤੋਂ ਬਾਅਦ 'ਚ। ਚਿੱਠੀਆਂ ਕਦੋਂ ਦੀਆਂ ਬਣਾਈਆਂ? ਪਹਿਲਾਂ ਦੀ। 84 ਤੋਂ ਪਹਿਲਾਂ ਦੀਆਂ। ਹੁਣ ਜਿਹੜੀ ਸਭ ਤੋਂ ਵੱਡੀ ਗੱਲ ਹੈ, ਜਿਹੜੀ ਚਿੱਠੀ ਆ ਉਹ ਤੁਸੀਂ ਕੱਢ ਕੇ ਦੇਖਿਆ ਜੇ, ਪੰਜਾਬੀ ਵਾਲੀ ਕੱਢ ਕੇ ਦੇਖਿਆ ਜੇ, ਉਹ ਕੰਪਿਊਟਰਾਈਜ਼ਡ ਟਾਈਪਰਾਈਟਰ ਤੇ ਹੈ। ਸਮਝਦੇ? ਮੋਦੀ ਸਾਹਿਬ ਦੀ ਡਿਗਰੀ ਵਰਗੀ ਫਿਰ ਤਾਂ। ਨਹੀਂ, ਕੰਪਿਊਟਰਾਈਜ਼ਡ ਟਾਈਪਰਾਈਟਰ ਤੇ। 84 'ਚ ਕੀ ਹੁੰਦੇ ਸੀਗੇ? ਆਰਡੀਨਰੀ ਟਾਈਪਰਾਈਟਰ, ਜਿਹੜੇ ਆਪਾਂ ਐਂ ਕਰਦੇ ਹੁੰਦੇ ਆ ਤੇ ਫਿਰ ਐਂ ਕਰਕੇ ਮਾਰਨਾ ਤੇ ਫਿਰ ਐਂ ਕਰਨਾ, ਐਂ ਮਾਰਨਾ, ਇਸ ਤਰ੍ਹਾਂ ਦਾ ਹੈ ਨਾ। ਬਿਲਕੁਲ। ਤੇ ਕੰਪਿਊਟਰਾਈਜ਼ਡ ਟਾਈਪਰਾਈਟਰ ਆਏ ਆ ਆਫਟਰ 90 ਤੋਂ ਬਾਅਦ, 90 ਦੇ ਏੜ-ਗੇੜ ਜੀ ਆਏ। 84 'ਚ ਕੰਪਿਊਟਰਾਈਜ਼ਡ ਟਾਈਪਰਾਈਟਰ ਹੈ ਹੀ ਨਹੀਂ, ਤੇ ਫਿਰ ਕੰਪਿਊਟਰ ਵਾਲੀ ਟਾਈਪਰਾਈਟਰ ਤੇ ਚਿੱਠੀ ਕਿਵੇਂ ਨਿਕਲ ਗਈ? ਤੇ ਫਿਰ ਮੈਂ ਇੱਕ ਸਵਾਲ ਹੋਰ ਖੜਾ ਕੀਤਾ ਸੀ। ਮੈਂ ਕਿਹਾ ਫੋਨ ਹਰਚੰਦ ਸਿੰਘ ਲੌਂਗੋਵਾਲ ਕੋਲ ਵੀ ਹੈਗਾ ਤੇ ਇੰਦਰਾ ਗਾਂਧੀ ਕੋਲ ਵੀ ਹੈਗਾ, ਗੱਲਾਂ ਚਿੱਠੀਆਂ 'ਚ ਹੁੰਦੀਆਂ। ਜੇ ਕਿਸੇ ਨੇ ਕਰਨਾ ਹੋਵੇ, ਇਹ ਗੱਲਾਂ ਚਿੱਠੀਆਂ 'ਚ ਹੁੰਦੀਆਂ, ਚਿੱਠੀਆਂ 'ਚ ਨਹੀਂ ਹੁੰਦੀਆਂ। ਫੋਨ ਤੇ ਹੋਊ ਜਾਂ ਮੈਸੇਂਜਰ ਭੇਜ ਕੇ, ਬੰਦਾ ਭੇਜ ਕੇ ਗੱਲ ਕਰੂ। ਰਿਕਾਰਡ ਤੇ ਨਹੀਂ ਲਿਆਉਣਗੇ। ਰਿਕਾਰਡ ਤੇ ਲਿਆਉਣ ਦੀ ਲੋੜ ਨਹੀਂ। ਜੇ ਰਿਕਾਰਡ ਤੇ ਗੱਲ ਹੋਵੇ, ਜੇ ਅਕਾਲੀ ਇਹਦੇ ਵਾਸਤੇ ਦੋਸ਼ੀ ਹੁੰਦੇ ਤੇ 84 ਦੇ ਵਿੱਚ ਹੀ ਵਾਈਟ ਪੇਪਰ ਜਾਰੀ ਕੀਤਾ ਸੀਗਾ ਕੇਂਦਰ ਸਰਕਾਰ ਨੇ ਕਿ ਅਕਾਲੀਆਂ ਨਾਲ ਸਾਡੀ ਗੱਲ ਵੀ ਚੱਲਦੀ ਰਹੀ, ਸਾਡੀ ਇੰਨੀ ਵਾਰ ਅਸੀਂ ਗੱਲਬਾਤ ਕੀਤੀ, ਇਹਨਾਂ ਨੇ ਗੱਲ ਨਹੀਂ ਨੇਪਰੇ ਚੜਾਈ, ਇਹ ਦੋਸ਼ੀ ਨੇ ਪੰਜਾਬ ਦੀ ਸਮੱਸਿਆ ਵਾਸਤੇ। ਤੇ ਫਿਰ ਤੇ ਉਹ ਦਰਬਾਰ ਸਾਹਿਬ ਵਾਲੀ ਲਿਖੀ ਹੋਈ ਚਿੱਠੀ ਹਮਲੇ ਵਾਲੀ ਉਹ ਵੀ ਜਾਰੀ ਕਰਦੇ ਵਿੱਚ ਕਿ ਆਹ ਚਿੱਠੀ ਆਈ ਸੀ ਜੀ, ਇਹਨਾਂ ਦੀ ਚਿੱਠੀ ਲਿਖੀ ਇੰਦਰਾ ਗਾਂਧੀ ਨੂੰ। ਫਿਰ ਕੀ ਹੋਇਆ ਜਦੋਂ ਮੈਂ ਕਿਹਾ ਕਿ ਚਿੱਠੀ ਵੀ ਕੰਪਿਊਟਰਾਈਜ਼ਡ ਟਾਈਪਰਾਈਟਰ ਤੇ ਉਹ ਵੀ ਪੰਜਾਬੀ 'ਚ, ਤੇ ਉਹ ਵੀ ਇੰਦਰਾ ਗਾਂਧੀ ਨੂੰ। ਇੰਦਰਾ ਗਾਂਧੀ ਪੰਜਾਬੀ ਜਾਣਦੀ ਸੀ ਮੈਂ। ਜਦੋਂ ਮੈਂ ਸਵਾਲ ਖੜੇ ਕੀਤੇ ਤੇ ਫਿਰ ਮਹਾਂਪੁਰਸ਼ਾਂ ਨੇ ਕੀ ਕੀਤਾ, ਅੰਗਰੇਜ਼ੀ 'ਚ ਬਣਾ ਕੇ ਲੈਂਦੀ। ਉਹ ਇੱਕ ਅੰਗਰੇਜ਼ੀ 'ਚ ਤੁਰੀ ਫਿਰਦੀ ਵੇਖੀ ਹੋਣੀ ਤੁਹਾਨੂੰ? ਹਾਂ, ਦੇਖੀਏ ਜੀ। ਹੁਣ ਤੁਸੀਂ ਦੇਖੋ, ਇੱਕ ਅੰਗਰੇਜ਼ੀ 'ਚ ਚਿੱਠੀ ਲਿਖੀ ਹੈ, ਇੱਕ ਪੰਜਾਬੀ 'ਚ ਲਿਖੀ ਹੈ। ਹਾਂਜੀ, ਇਹ ਗੱਲਾਂ ਕੋਈ ਬਣਦੀਆਂ? ਕੋਈ ਗੱਲਾਂ ਬਣਦੀਆਂ? ਕੋਈ ਤੁਕ ਬਣਦੀ ਹੈ? ਕੋਈ ਤੱਥ ਹੈਗਾ? ਕੋਈ ਸੱਚ ਹੈਗਾ? ਤੁਸੀਂ ਸ਼ਰਾਰਤ ਕਰਨੀ ਆ, ਸ਼ਰਾਰਤ ਕਰ ਲਈ, ਸ਼ਰਾਰਤ ਤੁਹਾਡੀ ਨੰਗੀ ਹੋ ਗਈ, ਤੁਸੀਂ ਫੜੇ ਗਏ, ਤੇ ਫਿਰ ਭੌਂ ਕੇ ਜਿਹੜੀਆਂ ਚਿੱਠੀਆਂ ਦੀਆਂ ਗੱਲਾਂ ਕਰੀ ਜਾਓ। ਤੇ ਇਸ ਕਰਕੇ ਜਿਹੜੀਆਂ ਗੱਲਾਂ ਨੇ, ਉਹ ਚਿੱਠੀਆਂ ਜਿਹੜੀਆਂ ਬਣਾਈਆਂ ਗਈਆਂ ਨੇ, ਚਿੱਠੀਆਂ ਦਾ ਅਕਾਲੀ ਦਲ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਸੰਬੰਧ ਨਹੀਂ। ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈ, ਆਪਣੇ ਹਰਕਵਲਜੀਤ ਅਜੀਤ ਦੇ ਰਿਪੋਰਟਰ ਹੈ ਜੀ, ਜਦੋਂ ਦੀ ਮੈਂ ਉਹ ਸੰਭਾਲੀ ਆ, ਭਾਵੇਂ ਵੇਖਣ ਨੂੰ ਅੱਜ ਮੇਰੇ ਤੋਂ ਛੋਟੇ ਜਾਪਦੇ ਆ, ਵੇਖੋਗੇ ਨਾ ਤਾਂ ਐਂ ਜਾਪਦਾ ਵੀ ਵਿਰਸਾ ਬਲਟੋਆ ਦੇ ਛੋਟੇ ਭਰਾ ਹੋਣੇ ਆ ਜੀ। ਤੇ ਮੇਰਾ ਖਿਆਲ ਹੈ ਕਿ ਜਦੋਂ ਦੀ ਉਹ ਸੰਭਾਲੀ ਉਹਨਾਂ ਨੂੰ ਉਹਦੀ ਰਿਪੋਰਟਿੰਗ ਕਰਦੇ ਦੇਖਦੇ ਆ। ਉਹ ਕਹਿੰਦੇ ਆ ਕਿ ਮੈਂ ਬਲੂ ਸਟਾਰ ਆਪਰੇਸ਼ਨ ਤੋਂ ਪਤਾ ਨਹੀਂ ਕਿੰਨੇ ਮਹੀਨੇ ਪਹਿਲਾਂ ਮੈਂ ਦਿੱਲੀ ਗਿਆ। ਮੇਰਾ ਕੋਈ ਦੋਸਤ ਸੀ, ਰਾਜ ਸਭਾ ਦਾ ਮੈਂਬਰ ਸੀਗਾ। ਹਰਕਵਲਜੀਤ ਕਹਿੰਦੇ ਆ ਕਿ ਉਹ ਰਾਜ ਸਭਾ ਦਾ ਮੈਂਬਰ ਨੇ ਮੈਨੂੰ ਕਿਹਾ ਕਿ ਅੱਜ ਰਾਤ ਮੇਰੇ ਕੋਲ ਰਹੋ, ਮੇਰੇ ਕੋਲ ਬੜੇ ਸੀਨੀਅਰ ਕਾਂਗਰਸੀ ਜਿਹੜੇ ਨੇ, ਸ਼ਾਇਦ ਅਰਨ ਸਿੰਘ ਵਗੈਰਾ, ਨਹਿਰੂ ਵਗੈਰਾ, ਇਹੋ ਜਿਹੇ ਜਿਹੜੇ ਅਰਨ ਨਹਿਰੂ, ਹਾਂ, ਵੀ ਮੇਰੇ ਘਰੇ ਅੱਜ ਰਾਤ ਨੂੰ ਆ ਰਹੇ ਨੇ। ਆਂਦੇ ਮੈਂ ਰਾਤ ਰੁਕ ਗਿਆ। ਆਂਦੇ ਮੇਰੀ ਉਹਨੇ ਇੰਟਰੋਡਕਸ਼ਨ ਕਰਾਈ ਇਹਨਾਂ ਦੇ ਸਾਰੇ ਕਾਂਗਰਸੀ ਆਗੂਆਂ ਦੇ ਨਾਲ, ਤੇ ਦੱਸਿਆ ਵੀ ਇਹ ਅਜੀਤ ਦੇ ਬੜੇ, ਜਿਹੜੀ ਪੰਜਾਬ ਦੀ ਨਾਮਵਰ ਅਖਬਾਰ ਆ, ਉਹਦੇ ਵੱਡੇ ਰਿਪੋਰਟਰ ਨੇ। ਤੇ ਉਹ ਗੱਲਾਂ ਬਾਤਾਂ ਕਰਦੇ ਕਰਦੇ ਮੇਰੇ ਨਾਲ ਖੁੱਲ੍ਹਦੇ ਗਏ ਤੇ ਉਹਨਾਂ ਨੇ ਜਦੋਂ ਇਹ ਪ੍ਰਗਟਾਵਾ ਕੀਤਾ ਕਿ ਜਿਹੜੀ ਇਹ ਸਿੱਖ ਮੂਵਮੈਂਟ ਆ, ਜੇ ਅਸੀਂ ਇਹਨੂੰ ਅਜੇ ਹੋਰ ਬਿਲਡ ਹੋਣ ਦਿੰਦੇ ਹਾਂ, ਹੋਰ ਅੱਗੇ ਵਧਣ ਦਿੰਦੇ ਹਾਂ, ਤੇ ਫਿਰ ਅਸੀਂ ਯਕਦਮ ਇਹਨੂੰ ਕ੍ਰਸ਼ ਕਰ ਦਿੰਦੇ ਹਾਂ, ਇਹਦੇ ਨਤੀਜੇ ਕੀ ਹੋਣਗੇ? ਕੀ ਅਸੀਂ ਇਹਦੇ ਨਾਲ ਸਰਵਾਈਵ ਪਾਰਲੀਮੈਂਟ ਜਿੱਤ ਜਾਵਾਂਗੇ? ਆਂਦੇ ਮੈਨੂੰ ਬੜਾ ਵੱਡਾ ਧੱਕਾ ਲੱਗਾ, ਬੜਾ ਵੱਡਾ ਸ਼ੌਕ ਲੱਗਾ ਕਿ ਇਹ ਕਿਹੋ ਜਿਹੀ ਗੱਲ ਕਰਦੇ ਆ। ਆਂਦੇ ਪਰ ਫਿਰ ਵੀ ਮੈਂ ਕਿਹਾ ਕਿ ਚੋਣਾਂ ਤਾਂ ਸ਼ਾਇਦ ਤੁਸੀਂ ਜਿੱਤ ਜਾਓ, ਪਰ ਸਿੱਖ ਸਦਾ ਵਾਸਤੇ ਟੁੱਟ ਜਾਣਗੇ। ਆਂਦਾ ਜਿਹੜੀ ਉਹਨਾਂ ਉਦੋਂ ਅਗਲੀ ਗੱਲ ਕੀਤੀ,
ਉਹ ਬੜੀ ਹੈਰਾਨੀਜਨਕ ਸੀ। ਉਹ ਕਹਿੰਦੇ ਹਾਂ ਅਸੀਂ ਜਾਣਦੇ ਸਿੱਖਾਂ ਬਾਰੇ ਜਾਣਦੇ, ਉਹੀ ਸਿੱਖ ਨੇ ਜਿਹੜੇ ਅੰਗਰੇਜ਼ਾਂ ਦੇ ਵਿਰੁੱਧ ਲੜਦੇ ਸੀ, ਤੇ ਜਦੋਂ ਅੰਗਰੇਜ਼ ਪੰਜਾਬ ਦੇ ਉੱਤੇ ਕਾਬਜ਼ ਹੋ ਗਏ ਤੇ ਫਿਰ ਅੰਗਰੇਜ਼ਾਂ ਵਾਸਤੇ ਲੜਦੇ ਸੀਗੇ। ਇਹਨਾਂ ਦੀ ਨਾ ਫਿਕਰ ਕਰੋ ਤੁਸੀਂ, ਇਹਨਾਂ ਬਾਰੇ ਅਸੀਂ ਸਾਰਾ ਸਟੱਡੀ ਕੀਤਾ ਹੈ। ਕਹਿੰਦਾ ਇਹ ਸਾਜ਼ਿਸ਼ਾਂ ਤੋਂ ਪਹਿਲਾਂ ਘੜ ਲਈਆਂ ਸੀਗੀਆਂ ਵੀ ਇਹ ਪਹਿਲਾਂ ਮੂਵਮੈਂਟ ਵਧਣ ਦੇਣੀ ਹੈ, ਤੇ ਫਿਰ ਯਕਦਮ ਦੇਸ਼ ਦੇ ਅੰਦਰ ਹਵਾ ਖੜਾ ਕਰਕੇ ਸਿੱਖਾਂ ਦਾ ਤੇ ਉਹਨੂੰ ਕ੍ਰਸ਼ ਕਰਕੇ ਜਿਹੜਾ ਪਾਰਲੀਮੈਂਟ ਦੀਆਂ ਚੋਣਾਂ ਜਿੱਤਣੇ। ਇਹ ਮਨਸੂਬੇ ਜਿਹੜੇ ਆ, ਜਿਹੜੀਆਂ ਸਿੱਖਾਂ ਪ੍ਰਤੀ ਜਿਹੜੀਆਂ ਸੋਚਾਂ ਸੀਗੀਆਂ ਨਾ, ਜਿਹੜੀਆਂ ਇੰਦਰਾ ਗਾਂਧੀ ਦੀਆਂ ਤੇ ਕਾਂਗਰਸ ਦੀਆਂ, ਅੱਜ ਠੀਕ ਹੈ ਕਿ ਅਸੀਂ ਭੁੱਲ ਗਏ ਹਾਂ। ਅੱਜ ਪੰਜਾਬ ਦੇ ਅੰਦਰ ਲਗਾਤਾਰ ਸਰਕਾਰਾਂ ਵੀ ਬਣ ਰਹੀਆਂ ਨੇ, MP ਬਣ ਰਹੇ। ਮੈਨੂੰ ਯਾਦ ਹੈ ਕਿ ਇੱਕ ਨਾ ਬੀਬਾ ਹਰਸਿਮਰਤ ਕੌਰ ਬਾਦਲ ਨੇ ਪਾਰਲੀਮੈਂਟ ਦੇ ਵਿੱਚ ਗੱਲ ਕੀਤੀ ਸੀ, ਤੇ ਸੁਸ਼ੀਲ ਕੁਮਾਰ ਸ਼ਿੰਦੇ ਗ੍ਰਹਿ ਮੰਤਰੀ ਸੀ ਜੀ ਹਿੰਦੁਸਤਾਨ ਦੇ, ਤੇ ਬੀਬਾ ਨੇ ਕਿਹਾ ਸੀ ਕਿ ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਹੈ ਕਾਂਗਰਸ। ਤੇ ਉਹਨੇ ਕਿਹਾ ਸੀ हरसिमरत जी क्या बात करते हो, अगर हम सिखों के दुश्मन हो तो हमारे तो 13 में से 8 पार्लियामेंट मेंबर जीत कर आए हैं पंजाब से, 2 बार हमारी पंजाब में सरकार बन गई है कांग्रेस की, किसको कहते हो सिखों के दुश्मन है। तो ये ਜਿਹੜੀਆਂ ਇਹੋ ਜਿਹੀਆਂ ਚਪੇੜਾਂ ਨੇ ਜਿਹੜੀਆਂ ਸਾਡੇ ਮੂੰਹ ਤੇ ਦੁਸ਼ਮਣ ਸਾਡੇ ਮਾਰਦੇ ਨੇ, ਜਦੋਂ ਉਦੋਂ ਮਹਿਸੂਸ ਹੁੰਦਾ ਹੈ ਕਿ ਸਾਡੀ ਕੌਮ ਜਿਹੜੀ ਕਹਿੰਦੀ ਹੈ ਕਿ ਅਣਖੀ ਹੈ, ਗੈਰਤਮੰਦ ਹੈ, ਤੇ ਫਿਰ ਉਦੋਂ ਝਟਕਾ ਲੱਗਦਾ, ਮਹਿਸੂਸ ਹੁੰਦਾ। ਬਹੁਤ ਮਿਹਰਬਾਨੀ ਬਲਟੋਹਾ ਸਾਹਿਬ, ਬਹੁਤ ਖੁੱਲ੍ਹਾ ਟਾਈਮ ਦਿੱਤਾ ਤੇ ਬੜੀਆਂ ਖੁੱਲ੍ਹੀਆਂ ਗੱਲਾਂ ਹੋਈਆਂ। ਉਮੀਦ ਆ ਸਾਡੇ ਦਰਸ਼ਕਾਂ ਤੱਕ ਵੀ ਇਹ ਪਹੁੰਚਣਗੀਆਂ, ਕੁਛ ਨਾ ਕੁਛ ਨਵਾਂ ਪਤਾ ਲੱਗੂ। ਬਹੁਤ ਮਿਹਰਬਾਨੀ ਜੀ, ਥੈਂਕ ਯੂ ਤੁਹਾਡਾ, ਤੁਹਾਡੀ ਟੀਮ ਦਾ, ਸਾਰਿਆਂ ਦਾ ਹੀ ਮੇਰੇ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲਬਾਤ ਕਰ ਰਹੇ ਸੀ ਸਰਦਾਰ ਬਿਰਸਾ ਸਿੰਘ ਬਲਟੋਹਾ ਹੋਰਾਂ ਨਾਲ। ਅਕਾਲੀ ਦਲ ਦੇ ਵਿੱਚ ਬੜੀ ਸਰਗਰਮ ਭੂਮਿਕਾ, ਪੰਜਾਬ ਦੀ ਅਕਾਲੀ ਸਿਆਸਤ ਦੇ ਵਿੱਚ ਬੜਾ ਸਰਗਰਮ ਨਾਂ, ਤੇ ਅੱਜ ਪੂਰੀ ਸਰਗਰਮੀ ਦੇ ਨਾਲ ਅਸੀਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ। ਉਮੀਦ ਹੈ ਤੁਹਾਨੂੰ ਪਸੰਦ ਆਊ, ਤੇ ਜੇ ਪਸੰਦ ਆਵੇ ਸ਼ੇਅਰ ਫੇਰ ਹੀ ਕਰਨੀ ਹੈ। ਫੇਰ ਮਿਲਾਂਗੇ ਅਗਲੀ ਸ਼ਖਸੀਅਤ ਨਾਲ। ਰੱਬ ਰਾਖਾ।